Worthy management, respected principal and vice principal ma'am, Professor Ashutosh Tarni, head of the department, computer applications, faculty members and students of different schools and colleges. मैं आप सबका एसडी कॉलेज बरनाला ਦੇ ਕੰਪਿਊਟਰ ਡਿਪਾਰਟਮੈਂਟ ਦੁਆਰਾ ਆਯੋਜਿਤ ਇਸ 2 ਰੋਜ਼ਾ ਵਰਕਸ਼ਾਪ ਵਿੱਚ ਸਵਾਗਤ ਕਰਦਾ ਹਾਂ। ਕੋਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਜਦ ਸਾਰੇ ਸਕੂਲ ਕਾਲਜ ਬੰਦ ਹਨ, ਉਸ ਸਮੇਂ ਐਸਡੀ ਕਾਲਜ ਵਿਦਿਆਰਥੀਆਂ ਨੂੰ ਘਰ ਬੈਠੇ ਉਹਨਾਂ ਦੀ ਨੌਲੇਜ ਵਿੱਚ ਵਾਧਾ ਕਰਨ ਲਈ ਪਹਿਲਾਂ ਹੀ 9 ਵੈਬੀਨਾਰ ਆਯੋਜਿਤ ਕਰ ਚੁੱਕਾ ਹੈ। ਉਸੇ ਲੜੀ ਨੂੰ ਜਾਰੀ ਰੱਖਦਿਆਂ ਅੱਜ ਇਸ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਐਸਡੀ ਕਾਲਜ ਬਰਨਾਲਾ ਸਾਲ 1956 ਤੋਂ ਲਗਾਤਾਰ ਬਰਨਾਲੇ ਜ਼ਿਲ੍ਹੇ ਵਿੱਚ ਸਿੱਖਿਆ ਦੇ ਚਾਨਣ ਮੁਨਾਰੇ ਵਾਂਗ ਕੰਮ ਕਰ ਰਿਹਾ ਹੈ। ਇਸ ਕਾਲਜ ਵਿੱਚ ਪੜ੍ਹ ਕੇ ਅਨੇਕਾਂ ਵਿਦਿਆਰਥੀ ਚੰਗੇ ਅਹੁਦਿਆਂ ਤੇ ਵਿਰਾਜਮਾਨ ਹਨ। ਹਰ ਸਾਲ ਕਾਲਜ ਦੇ ਅਨੇਕਾਂ ਵਿਦਿਆਰਥੀ ਯੂਨੀਵਰਸਿਟੀ ਪੱਧਰ ਤੇ ਪੰਜਾਬ ਭਰ ਵਿੱਚ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਕੇ ਬਰਨਾਲੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰਦੇ ਹਨ। ਐਸਡੀ ਕਾਲਜ ਬਰਨਾਲਾ ਜ਼ਿਲ੍ਹੇ ਦਾ ਇੱਕੋ ਇੱਕ ਕਾਲਜ ਹੈ ਜੋ ਹਰ ਸਾਲ ਸਭ ਤੋਂ ਵੱਧ ਮੈਰਿਟ ਲਿਸਟ ਵਿੱਚ ਪੋਜੀਸ਼ਨਾਂ ਹਾਸਿਲ ਕਰਦਾ ਹੈ। ਇਸ ਤੋਂ ਇਲਾਵਾ ਕਾਲਜ ਦੇ ਅਨੇਕਾਂ ਵਿਦਿਆਰਥੀ ਹਰ ਸਾਲ ਖੇਡਾਂ ਵਿੱਚ ਵੀ ਕਾਲਜ ਦਾ ਨਾਂ ਚਮਕਾਉਂਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 8 ਵਾਰ ਜਿੱਤੀ ਗਈ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ ਦੇ ਵਿੱਚ ਵੀ ਕਾਲਜ ਦੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਆਯੋਜਿਤ ਯੂਥ ਫੈਸਟੀਵਲ ਵਿੱਚ ਵੀ ਕਾਲਜ ਦਾ ਅਹਿਮ ਯੋਗਦਾਨ ਰਿਹਾ ਹੈ। ਕਾਲਜ ਦੇ ਹੁਣ ਤੱਕ ਯੂਥ ਫੈਸਟੀਵਲ ਵਿੱਚ 12 ਵਾਰ ਜ਼ੋਨਲ ਟਰਾਫੀ ਅਤੇ ਇੰਟਰ ਜ਼ੋਨਲ ਟਰਾਫੀ ਵਿੱਚ ਵੀ ਅਹਿਮ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਹਨ। ਐਸਡੀ ਕਾਲਜ ਬਰਨਾਲਾ ਵਿਖੇ ਐਨਐਸਐਸ ਦੇ 6 ਐਕਟਿਵ ਯੂਨਿਟ ਹਨ। ਐਨਐਸਐਸ ਦੁਆਰਾ ਕਾਲਜ ਵਿੱਚ ਸਮੇਂ-ਸਮੇਂ ਤੇ ਸਮਾਜਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਸ ਵਿੱਚ ਕਾਲਜ ਦੇ ਅਨੇਕਾਂ ਵਿਦਿਆਰਥੀ ਭਾਗ ਲੈਂਦੇ ਹਨ। ਇਸ ਦੇ ਨਾਲ ਹੀ ਕਾਲਜ ਵਿੱਚ ਐਨਸੀਸੀ ਯੂਨਿਟ ਵੀ ਸਰਗਰਮ ਹੈ, ਜੋ ਕਿ ਸਮੇਂ-ਸਮੇਂ ਤੇ ਵੱਖ-ਵੱਖ ਗਤੀਵਿਧੀਆਂ ਕਰਵਾਉਂਦਾ ਹੈ। ਕਾਲਜ ਦੁਆਰਾ ਸਪਤਾਹਿਕ ਅਖਬਾਰ ਸਮਾਜ ਤੇ ਪੱਤਰਕਾਰ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਐਸਡੀ ਕਾਲਜ ਵਿੱਚ ਕੰਪਿਊਟਰ ਡਿਪਾਰਟਮੈਂਟ ਸਾਲ 1998 ਵਿੱਚ ਸ਼ੁਰੂ ਹੋਇਆ। ਕਾਲਜ ਵਿੱਚ ਐਮਐਸਸੀ ਆਈਟੀ ਲੇਟਰਲ ਐਂਟਰੀ, ਪੀਜੀਡੀਸੀਏ, ਬੀਸੀਏ ਕੰਪਿਊਟਰ ਪ੍ਰੋਗਰਾਮ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਬੀਏ ਅਤੇ ਬੀਐਸਸੀ ਨਾਨ ਮੈਡੀਕਲ ਵਿੱਚ ਕੰਪਿਊਟਰ ਐਪਲੀਕੇਸ਼ਨ ਵਿਸ਼ਾ ਵੀ ਪੜ੍ਹਾਇਆ ਜਾਂਦਾ ਹੈ। ਵਿਦਿਆਰਥੀਆਂ ਨੂੰ ਥਿਓਰੈਟੀਕਲ ਦੇ ਨਾਲ ਪ੍ਰੈਕਟੀਕਲ ਨੌਲੇਜ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ। ਐਸਡੀ ਕਾਲਜ ਵਿਖੇ 3 ਫੁੱਲੀ 에ਅਰ ਕੰਡੀਸ਼ਨ ਵਾਈਫਾਈ ਕੰਪਿਊਟਰ ਲੈਬਸ ਹਨ, ਜਿਨ੍ਹਾਂ ਵਿੱਚ ਲੇਟੈਸਟ ਟੈਕਨੋਲੋਜੀ ਵਾਲੇ ਡੈਸਕਟਾਪ, ਲੈਪਟਾਪ, ਸਮਾਰਟ ਬੋਰਡ, ਪ੍ਰਿੰਟਰ, ਸਕੈਨਰਸ ਅਤੇ ਐਲਸੀਡੀ ਪ੍ਰੋਜੈਕਟਰ ਮੌਜੂਦ ਹਨ। ਹਰ ਇੱਕ ਕੰਪਿਊਟਰ ਲੈਬ ਵਿੱਚ 50 Mbps ਸਪੀਡ ਵਾਲਾ ਇੰਟਰਨੈਟ ਕਨੈਕਸ਼ਨ ਮੌਜੂਦ ਹੈ। ਵਿਦਿਆਰਥੀ ਇਹਨਾਂ ਦੀ ਵਰਤੋਂ ਪੜ੍ਹਾਈ ਦੇ ਨਾਲ ਕਰ ਸਕਦੇ ਹਨ। ਕਾਲਜ ਵਿੱਚ ਗੁਰੂ ਹਰਕ੍ਰਿਸ਼ਨ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ, ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਤੇ SCBC ਸਕਾਲਰਸ਼ਿਪ ਸਕੀਮ ਵਿੱਚ ਵਿਦਿਆਰਥੀਆਂ ਦੇ ਫਾਰਮ ਭਰਾਏ ਜਾਂਦੇ ਹਨ। ਅੱਜ ਸਾਡੀ ਇਸ 2 ਰੋਜ਼ਾ ਵਰਕਸ਼ਾਪ ਦੇ ਕੀ ਸਪੀਕਰ ਹਨ ਮਿਸਟਰ ਪੁਨੀਤ ਜਿੰਦਲ, ਜੋ ਕਿ ਐਸਡੀ ਕਾਲਜ ਬਰਨਾਲਾ ਦੇ ਸਾਬਕਾ ਵਿਦਿਆਰਥੀ ਵੀ ਹਨ। ਇਹਨਾਂ ਨੇ ਸਾਲ 2010 ਵਿੱਚ ਐਸਡੀ ਕਾਲਜ ਬਰਨਾਲਾ ਤੋਂ BCA ਪਾਸ ਕੀਤੀ। ਉਸ ਤੋਂ ਬਾਅਦ ਸਾਲ 2013 ਵਿੱਚ ਗੁਰੂ ਗੋਬਿੰਦ ਸਿੰਘ इंद्रप्रस्थ यूनिवर्सिटी न्यू दिल्ली तो MCA की डिग्री हासिल की। फिर आपने 1 साल NIIT टेक्नोलॉजी विद सॉफ्टवेयर डेवलपर के अहदे ते काम किया। इस तो बाद आप ट्राइडेंट ग्रुप विच HR मैनेजर के अहदे ते काम कर रहे हैं। मैं पुनीत जिंदल जी का इस वर्कशॉप विच वेलकम करदा हां। मैं इस दे नाल ही सारे पार्टिसिपेंट नूं ये भी दसना चाहना है कि इस वर्कशॉप विच अगर तुहानूं कोई विजिबिलिटी और ऑडियो की प्रॉब्लम आउंदी है तो तुसीं वर्कशॉप की रिकॉर्डिंग नूं कॉलेज के YouTube चैनल ते कल तो देख सकोगे। और इन केस तुहाडी ऑडियो प्रॉब्लम नहीं सॉल्व हुंदी तो तुसीं रीजॉइन कर सकते हो, मीटिंग नूं लीव करके दोबारा ज्वाइन कर सकते हो। हुण मैं गुजारिश करांगा पुनीत जी नूं कि वो अपना टैक्नीकल सैशन शुरू करन। ओवर टू पुनीत जी। Thank you, Gaurav sir. Good morning, everyone. Let me welcome you all for attending this workshop on MS Excel. In this current pandemic, where learning and development through digital modes is always a fun, and I'll try to make the session as interactive as possible. So post your queries in the chat box, and we will resolve your queries at the end of the session.
I would give my gratitude to the management principal of the SD College Barnala for giving me this wonderful opportunity to be present in front of you all. So we'll be starting this day. Thank you. ਸੋ ਅੱਜ ਦੀ ਅਗਰ ਆਪਾਂ ਟ੍ਰੇਨਿੰਗ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ MS Excel ਕੀ ਹੈ, ਉਸਦਾ ਬੇਸ ਕੀ ਹੈ, MS Excel ਕਦੋਂ ਆਇਆ, ਕਿਵੇਂ ਉਹਦੀ ਗਰੋਥ ਹੋਈ ਤੇ ਅੱਜ ਦਾ ਜੋ MS Excel ਹੈ ਉਹ ਕਿਸ ਦੀ ਬਦੌਲਤ ਹੈ। ਉਸ ਤੋਂ ਬਾਅਦ ਆਪਾਂ ਉਸਦੀ ਪ੍ਰੈਕਟੀਕਲ ਟ੍ਰੇਨਿੰਗ, ਕੁਝ ਉਸਦੇ ਐਡਵਾਂਸ ਕਨਸੈਪਟਸ ਐਂਡ ਕੁਝ ਇੰਪੋਰਟੈਂਟ ਸ਼ਾਰਟਕਟ ਜੋ ਆਪਣੇ ਡੇਲੀ ਡੇ ਟੂ ਡੇ ਲਾਈਫ ਦੇ ਵਿੱਚ ਇੰਪੋਰਟੈਂਟ ਨੇ ਉਹਦੇ ਬਾਰੇ ਡਿਸਕਸ ਕਰਾਂਗੇ ਐਂਡ ਦੈਨ ਵਿਲ ਐਂਡ ਦਾ ਸੈਸ਼ਨ। ਅਗਰ ਆਪਾਂ MS Excel ਦੀ ਗੱਲ ਕਰਦੇ ਹਾਂ ਤਾਂ MS Excel ਕੀ ਹੈ ਔਰ ਉਹ ਜੋ ਅੱਜ ਆਪਾਂ ਨੂੰ ਵਰਜ਼ਨ ਅਵੇਲੇਬਲ ਹੈ ਉਸਦੀ ਹਿਸਟਰੀ ਕੀ ਹੈ। MS Excel 1987 ਦੇ ਵਿੱਚ ਜੋ ਇਹਦਾ ਬੇਸਿਕ ਵਰਜ਼ਨ ਸੀਗਾ ਉਹ ਆਇਆ, ਜਿਹਦੇ ਵਿੱਚ ਬਹੁਤ ਹੀ ਬੇਸਿਕ ਚੀਜ਼ਾਂ ਸੀ ਤੇ ਸਿਰਫ 4 ਮੈਕਰੋਸ ਦੇ ਨਾਲ ਕੰਮ ਕਰਦਾ ਸੀ। ਉਸ ਤੋਂ ਬਾਅਦ ਟੈਕਨੋਲੋਜੀ ਦੀ ਐਡਵਾਂਸਮੈਂਟ ਦੇ ਨਾਲ ਆਪਣੇ ਕੋਲੇ ਬਹੁਤ ਸਾਰੇ ਐਡਵਾਂਸਡ ਫੀਚਰ ਆਉਂਦੇ ਗਏ ਔਰ ਇਹਦਾ ਜੋ ਸਭ ਤੋਂ ਫਸਟ ਸਟੇਬਲ ਵਰਜ਼ਨ ਸੀਗਾ ਉਹ MS 97 ਦੇ ਨਾਲ ਜਾਣਿਆ ਜਾਂਦਾ ਹੈ। ਮੋਸਟ ਆਫ ਅਸ ਆਪਾਂ ਜ਼ਿਆਦਾਤਰ ਬੰਦਿਆਂ ਨੇ ਉਸਨੂੰ ਯੂਜ਼ ਵੀ ਕੀਤਾ ਹੋਏਗਾ, ਠੀਕ ਹੈ। 97 ਔਰ ਅਗਰ ਆਪਾਂ ਮਾਈਕਰੋਸਾਫਟ ਐਕਸਲ 2003 ਦੀ ਗੱਲ ਕਰਦੇ ਹਾਂ ਤਾਂ ਹਜੇ ਵੀ ਬਹੁਤ ਸਾਰੇ ਸਿਸਟਮਸ ਦੇ ਉੱਤੇ ਆਪਾਂ ਇਸ ਨੂੰ ਯੂਜ਼ ਕਰਦੇ ਹਾਂ। ਇਹਦੇ ਵਿੱਚ ਸਭ ਤੋਂ ਜੋ ਡਰਾਬੈਕ ਸੀ, ਇਹਦੇ ਵਿੱਚ ਜੋ ਫਾਰਮੂਲਾ ਸੀਗੇ ਉਹ ਬਹੁਤ ਲਿਮਿਟਿਡ ਸੀ ਆਪਣੇ ਕੋਲ। ਅਲੋਂਗ ਵਿਦ ਦਿਸ ਅਗਰ ਆਪਾਂ ਇਸ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਆਪਣੇ ਕੋਲੇ ਜੋ ਕੰਪੈਟੇਬਿਲਿਟੀ ਹੈ ਉਸ ਦੇ ਵਿੱਚ 65,536 ਰੋਜ਼ ਹੀ ਅਵੇਲੇਬਲ ਸੀ ਐਂਡ 256 ਕਾਲਮਸ ਦੇ ਨਾਲ ਆਪਾਂ ਕੰਮ ਕਰ ਸਕਦੇ ਸੀ। 2003 ਤੋਂ ਬਾਅਦ ਜੋ ਇਸ ਦੀ ਫਰਦਰ ਡਿਵੈਲਪਮੈਂਟ ਔਰ 2007 ਦੇ ਵਿੱਚ ਜੋ ਆਪਣੇ ਕੋਲੇ MS Excel ਦਾ ਵਰਜ਼ਨ ਆਇਆ ਉਸ ਦੇ ਵਿੱਚ ਬਹੁਤ ਮੇਜਰ ਇੰਪਰੂਵਮੈਂਟ ਸੀ। ਜਿੱਥੇ ਆਪਣੇ ਕੋਲੇ ਪਹਿਲਾਂ ਸਿਰਫ 65,000 ਰੋ ਸੀ, 2007 ਐਕਸਲ ਦੇ ਵਿੱਚ ਆਪਣੇ ਕੋਲੇ ਇਹ ਇਨਕਰੀਜ਼ ਹੋ ਕੇ 10,48,000 ਦੇ ਕਰੀਬ 10,48,576 ਰੋਜ਼ ਹੋ ਗਈਆਂ ਤੇ ਜਿੱਥੇ ਪਹਿਲਾਂ ਆਪਣੇ ਕੋਲੇ ਸਿਰਫ 256 ਕਾਲਮਸ ਤੱਕ ਦੀ ਕੰਪੈਟੇਬਿਲਿਟੀ ਸੀ ਉਹ ਆਪਣੇ ਕੋਲੇ 16,384 ਕਾਲਮਸ ਤੱਕ ਦੀ ਕੰਪੈਟੇਬਿਲਿਟੀ ਮਿਲੀ। ਅਗਰ ਆਪਾਂ ਅੱਜ ਦੀ ਡੇਟ ਦੇ ਵਿੱਚ ਗੱਲ ਕਰਦੇ ਹਾਂ ਤਾਂ ਮਾਈਕਰੋਸਾਫਟ ਨੇ 2007 ਤੱਕ ਦੀ ਜੋ ਆਫੀਸ਼ੀਅਲ ਸਪੋਰਟ ਹੈ ਉਹ ਬੰਦ ਕਰ ਦਿੱਤੀ ਹੈ। ਉਸਨੇ ਆਪਣੇ ਇਹ ਵਾਲੇ ਵਰਜ਼ਨਸ ਡਿਸਕੰਟੀਨਿਊ ਕਰ ਦਿੱਤੇ ਨੇ। ਉਹਦਾ ਜੋ ਅੱਜ ਦੀ ਡੇਟ ਦੇ ਵਿੱਚ 2010 ਵਾਲਾ ਵਰਜ਼ਨ ਹੈ ਉਸਦੀ ਡਾਇਨਾਮਿਕ ਸਪੋਰਟ ਅਵੇਲੇਬਲ ਹੈ ਐਂਡ ਅਗਰ ਜਿਸ ਨੂੰ ਮਾਈਕਰੋਸਾਫਟ ਓਪਨਲੀ ਪਬਲਿਸ਼ ਕਰ ਰਿਹਾ ਹੈ ਉਹ ਹੈ MS Excel 2016। ਅੱਜ ਦਾ ਜੋ MS Excel ਹੈ ਇਸ ਦੇ ਵਿੱਚ ਆਪਾਂ ਨੂੰ ਬਹੁਤ ਵਿਜ਼ੂਅਲ ਕੰਪੈਟੇਬਿਲਿਟੀਜ਼ ਮਿਲ ਗਈਆਂ, ਮੈਥਮੈਟਿਕਲ ਫੰਕਸ਼ਨਸ ਮਿਲ ਗਏ ਔਰ ਬਹੁਤ ਜ਼ਿਆਦਾ ਐਡਵਾਂਸਡ ਵਰਜ਼ਨ ਹੈ, ਠੀਕ ਹੈ। ਤਾਂ ਇਹ ਇੱਕ ਹਿਸਟਰੀ ਹੈ MS Excel ਦੀ ਕਿ MS Excel ਇਵੋਲਵ ਕਿਵੇਂ ਹੋਇਆ। ਅੱਜ ਆਪਾਂ ਜੋ ਐਕਸਲ ਦੇਖ ਰਹੇ ਹਾਂ ਉਹ ਕੀ ਹੈ। ਜੋ ਅਗਰ ਅੱਜ ਆਪਾਂ MS Excel ਨੂੰ ਓਪਨ ਕਰਦੇ ਹਾਂ ਤਾਂ ਉਸਦੀ ਇਹ ਇੱਕ ਬੇਸਿਕ ਸਕਰੀਨ ਹੈ। ਇਹ ਸਕਰੀਨ ਜਦੋਂ ਹੀ ਆਪਾਂ MS Excel ਓਪਨ ਕਰਾਂਗੇ ਸਭ ਤੋਂ ਫਸਟ ਸਕਰੀਨ ਆਉਂਦੀ ਹੈ। ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਜੋ ਇਹ ਵਾਲਾ ਕਾਲਮ ਹੈ ਉੱਪਰ ਵਾਲਾ, ਇਸ ਨੂੰ ਆਪਾਂ ਇੱਕ ਰਿਬਨ ਕਹਿੰਦੇ ਹਾਂ। ਰਿਬਨ ਇਨ ਦਾ ਸੈਂਸ ਕਿ ਇਹ ਇੱਕ ਗਰੁੱਪ ਆਫ ਕੰਟੈਂਟ ਹੈ ਜਿਸ ਨੂੰ ਇੱਕ ਰਿਬਨ ਕਿਹਾ ਜਾਂਦਾ ਹੈ। ਰਿਬਨ ਦੇ ਵਿੱਚ ਆਪਣੇ ਕੋਲੇ 7 ਟੈਬਸ ਹੈ। ਟੈਬ 1 is home tab, tab 2 insert, tab 3 page layout, tab 4 page formulas, data, review and view। ਇਹ ਆਪਣੇ ਕੋਲੇ ਜਿੰਨੀਆਂ ਵੀ ਚੀਜ਼ਾਂ ਨੇ ਇਹਨਾਂ ਨੂੰ ਆਪਾਂ ਟੈਬਸ ਕਹਿੰਦੇ ਆ, ਓਕੇ। ਉਸ ਤੋਂ ਬਾਅਦ ABCDE ਜਿੰਨੀਆਂ ਵੀ ਇਹ ਚੀਜ਼ਾਂ ਨੇ ਇਸ ਨੂੰ ਆਪਾਂ ਕਾਲਮਸ ਕਹਿੰਦੇ ਆ। ਇਹਨਾਂ ਨੂੰ ਕਾਲਮ ਦਾ ਨੰਬਰ ਕਿਹਾ ਜਾਂਦਾ ਹੈ, A ਕਾਲਮ, B ਕਾਲਮ, C ਕਾਲਮ, D ਕਾਲਮ। 1 2 3 ਇਹਨਾਂ ਨੂੰ ਆਪਾਂ ਕਹਿੰਦੇ ਆ ਰੋ ਹੈਡਰ, ਇਹ ਆਪਣੇ ਰੋਜ਼ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ A1 ਹੈ ਇਸ ਨੂੰ ਆਪਾਂ ਨੇਮ ਬਾਕਸ ਕਹਿੰਦੇ ਆ। ਇਹ ਕਿਸ ਤਰ੍ਹਾਂ ਡਿਪਿਕਟ ਕਰਦਾ ਹੈ, A1 ਮੀਨਸ ਤੁਸੀਂ A ਕਾਲਮ ਦੇ ਵਿੱਚ ਹੋ ਐਂਡ ਰੋ ਨੰਬਰ 1 ਦੇ ਵਿੱਚ ਹੋ। ਤੁਸੀਂ ਜਿੱਥੇ ਵੀ ਜਾਓਗੇ ਉੱਥੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਤੁਸੀਂ ਇਸ ਟਾਈਮ ਦੇ ਉੱਪਰ ਕਿਸ ਕਾਲਮ ਜਾਂ ਕਿਸ ਰੋ ਦੇ ਵਿੱਚ ਕੰਮ ਕਰ ਰਹੇ ਹੋ। FX ਨੂੰ ਫਾਰਮੂਲਾ ਕਿਹਾ ਜਾਂਦਾ ਹੈ ਐਕਸਲ ਦੇ ਵਿੱਚ। ਸੋ ਇਹ ਵਾਲੀ ਜੋ ਟੈਬ ਹੈ ਇਹ ਆਪਣੀ ਫਾਰਮੂਲਾ ਟੈਬ ਹੈ। ਇਸ ਦੇ ਵਿੱਚ ਆਪਾਂ ਜੋ ਵੀ ਕਰਾਂਗੇ
ਉਹ ਫਾਰਮੂਲਾ ਜਾਂ ਆਪਾਂ ਜੋ ਵੀ ਟਾਈਪ ਕਰਨਾ ਇਹਨੂੰ ਫਾਰਮੂਲਾ ਬਾਰ ਕਹਿੰਦੇ ਨੇ। ਇਹਦੇ ਚ ਆਪਾਂ ਜੋ ਵੀ ਫਾਰਮੂਲਾ ਲਗਾਵਾਂਗੇ ਉਹ ਫਾਰਮੂਲਾ ਚੱਲੇਗਾ। ਐਕਸਲ ਦੇ ਵਿੱਚ ਆਪਣੇ ਕੋਲੇ ਜ਼ਰੂਰੀ ਨਹੀਂ ਹੈ ਕਿ ਜੋ ਆਪਾਂ ਸਿਰਫ ਦੇਖ ਰਹੇ ਹਾਂ ਆਪਾਂ ਇਹਦੇ ਵਿੱਚ ਹੀ ਕੰਮ ਕਰ ਸਕਦੇ ਹਾਂ। ਆਪਣੇ ਕੋਲੇ ਕਈ ਤਰ੍ਹਾਂ ਦੇ ਟੈਬਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਵਰਕਸ਼ੀਟਸ ਵੀ ਕਹਿੰਦੇ ਹਾਂ। ਵਰਕਸ਼ੀਟ ਨੰਬਰ 1, ਵਰਕਸ਼ੀਟ ਨੰਬਰ 2। ਕਈ ਵਾਰ ਆਪਣੇ ਕੋਲੇ ਡਾਟਾ ਬਹੁਤ ਜ਼ਿਆਦਾ ਐਗਜ਼ੌਸਟਿਵ ਹੁੰਦਾ ਹੈ, ਲੈਂਥੀ ਡਾਟਾ ਹੁੰਦਾ, ਤਾਂ ਆਪਾਂ ਮਲਟੀਪਲ ਵਰਕਸ਼ੀਟਸ ਨੂੰ ਇਸ ਤਰ੍ਹਾਂ ਬਣਾ ਸਕਦੇ ਹਾਂ, ਜਿਵੇਂ ਇੰਟਰੋਡਕਸ਼ਨ, ਬੇਸਿਕ, ਐਡਵਾਂਸਡ, ਸ਼ਾਰਟਕਟਸ। ਇਸ ਤੋਂ ਬਾਅਦ ਅਗਰ ਤੁਹਾਡੇ ਕੋਲੇ ਕੁਝ ਹੋਰ ਵੀ ਹੈ ਤਾਂ ਤੁਸੀਂ ਇਸ ਵਾਲੇ ਕੀ ਤੇ ਅਗਰ ਪ੍ਰੈਸ ਕਰੋਗੇ ਤਾਂ ਤੁਹਾਡੀ ਇੱਕ ਨਵੀਂ ਵਰਕਸ਼ੀਟ ਆ ਜਾਏਗੀ। ਉਸ ਵਰਕਸ਼ੀਟ ਦੇ ਵਿੱਚ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਸਕਰੋਲ ਬਾਰ ਹੈ, ਠੀਕ ਹੈ, ਇਹ ਤੁਹਾਡੇ ਕਾਲਮਸ ਨੂੰ ਸਕਰੋਲ ਕਰੇਗੀ ਐਂਡ ਕਰਸਪੋਂਡਿੰਗਲੀ ਅਗਰ ਤੁਸੀਂ ਰੋਜ਼ ਨੂੰ ਸਕਰੋਲ ਕਰਨਾ ਤਾਂ ਦੂਸਰੀ ਸਕਰੋਲ ਬਾਰ ਯੂਜ਼ ਕਰ ਸਕਦੇ ਹੋ। ਇਹ ਵਾਲਾ ਜਿੰਨਾ ਵੀ ਏਰੀਆ ਹੈ ਓਵਰਆਲ ਇਸ ਨੂੰ ਆਪਾਂ ਵਰਕਸ਼ੀਟ ਏਰੀਆ ਕਹਿੰਦੇ ਆ, ਜਿੱਥੇ ਆਪਾਂ ਓਵਰਆਲ ਕੰਮ ਕਰਨਾ ਹੁੰਦਾ। ਤੋ ਇਹਦੀ ਇੱਕ ਬੇਸਿਕ ਨੌਲੇਜ ਹੈ ਕਿ ਇਹ ਕੀ ਚੀਜ਼ ਹੈ, ਕਿਵੇਂ ਦਿਖਦਾ ਹੈ। ਇਸ ਨੂੰ ਆਪਾਂ ਪ੍ਰੈਕਟੀਕਲੀ ਹੁਣ ਐਕਸਪੀਰੀਅੰਸ ਕਰਾਂਗੇ, ਠੀਕ ਹੈ। ਇਸ ਨੂੰ ਪ੍ਰੈਕਟੀਕਲ ਦੇਖਾਂਗੇ ਕਿ ਕਿਸ ਤਰ੍ਹਾਂ ਕੀ ਚੀਜ਼ ਦਿਖ ਰਹੀ ਹੈ ਜਾਂ ਕਿਸ ਤਰ੍ਹਾਂ ਹੁੰਦੀ ਹੈ। ਮੈਂ ਤੁਹਾਨੂੰ ਐਕਸਲ ਦੀ ਤਰਫ ਲੈ ਕੇ ਜਾ ਰਿਹਾ। ਹੁਣ ਫॉर ਐਗਜ਼ਾਮਪਲ ਆਪਾਂ MS ਐਕਸਲ ਓਪਨ ਕੀਤਾ, ਉਸ ਨੂੰ ਓਪਨ ਕਰਨ ਦੇ ਲਈ ਆਪਾਂ ਸਭ ਤੋਂ ਪਹਿਲਾਂ ਇਸ ਸਕਰੀਨ ਤੇ ਆਏ। ਆਪਾਂ ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਜੋ ਆਪਣੀ ਹੋਮ ਟੈਬ ਹੈ ਉਸ ਦੇ ਨਾਲ ਕੰਮ ਕਰਾਂਗੇ। ਉਸ ਦੇ ਅੰਦਰ ਜਿੰਨੇ ਵੀ ਡਿਫਰੈਂਟ ਆਪਸ਼ਨਸ ਆਪਣੇ ਕੋਲ ਅਵੇਲੇਬਲ ਨੇ ਆਪਾਂ ਉਸ ਦੇ ਨਾਲ ਵਾਕਫ ਹੋਵਾਂਗੇ ਕਿ ਉਹਨਾਂ ਨੂੰ ਕਿਵੇਂ ਕੰਮ ਕਰਦੇ। ਤਾਂ ਫॉर ਐਗਜ਼ਾਮਪਲ ਮੈंने ਲਿਖਿਆ ਹੈ ਹੈਲੋ एवरीवन। ਇਹ ਇੱਕ ਅਗਰ ਤੁਸੀਂ ਦੇਖੋਗੇ ਇਸ ਦੇ ਵਿੱਚ ਕੋਈ ਵੀ ਆਪਸ਼ਨ ਜਾਂ ਕੋਈ ਵੀ ਮੈंने ਫਾਰਮੈਟਿੰਗ ਸਿਲੈਕਟ ਨਹੀਂ ਕੀਤੀ। ਇੱਕ ਬੇਸਿਕ ਚੀਜ਼ ਹੈ ਜੋ मैंने ਲਿਖੀ ਹੈ, ਕੈਲਬਰੀ 11 ਇਹਦਾ ਡਿਫਾਲਟ ਫੌਂਟ ਹੈ ਜਿਸ ਦੇ ਵਿੱਚ ਤੁਸੀਂ ਕੁਝ ਵੀ ਲਿਖਿਆ। ਹੁਣ ਅਗਰ ਆਪਾਂ ਇਸ ਨੂੰ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਆਪਾਂ ਇਸ ਨੂੰ ਫਾਰਮੈਟ ਕਿਸ ਤਰ੍ਹਾਂ ਕਰ ਸਕਦੇ ਹਾਂ ਜੋ ਵੀ ਲਿਖਿਆ। ਫਾਰਮੈਟਿੰਗ ਦੇ ਲਈ ਆਪਾਂ ਇਸ ਨੂੰ ਬੋਲਡ ਕਰ ਲਿਆ ਤਾਂ ਇਹਦੇ ਜੋ ਅਲਫਾਬੈਟਸ ਹੈ ਉਹਨਾਂ ਦੇ ਕੰਟੈਂਟ ਦੇ ਵਿੱਚ ਇੱਕ ਵੇਟੇਜ ਆਏਗੀ ਔਰ ਉਹ ਬੋਲਡ ਦਿਖਣਗੇ ਤੁਹਾਨੂੰ। ਅਗਰ ਤੁਸੀਂ ਇਸ ਨੂੰ ਇਟੈਲਿਕ ਕਰਨਾ ਚਾਹੁੰਦੇ ਹੋ ਤਾਂ ਥੋੜਾ ਜਿਹਾ ਟਿਲਟ ਹੋ ਜਾਏਗਾ। ਅਗਰ ਤੁਸੀਂ ਇਸ ਨੂੰ ਅੰਡਰਲਾਈਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਅੰਡਰਲਾਈਨ ਵੀ ਕਰ ਸਕਦੇ ਹੋ। ਤੁਸੀਂ ਇਸ ਦੇ ਵਿੱਚੋਂ ਲੈਟਸ ਸੇ ਬੋਲਡ ਅੰਡਰਲਾਈਨ ਕਰਨਾ ਹੈ, ਅਗਰ ਤੁਸੀਂ ਬੋਲਡ ਹਟਾਣਾ ਹੈ, ਕੱਲਾ ਅੰਡਰਲਾਈਨ ਕਰਨਾ ਹੈ ਤਾਂ ਕੱਲਾ ਅੰਡਰਲਾਈਨ ਵੀ ਕਰ ਸਕਦੇ ਹੋ। ਸੋ ਇਹ ਤਿੰਨ ਆਪਸ਼ਨਸ ਆਪਣੇ ਕੋਲੇ ਫਾਰਮੈਟਿੰਗ ਦੀਆਂ ਨੇ। ਉਸ ਤੋਂ ਬਾਅਦ ਲੈਟਸ ਸੇ ਆਪਾਂ ਇਸ ਨੂੰ ਇਸ ਤਰ੍ਹਾਂ ਲਿਖਿਆ ਇਹਨੂੰ, ਲੇਕਿਨ ਆਪਾਂ ਬਾਰਡਰ ਬਣਾਉਣਾ ਚਾਹੁੰਦੇ ਹਾਂ, ਆਪਾਂ ਇੱਕ ਮਲਟੀਪਲ ਸੈਲਸ ਦੇ ਵਿੱਚ ਕੰਮ ਕਰਨਾ। ਤਾਂ ਅਗਰ ਤੁਸੀਂ ਇਸ ਤੇ ਕਲਿੱਕ ਕਰਦੇ ਹੋ ਇਹਦੇ ਵਿੱਚ ਅਲੱਗ-ਅਲੱਗ ਬਾਰਡਰਸ ਦੀਆਂ ਆਪਸ਼ਨ ਆ ਜਾਂਦੀਆਂ ਨੇ। बॉटम ਤੇ ਰੱਖਣਾ ਹੈ, टॉप बॉर्डर करना है, लेफ्ट बॉर्डर करना है, राइट बॉर्डर करना है। अगर राइट बॉर्डर करोगे तो इस तरफ आ जाएगा। कंप्लीट ऑल बॉर्डर करोगे तो ਇਹਦਾ ਚਾਰੋਂ ਤਰਫ ਬਾਰਡਰ ਬਣ ਕੇ ਆ ਜਾਏਗਾ। ਠੀਕ ਹੈ, ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਸ ਦਾ ਬਾਰਡਰ ਕਰ ਸਕਦੇ ਹੋ। ਉਸ ਤੋਂ ਬਾਅਦ ਅਗਰ ਤੁਸੀਂ ਇਸ ਦਾ ਫੌਂਟ ਸਾਈਜ਼ ਬੜਾ ਜਾਂ ਛੋਟਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦਾ ਸਾਈਜ਼ ਬੜਾ ਜਾਂ ਛੋਟਾ ਕਰ ਸਕਦੇ ਹੋ ਐਜ਼ ਪਰ ਯੂਰ ਰਿਕੁਆਇਰਮੈਂਟ ਕਿ ਤੁਸੀਂ ਇਸ ਨੂੰ ਕਿੰਨਾ ਰੱਖਣਾ ਚਾਹੁੰਦੇ ਹੋ। ਠੀਕ ਹੈ, ਅਗਰ ਤੁਸੀਂ ਸਲਾਈਡ ਕਰਕੇ ਵੈਸੇ ਦੇਖਣਾ ਚਾਹੁੰਦੇ ਹੋ ਕਿ ਕਿੰਨਾ ਮੇਰੀ ਵਿਜ਼ਿਬਿਲਿਟੀ ਬਣਨਾ ਚਾਹ ਰਹੀ ਹੈ ਤਾਂ ਤੁਸੀਂ ਇਹਨਾਂ ਦੋ ਕੀਜ਼ ਨੂੰ ਵੀ ਯੂਜ਼ ਕਰ ਸਕਦੇ ਹੋ, ਇਨਕਰੀਜ਼ ਫੌਂਟ ਐਂਡ ਡਿਕਰੀਜ਼ ਫੌਂਟ ਸਾਈਜ਼। ਅਗਰ ਤੁਸੀਂ ਇਸ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਗ੍ਰੈਜੂਅਲੀ ਪਤਾ ਚੱਲਦਾ ਰਹੇਗਾ ਕਿ ਮੇਰਾ ਫੌਂਟ ਸਾਈਜ਼ ਕਿੰਨਾ ਹੈ ਔਰ मैंने ਉਸ ਨੂੰ ਕਿੰਨਾ ਰੱਖਣਾ ਹੈ। ਠੀਕ ਹੈ, ਔਰ ਅਗਰ ਇਹ ਡਿਫਾਲਟ ਫੌਂਟ ਹੈ ਜਿਸ ਨੂੰ ਆਪਾਂ ਕੈਲੀਬਰੀ ਫੌਂਟ ਕਹਿੰਦੇ ਹਾਂ। ਅਗਰ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਕੋਈ ਹੋਰ ਅਟਰੈਕਟਿਵ ਫੌਂਟ ਯੂਜ਼ ਕਰਨਾ ਹੈ ਤਾਂ ਐਕਸਲ ਦੇ ਵਿੱਚ ਆਪਣੇ ਕੋਲੇ ਬਹੁਤ ਤਰ੍ਹਾਂ ਦੇ ਫੌਂਟਸ ਅਵੇਲੇਬਲ ਹੈ। ਫੌਂਟ ਇੱਕ ਤਰ੍ਹਾਂ ਨਾਲ ਜੋ ਆਪਾਂ ਲਿਖਦੇ ਹਾਂ ਉਸਦੀ ਰਾਈਟਿੰਗ ਦਾ ਸਟਾਈਲ ਕਹਿ ਸਕਦੇ ਹਾਂ। ਠੀਕ ਹੈ, ਤਾਂ ਤੁਸੀਂ ਆਪਣੇ ਹਿਸਾਬ ਨਾਲ ਇਸ ਦਾ ਜੋ ਵੀ ਫੌਂਟ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਉਸਦਾ ਉਹ ਵਾਲਾ ਫੌਂਟ ਰੱਖ ਸਕਦੇ ਹੋ। ਠੀਕ ਹੈ ਜੀ, ਉਸ ਤੋਂ ਬਾਅਦ ਲੈਟਸ ਸੇ ਤੁਸੀਂ ਇੱਕ ਕਾਲਮ ਦੇ ਵਿੱਚ ਕੁਝ ਵੀ ਲਿਖ ਲਿਆ। ਹੁਣ ਤੁਸੀਂ ਉਸ ਨੂੰ
ਫਰਦਰ ਹੋਰ ਅਟਰੈਕਟਿਵ ਕਰਨਾ ਹੈ, ਹੈਲੋ एवरीवन ਨੂੰ ਤੁਸੀਂ ਹੋਰ ਅਟਰੈਕਟਿਵ ਕਰਨਾ ਹੈ, ਤਾਂ ਇਸ ਦੀ ਬੈਕਗਰਾਉਂਡ ਦੇ ਉੱਪਰ ਤੁਸੀਂ ਅਗਰ ਕੋਈ ਕਲਰ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਪਿੱਛੇ ਕੋਈ ਵੀ ਕਲਰ ਲਗਾ ਸਕਦੇ ਹੋ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ, ਆਪਣੀ ਜੋ ਵੀ ਤੁਸੀਂ ਕੰਮ ਕਰਨਾ ਉਸ ਦੇ ਹਿਸਾਬ ਨਾਲ। ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਜਿਹੜੇ ਆਪਾਂ ਜੋ ਵੀ ਕੰਟੈਂਟ ਲਿਖਿਆ ਹੈ ਇਸ ਨੂੰ ਕਲਰ ਕਰਨਾ ਹੈ, ਇੱਕ ਹੋ ਗਿਆ ਬੈਕਗਰਾਉਂਡ ਕਲਰ ਜਿਸ ਨੂੰ ਆਪਾਂ ਕਹਿੰਦੇ ਆ ਸੈਲ ਕਲਰ, ਇੱਕ ਹੁੰਦਾ ਤੁਹਾਡਾ ਫੌਂਟ ਕਲਰ। ਅਗਰ ਤੁਸੀਂ ਫੌਂਟ ਨੂੰ ਕਲਰ ਕਰਨਾ ਹੈ ਤਾਂ ਤੁਸੀਂ ਫੌਂਟ ਦਾ ਕਲਰ ਸਿਲੈਕਟ ਕਰਕੇ ਜੋ ਵੀ ਤੁਸੀਂ ਫੌਂਟ ਦਾ ਕਲਰ ਰੱਖਣਾ ਚਾਹੁੰਦੇ ਹੋ ਤੁਸੀਂ ਉਹ ਫੌਂਟ ਦਾ ਕਲਰ ਰੱਖ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣਾ ਜੋ ਵੀ ਲਿਖ ਰਹੇ ਹੋ ਉਸ ਨੂੰ ਅਟਰੈਕਟਿਵ ਬਣਾ ਸਕਦੇ ਹੋ। ਤਾਂ ਇਹ ਅਗਰ ਆਪਾਂ ਦੇਖਦੇ ਹਾਂ ਤਾਂ ਆਪਣਾ ਫੌਂਟ ਸੈਕਸ਼ਨ ਇਹਦੇ ਨਾਲ ਕਵਰ ਹੁੰਦਾ ਹੈ ਕਿ ਫੌਂਟ ਦੇ ਵਿੱਚ ਆਪਾਂ ਕੀ ਕੀ ਕਰ ਸਕਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਲੈਟਸ ਸੇ ਮੈंने ਆ ਚੀਜ਼ ਲਿਖ ਲਈ, ਮੇਰੇ ਕੋਲ ਇਸ ਤਰ੍ਹਾਂ ਦਾ ਕਈ ਚੀਜ਼ਾਂ ਲਿਖੀਆਂ ਹੋਈਆਂ ਨੇ, ਮੈਂ ਚਾਹੁੰਦਾ ਕਿ ਮੈਂ ਇਹ ਸੇਮ ਫਾਰਮੈਟ ਕਾਪੀ ਕਰ ਲਾਂ, ਜਾਂ ਤਾਂ ਮੈਂ ਜੋ ਇਸ ਦਾ ਫੌਂਟ ਹੈ ਇਸ ਨੂੰ ਇਸ ਤੇ ਅਪਲਾਈ ਕਰਾਂ, ਫਿਰ ਇਸ ਦਾ ਜੋ ਸਾਈਜ਼ ਹੈ ਉਹ ਸਾਰਾ ਇਹਦੇ ਤੇ ਅਪਲਾਈ ਕਰਾਂ, ਫਿਰ ਇਹਦੀ ਬੈਕਗਰਾਉਂਡ ਦੇ ਵਿੱਚ ਕਲਰ ਕਰਾਂ, ਇਸ ਦਾ ਫੌਂਟ ਕਲਰ ਕਰਾਂ, ਜਾਂ ਇਹਦਾ ਮੇਰੇ ਕੋਲ ਇੱਕ ਆਪਸ਼ਨ ਹੈ ਫਾਰਮੈਟ ਪੇਂਟਰ। ਫਾਰਮੈਟ ਪੇਂਟਰ ਕੀ ਕਰਦਾ, ਸੋਰਸ ਜੋ ਵੀ ਆਪਣਾ ਸੋਰਸ ਸੈੱਲ ਹੈ ਉੱਥੋਂ ਉਸਦਾ ਫਾਰਮੈਟ ਕਾਪੀ ਕਰੇਗਾ ਤੇ ਜਿੱਥੇ ਤੁਸੀਂ ਕਲਿੱਕ ਕਰੋਗੇ ਉੱਥੇ ਉਸ ਨੂੰ ਪੇਸਟ ਕਰ ਦੇਗਾ। ਇਹ ਕਿਸ ਤਰ੍ਹਾਂ ਕੰਮ ਕਰਦਾ ਹੈ, मैंने ਇਹ ਵਾਲਾ ਜੋ ਸੈੱਲ ਹੈ, ਠੀਕ ਹੈ ਜੀ, ਇਸ ਨੂੰ ਇੱਥੇ ਪੇਸਟ ਕਰਨਾ ਹੈ ਤਾਂ ਮੈਂ ਕੀ ਕਰੂੰਗਾ, ਇਸ ਨੂੰ ਸਿਲੈਕਟ ਕਰੂੰਗਾ, ਫਾਰਮੈਟ ਪੇਂਟਰ ਦੇ ਉੱਪਰ ਜਾ ਕੇ ਕਲਿੱਕ ਕਰੂੰਗਾ ਤਾਂ ਇਹ ਮੈਨੂੰ ਇਸ ਤਰ੍ਹਾਂ ਦਿਖਣ ਲੱਗ ਜਾਏਗਾ ਔਰ ਮੇਰੇ ਆਈਕਨ ਦੇ ਨਾਲ ਇੱਕ ਪੇਂਟ ਬ੍ਰਸ਼ ਦਿਖੇਗਾ। ਹੁਣ ਮੈਂ ਇਸ ਨੂੰ ਜਿੱਥੇ ਜਿੱਥੇ ਕਾਪੀ ਕਰੂੰਗਾ ਉੱਥੇ ਉੱਥੇ ਵਾਲਾ ਕਾਪੀ ਹੋ ਜਾਏਗਾ। मैंने ਇੱਥੇ ਕਲਿੱਕ ਕੀਤਾ ਤਾਂ ਮੇਰਾ ਪੂਰੇ ਦਾ ਪੂਰਾ ਸੈੱਲ ਉਸੇ ਤਰ੍ਹਾਂ ਦਿਖਣ ਲੱਗ ਗਿਆ ਜੋ ਮੇਰਾ ओरिजिनल ਫੌਂਟ ਸੀਗਾ। ਜਾਂ ਅਗਰ मैंने ਇਸ ਨੂੰ ਮੋਰ ਦੈਨ ਵਨ ਜਗ੍ਹਾ ਤੇ ਯੂਜ਼ ਕਰਨਾ ਹੈ ਤਾਂ ਮੈਂ ਜਿੱਥੇ ਜਿੱਥੇ ਇਸ ਨੂੰ ਡਰੈਗ ਕਰਦਾ ਜਾਊਂਗਾ ਉੱਥੇ ਉੱਥੇ ਮੇਰਾ ਇਹ ਵਾਲਾ ਫੌਂਟ ਮੈਨੂੰ ਦਿਖਦਾ ਰਹੇਗਾ। ਤਾਂ ਫਾਰਮੈਟ ਪੇਂਟਰ ਸੋਰਸ ਜਗ੍ਹਾ ਤੋਂ ਉਸ ਦੀ ਐਗਜ਼ੈਕਟ ਫਾਰਮੈਟਿੰਗ ਕਾਪੀ ਕਰਦਾ ਹੈ ਤੇ ਜਿੱਥੇ ਤੁਸੀਂ ਕਲਿੱਕ ਕਰੋਗੇ ਉੱਥੇ ਜਾ ਕੇ ਉਸ ਦੀ ਫਾਰਮੈਟਿੰਗ ਨੂੰ ਪੇਸਟ ਕਰ ਦੇਗਾ। ਉਸ ਤੋਂ ਬਾਅਦ ਅਗਰ ਤੁਸੀਂ ਕੋਈ ਚੀਜ਼ ਨੂੰ ਕਾਪੀ ਕਰਕੇ ਕਿਸੇ ਹੋਰ ਸੈੱਲ ਦੇ ਵਿੱਚ ਪੇਸਟ ਕਰਨਾ ਹੈ ਤਾਂ ਉਹ ਵਾਲੀ ਫਲੈਕਸੀਬਿਲਿਟੀ ਵੀ ਆਪਣੇ ਕੋਲ ਇਸ ਤਰ੍ਹਾਂ ਆ ਜਾਏਗੀ ਕਿ ਅਗਰ ਮੰਨ ਲਓ ਤੁਸੀਂ ਇਸ ਨੂੰ ਕਾਪੀ ਕਰ ਲਿਆ, ਉਸ ਤੋਂ ਬਾਅਦ ਤੁਸੀਂ ਇੱਥੇ ਪੇਸਟ ਕਰਨਾ ਹੈ, ਇੱਕ ਤਾਂ ਤੁਸੀਂ ਸਿੱਧਾ ਪੇਸਟ ਕਰ ਦਿਓ ਤਾਂ ਐਜ਼ ਇਟ ਇਜ਼ ਆ ਜਾਏਗਾ, ਲੇਕਿਨ ਆਪਣੇ ਕੋਲੇ ਪੇਸਟ ਕਰਨ ਦੇ ਕਈ ਆਪਸ਼ਨਸ ਹੁੰਦੇ ਨੇ। ਆਪਾਂ ਇਸ ਨੂੰ ਕਾਪੀ ਕੀਤਾ, ਜਦੋਂ ਆਪਾਂ ਇੱਥੇ ਪੇਸਟ ਕਰਾਂਗੇ ਤਾਂ ਆਪਾਂ ਪੇਜ ਦੇ ਨੀਚੇ ਜੋ ਐਰੋ ਬਣਿਆ ਇਹ ਆਪਾਂ ਨੂੰ ਮਲਟੀਪਲ ਆਪਸ਼ਨਸ ਦੇਗਾ। ਤਾਂ ਕੀ ਰਹੇਗਾ ਕਿ ਤੁਸੀਂ ਸਿੰਪਲ ਪੇਸਟ ਕਰਨਾ ਹੈ, ਤੁਸੀਂ ਇਸ ਦੇ ਅੰਦਰ ਜੋ ਲਿਖਿਆ ਹੈ ਉਹਦਾ ਜਿਹੜਾ ਰॉ ਫਾਰਮੈਟ ਹੈ ਜੋ ਮੈਂ ਤੁਹਾਨੂੰ ਦੱਸਿਆ ਸੀ ਕੈਲਬਰੀ 11 ਹੁੰਦਾ, ਸਿਰਫ ਉਹ ਪੇਸਟ ਕਰਨਾ ਹੈ, ਜਾਂ ਤੁਸੀਂ ਸੋਰਸ ਦੀ ਜੋ ਫਾਰਮੈਟਿੰਗ ਹੈ ਉਸ ਨੂੰ ਪੇਸਟ ਕਰਨਾ ਹੈ, ਜਾਂ ਤੁਸੀਂ ਵਿਦਆਊਟ ਬਾਰਡਰਸ ਕੰਟੈਂਟ ਤੁਹਾਡਾ ਸੇਮ ਰਹੇ ਲੇਕਿਨ ਤੁਸੀਂ ਬਾਰਡਰ ਨਹੀਂ ਚਾਹੁੰਦੇ, ਠੀਕ ਹੈ, ਉਸ ਨੂੰ ਪੇਸਟ ਕਰਨਾ ਹੈ। ਤਾਂ ਜਿਵੇਂ मैंने ਸਿਲੈਕਟ ਕੀਤਾ ਕਿ ਮੈਂ ਪੇਸਟ ਕਰਨਾ ਚਾਹੁੰਦਾ ਪਰ मैंने ਵਿਦਆਊਟ ਬਾਰਡਰ ਆਪਸ਼ਨ ਚੂਜ਼ ਕਰ ਲਈ, ਤਾਂ ਇਹ ਜੋ ਮੈਂ ਉੱਪਰ ਕਰੀ ਆਪਸ਼ਨ ਚੂਜ਼ ਕਰੂੰਗਾ ਉਹ ਵਾਲੀ ਆਪਸ਼ਨ ਇੱਥੇ ਪੇਸਟ ਹੋ ਜਾਏਗੀ। ਫਿਰ ਉਹ ਤਾਂ ਇਹ ਆਪਣੇ ਕੋਲ ਕਾਪੀ ਕੱਟ ਕਾਪੀ ਪੇਸਟ ਹੈ। ਜੇ ਤੁਸੀਂ ਕੱਟ ਕਰਦੇ ਹੋ, ਇੱਕ ਹੁੰਦਾ ਕਾਪੀ, ਇੱਕ ਹੁੰਦਾ ਕੱਟ। ਕੱਟ ਕੀ ਕਰਦਾ, ਇੱਕ ਜਗ੍ਹਾ ਤੋਂ ਤੁਹਾਡੀ ਜੋ ਵੈਲਿਊ ਹੈ ਉਸ ਨੂੰ ਕੱਟ ਕਰ ਦੇਗਾ, ਤੁਸੀਂ ਜਿੱਥੇ ਪੇਸਟ ਕਰੋਗੇ ਇਹ ਉੱਥੇ ਚਲਾ ਜਾਏਗਾ। ਕਾਪੀ ਦੇ ਨਾਲ ਕੀ ਹੈ ਕਿ ਜੋ ਤੁਹਾਡਾ ਸੋਰਸ ਜਿੱਥੇ ਤੁਸੀਂ ਜਿਸ ਨੂੰ ਕਾਪੀ ਕਰਨਾ ਚਾਹੁੰਦੇ ਹੋ ਜਾਂ ਜਿਸ ਨੂੰ ਮੂਵ ਕਰਨਾ ਚਾਹੁੰਦੇ ਹੋ ਕਿਤੇ ਹੋਰ, ਕਾਪੀ ਦੇ ਵਿੱਚ ਉਹ ਉੱਥੇ ਹੀ ਰਹੇਗਾ, ਜਿੱਥੇ ਤੁਸੀਂ ਪੇਸਟ ਕਰੋਗੇ ਉਹ ਉੱਥੇ ਚਲਾ ਜਾਏਗਾ। ਠੀਕ ਹੈ ਜੀ। ਕੱਟ ਕਾਪੀ ਪੇਸਟ ਐਂਡ ਫਾਰਮੈਟ ਪੇਂਟਰ ਇਸ ਤਰ੍ਹਾਂ ਕੰਮ ਕਰਦਾ। ਹੁਣ ਉਸ ਤੋਂ ਬਾਅਦ ਆਪਾਂ ਇਸ ਦੇ ਥਰਡ ਗਰੁੱਪ ਜੋ ਆਪਾਂ ਕੰਮ ਕਰ ਰਹੇ ਹਾਂ ਨਾ, ਜਿਵੇਂ ਕਲਿੱਪਬੋਰਡ ਹੈ, ਇਹ ਆਪਣਾ ਇੱਕ ਗਰੁੱਪ ਹੈ, ਹੋਮ ਆਪਣਾ ਟੈਬ ਹੋ ਗਿਆ ਐਂਡ ਕਲਿੱਪਬੋਰਡ ਆਪਣਾ ਇੱਕ ਗਰੁੱਪ ਹੋ ਗਿਆ। ਤਾਂ ਕਲਿੱਪਬੋਰਡ ਦੇ ਨਾਲ ਆਪਾਂ ਕਿਵੇਂ ਕੰਮ ਕਰਨਾ ਹੈ ਉਹ ਪਤਾ ਚੱਲ ਗਿਆ। ਆਪਾਂ ਅਲੱਗ-ਅਲੱਗ ਫੌਂਟ ਨੂੰ ਬਾਰਡਰ ਦਾ ਕੀ ਸਟਾਈਲ ਚੂਜ਼ ਕਰਨਾ ਹੈ, ਕਿਵੇਂ ਉਹਦਾ ਬੈਕਗਰਾਉਂਡ ਫਾਰਮੈਟਿੰਗ ਚੂਜ਼ ਕਰਨੀ ਹੈ, ਜਾਂ ਆਪਾਂ ਫੌਂਟ ਦਾ ਕਲਰ ਕਿਵੇਂ ਚੂਜ਼ ਕਰਨਾ ਹੈ, ਆਪਾਂ ਨੂੰ ਉਸ ਦੇ ਬਾਰੇ ਪਤਾ ਚੱਲ ਗਿਆ। ਹੁਣ ਉਸ ਤੋਂ ਬਾਅਦ ਆਪਾਂ ਆਉਂਦੇ ਹਾਂ ਅਲਾਈਨਮੈਂਟ ਤੇ। ਅਲਾਈਨਮੈਂਟ ਕੀ ਹੈ ਕਿ ਇੱਕ ਸੈੱਲ ਦੇ ਵਿੱਚ, ਇਸ ਨੂੰ ਐਕਟਿਵ ਸੈੱਲ ਕਹਿੰਦੇ ਆ ਆਪਾਂ, B7 ਮਤਲਬ ਆਪਾਂ B ਕਾਲਮ ਦੇ ਵਿੱਚ 7 ਨੰਬਰ ਰੋਜ਼ ਦੇ ਉੱਪਰ ਕੰਮ ਕਰ ਰਹੇ ਹਾਂ। ਹੁਣ ਅਗਰ ਆਪਾਂ ਇਸ ਦੀ ਫਾਰਮੈਟਿੰਗ ਕਰਨਾ ਚਾਹੁੰਦੇ ਹਾਂ, ਫਾਰਮੈਟਿੰਗ ਇਨ ਦਾ ਸੈਂਸ ਕਿ ਜਿਵੇਂ ਇਹ ਵਾਲੀ ਚੀਜ਼ ਹੈ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ। ਤੁਸੀਂ ਸੈੱਲ ਦੇ ਉੱਪਰ ਕਰਨਾ ਚਾਹੁੰਦੇ ਹੋ, ਸੈੱਲ ਦੇ ਮਿਡਲ ਦੇ ਵਿੱਚ ਡਾਟਾ ਲੈ ਕੇ ਆਉਣਾ ਚਾਹੁੰਦੇ ਹੋ, ਜਾਂ ਸੈੱਲ ਦੇ ਬਾਟਮ ਤੇ ਡਾਟਾ ਲੈ ਕੇ ਆਉਣਾ ਚਾਹੁੰਦੇ ਹੋ। ਇਹ ਤਾਂ ਹੋ ਗਿਆ ਤੁਹਾਡਾ ਰੋ ਵਾਈਜ਼ ਕਿ ਤੁਸੀਂ ਰੋ ਦੀ ਫਾਰਮੈਟਿੰਗ ਕਿਵੇਂ ਕਿਵੇਂ ਕਰਨੀ ਹੈ।
ਜਿਹੜੀ ਇਸ ਤੋਂ ਨੀਚੇ ਹੈ ਇਸ ਨੂੰ ਆਪਾਂ ਕਹਿੰਦੇ ਹਾਂ ਕਾਲਮ ਦੀ ਅਲਾਈਨਮੈਂਟ। ਕਾਲਮ ਅਲਾਈਨਮੈਂਟ ਮੀਨਸ ਅਗਰ ਤੁਸੀਂ ਇਸ ਨੂੰ ਇਦਾਂ ਚੂਜ਼ ਕਰੋਗੇ ਤਾਂ ਇਹ ਲੈਫਟ ਹੈਂਡ ਸਾਈਡ ਤੋਂ ਡਾਟਾ ਲਿਖਣਾ ਸ਼ੁਰੂ ਕਰੇਗਾ। ਅਗਰ ਤੁਸੀਂ ਸੈਂਟਰ ਤੇ ਕਲਿੱਕ ਕਰੋਗੇ ਤਾਂ ਇਹ ਡਾਟਾ ਬਿਲਕੁਲ ਸੈਂਟਰ 'ਚ ਆ ਜਾਏਗਾ ਐਂਡ ਅਗਰ ਤੁਸੀਂ ਇਹ ਵਾਲਾ ਕਲਿੱਕ ਕਰੋਗੇ ਤਾਂ ਇਹ ਰਾਈਟ ਹੈਂਡ ਸਾਈਡ ਤੋਂ ਡਾਟਾ ਲਿਖਣਾ ਸ਼ੁਰੂ ਕਰੇਗਾ। ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਤੁਸੀਂ ਇਸ ਦੇ ਵਿੱਚ ਚਾਹੁੰਦੇ ਹੋ ਕਿ ਹਾਂ ਤੁਹਾਡਾ ਡਾਟਾ ਲੈਟਸ ਸੇ ਲੈਫਟ ਤੋਂ ਸਟਾਰਟ ਕਰਦੇ ਹਾਂ ਆਪਾਂ ਕਿ ਡਾਟਾ ਨੂੰ ਆਪਾਂ ਜਿਹੜਾ ਸੈੱਲ ਹੈ ਉਹ ਸੈੱਲ ਦੇ ਬਿਲਕੁਲ ਸਟਾਰਟਿੰਗ ਤੋਂ ਨਹੀਂ ਸ਼ੁਰੂ ਕਰਨਾ, ਆਪਾਂ ਉਸ ਨੂੰ ਥੋੜਾ ਜਿਹਾ ਅੱਗੇ ਤੋਂ ਸ਼ੁਰੂ ਕਰਨਾ ਹੈ। ਆਪਾਂ ਉਸ ਨੂੰ ਕੀ ਕਹਿੰਦੇ, ਇਸ ਨੂੰ ਕਹਿੰਦੇ ਇੰਡੈਂਟ। ਇੰਡੈਂਟ ਦੇ ਨਾਲ ਜਦੋਂ ਆਪਾਂ ਇਦਾਂ ਕਰਾਂਗੇ ਇਹ ਥੋੜਾ ਜਿਹਾ ਉਧਰ ਮੂਵ ਹੋ ਜਾਏਗਾ ਲੇਕਿਨ ਰਹੇਗਾ ਲੈਫਟ। ਸੈਂਟਰ ਦੇ ਵਿੱਚ ਇਸ ਤਰ੍ਹਾਂ ਦਿਖੇਗਾ, ਰਾਈਟ ਦੇ ਵਿੱਚ ਇਸ ਤਰ੍ਹਾਂ ਦਿਖੇਗਾ, ਬਟ ਅਗਰ ਤੁਸੀਂ ਲੈਫਟ ਕਰੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਅਲੱਗ ਤੋਂ ਦਿਖੇਗਾ ਕਿ ਤੁਸੀਂ ਸੈੱਲ ਤੋਂ ਥੋੜਾ ਜਿਹਾ ਸਾਈਡ ਤੇ ਲਿਖਣਾ ਚਾਹੁੰਦੇ ਹੋ ਆਪਣੇ ਇੰਟੈਂਟ ਦੇ ਵਿੱਚ। ਠੀਕ ਹੈ ਜੀ। ਔਰ ਤੁਸੀਂ ਅਗਰ ਘਟਾਣਾ ਹੈ ਤਾਂ ਤੁਸੀਂ ਮਾਈਨਸ ਕਰਕੇ ਬੈਕ ਵੀ ਜਾ ਸਕਦੇ ਹੋ ਤਾਂ ਤੁਹਾਡਾ ਇੰਡੈਂਟ ਉਸ ਤਰ੍ਹਾਂ ਨਾਲ ਸੈੱਟ ਹੋ ਜਾਏਗਾ। ਉਸ ਤੋਂ ਬਾਅਦ ਅਗਰ ਆਪਾਂ ਦੇਖਦੇ ਹਾਂ ਇਹ ਵਾਲੀ ਆਪਸ਼ਨ, ਇਹ ਤੁਹਾਨੂੰ 360 ਡਿਗਰੀ ਦੀ ਆਪਸ਼ਨ ਅਵੇਲੇਬਲ ਕਰਵਾਉਂਦੀ ਹੈ। ਕਿਸ ਤਰ੍ਹਾਂ, ਅਗਰ ਤੁਸੀਂ ਇਸ ਤੇ ਕਲਿੱਕ ਕਰੋਗੇ ਤਾਂ ਉਹ ਤੁਹਾਨੂੰ ਪੁੱਛੇਗਾ ਕਿ ਤੁਸੀਂ ਡਾਟਾ ਕਿਸ ਤਰ੍ਹਾਂ ਲਿਖਣਾ ਚਾਹੁੰਦੇ ਹੋ। ਮੰਨ ਲਓ ਮੈंने ਇਸ ਤਰ੍ਹਾਂ ਕਰਤਾ ਜਾਂ ਮੈਂ ਚਾਹੁੰਦਾ ਕਿ ਮੈਨੂੰ ਕਲॉकवाइज ਚਾਹੀਦਾ ਤਾਂ ਉਹ ਇਸ ਤਰ੍ਹਾਂ ਲਿਖ ਦੇਗਾ ਡਾਟਾ, ਕਲॉकवाइज ਘੁਮਾ ਦੇਗਾ। ਜਾਂ ਅਗਰ ਇਸ ਨੂੰ ਇਸ ਤਰ੍ਹਾਂ ਛੋਟਾ ਕਰਦਾ, ਠੀਕ ਹੈ, ਤਾਂ ਉਹ ਇਸ ਤੇ ਇੱਕ ਲਾइन लगा के ਉਸ ਦੇ ਬਾਅਦ ਉਸ ਨੂੰ ਕਲॉकवाइज ਰੋਟੇਟ ਕਰ ਦੇਗਾ। ਠੀਕ ਹੈ। ਤਾਂ ਇਹ ਆਪਣਾ ਅਲਾਈਨਮੈਂਟ ਹੈ। ਇਸ ਤੋਂ ਬਾਅਦ ਆਉਂਦਾ ਹੈ ਆਪਣੇ ਕੋਲੇ ਮਰਜ ਐਂਡ ਸੈਂਟਰ। ਮਰਜ ਐਂਡ ਸੈਂਟਰ ਕਿਸ ਤਰ੍ਹਾਂ ਕਰਦਾ ਹੈ ਕਿ ਲੈਟਸ ਸੇ ਤੁਸੀਂ ਕੋਈ ਹੈਡਿੰਗ ਦੇਣਾ ਹੈ ਕਿਸੇ ਪਾਰਟਿਕੂਲਰ ਚੀਜ਼ ਨੂੰ, ਉਸ ਦੇ ਨੀਚੇ ਅੱਗੇ ਫਰਦਰ ਕਾਲਮਸ ਤੁਹਾਡੇ ਕੋਲੇ ਬਣੇ ਹੋਏ ਨੇ। ਜਿਵੇਂ ਆਪਾਂ ਆਹ ਵਾਲੇ ਇੱਕ ਕਾਲਮ ਆਪਣੇ ਕੋਲੇ ਆਹ ਸੈੱਲ ਹੈ, ਆਹ ਸੈੱਲ ਹੈ ਜਾਂ ਆਹ ਸੈੱਲ ਹੈ, ਲੇਕਿਨ ਇਹਦਾ ਟਾਈਟਲ ਕੀ ਹੈ, ਵਰਕਿੰਗ ਵਿਦ ਕਲਿਪਬੋਰਡ ਫੌਂਟ ਐਂਡ ਅਲਾਈਨਮੈਂਟ। ਤਾਂ ਇਹ ਮੇਰਾ ਪੂਰਾ ਸੈਕਸ਼ਨ ਵਰਕਿੰਗ ਵਿਦ ਕਲਿਪਬੋਰਡ ਫੌਂਟ ਐਂਡ ਅਲਾਈਨਮੈਂਟ ਹੈ। ਬਟ ਅਗਰ ਮੈਂ ਚਾਹਨਾ ਕਿ ਮੈਂ ਇਸ ਨੂੰ ਸਾਰੇ ਨੂੰ ਇੱਕ ਹੈਡਿੰਗ ਦੇਣਾ ਤਾਂ ਮੈਂ ਇਸ ਨੂੰ ਮਰਜ ਐਂਡ ਸੈਂਟਰ ਕਰ ਦਾਂਗਾ। ਜਿੰਨੇ ਕਾਲਮ ਆਪਾਂ ਚੂਜ਼ ਕਰਾਂਗੇ, ਠੀਕ ਹੈ, ਉਸ ਤੋਂ ਬਾਅਦ ਉਸ ਨੂੰ ਮਰਜ ਐਂਡ ਸੈਂਟਰ ਦਵਾਂਗੇ ਤਾਂ ਉਹਨੇ ਕਾਲਮਸ ਨੂੰ ਮਰਜ ਕਰਕੇ ਇੱਕ ਕਾਲਮ ਬਣਾ ਦੇਗਾ। ਇੱਕ ਕਾਲਮ ਬਣਾ ਕੇ ਉਸ ਦੀ ਜੋ ਅਲਾਈਨਮੈਂਟ ਹੈ ਮਰਜ ਐਂਡ ਸੈਂਟਰ ਦੇ ਵਿੱਚ ਉਸ ਨੂੰ ਸੈਂਟਰ ਕਰ ਦੇਗਾ। ਇਹ ਜੋ ਸੈਂਟਰ ਅਲਾਈਨਮੈਂਟ ਹੈ ਇਸ ਨੂੰ ਆਪਾਂ ਲੈਫਟ ਅਲਾਈਨਡ, ਸੈਂਟਰ ਅਲਾਈਨਡ ਜਾਂ ਰਾਈਟ ਅਲਾਈਨ ਕਰ ਸਕਦੇ ਹਾਂ। फॉर एग्जाम्पल मैंने मर्ज तो कर लिया, हैडिंग तो मेरा एक, लेकिन मैं इसनों लैफ्ट अलाइन कर लिया। मर्ज एंड सेंटर डिफॉल्ट ਤੁਹਾਨੂੰ ਇਹ ਵਾਲੀ ਆਪਸ਼ਨ ਦੇਗਾ, ਜਾਂ ਜੇ ਤੁਸੀਂ ਇਸ ਨੂੰ ਰਾਈਟ ਅਲਾਈਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਰਾਈਟ ਅਲਾਈਨ ਕਰ ਲਿਆ। ਠੀਕ ਹੈ। ਤਾਂ ਇਹ ਆਪਣਾ ਹੋ ਗਿਆ ਮਰਜ ਐਂਡ ਸੈਂਟਰ। ਅਗਰ ਆਪਾਂ ਕਿਸੇ ਚੀਜ਼ ਨੂੰ ਮਰਜ ਕਰਨਾ, ਮਰਜ ਮਤਲਬ ਦੋ ਤੋਂ ਵੱਧ ਚੀਜ਼ਾਂ ਨੂੰ ਜੋੜਨਾ, ਤੇ ਉਸ ਨੂੰ ਸੈਂਟਰ ਅਲਾਈਨਮੈਂਟ, ਸੈਂਟਰ ਉਸ ਦੀ ਇੱਕ ਅਲਾਈਨਮੈਂਟ ਹੈ, ਤੁਸੀਂ ਜਿਸ ਤਰ੍ਹਾਂ ਮਰਜ਼ੀ ਉਸ ਚੀਜ਼ ਨੂੰ ਅਲਾਈਨ ਕਰ ਸਕਦੇ ਹੋ। ठीक है जी। तो ये अपना क्लिपबोर्ड फॉन्ट एंड अलाइनमेंट ਦੇ ਨਾਲ ਕੀ ਆਪਸ਼ਨਸ ਆਪਣੇ ਕੋਲੇ ਅਵੇਲੇਬਲ ਹੈ ਆਪਾਂ ਉਹ ਦੇਖੀਆਂ। ਹੁਣ ਇਸ ਤੋਂ ਬਾਅਦ ਆਉਂਦੇ ਆ ਆਪਾਂ ਨੰਬਰਸ ਤੇ। ਐਕਸਲ ਦੇ ਵਿੱਚ ਨੰਬਰਸ ਦੀ ਵਰਕਿੰਗ ਕਿਸ ਤਰ੍ਹਾਂ ਹੁੰਦੀ ਹੈ। ठीक है। ਹੁਣ ਜਿਸ ਤਰ੍ਹਾਂ मैंने एक टेबल बनाया, इसनों मैंने मर्ज एंड सेंटर कर लिया। ठीक है। उस तो बाद आह अलग-अलग नंबर फॉर्मेट्स ने जो कि अपने कोले अवेलेबल ने। अगर आप ड्रॉप डाउन करके देखते हैं, आह अपने कोले नंबर के अलग-अलग फॉर्मेट्स है जो अपने मेन यूज ਦੇ ਵਿੱਚ ਆ ਉਹ ਆਪਾਂ ਲਿਖ ਲਿਆ ਕਿ ਨੰਬਰ, ਕਰੰਸੀ, ਅਕਾਊਂਟਿੰਗ, ਡੇਟ, ਟਾਈਮ। ਠੀਕ ਹੈ। ਤੇ ਪਰਸੈਂਟੇਜ ਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ। ਹੁਣ ਜਿਹੜੇ ਇਹ ਵਾਲੀਆਂ ਚੀਜ਼ਾਂ ਨੇ ਇਹਨਾਂ ਦੇ ਉੱਪਰ ਆਪਾਂ ਕੋਈ ਵੀ ਫਾਰਮੈਟਿੰਗ ਨਹੀਂ ਯੂਜ਼ ਕੀਤੀ, ਆਪਾਂ ਇੱਕ ਜਨਰਲ ਚੀਜ਼ ਯੂਜ਼ ਕੀਤੀ ਹੈ, ਜਨਰਲ ਨੰਬਰ ਵੈਲਿਊ ਯੂਜ਼ ਕੀਤੀ ਹੈ। ਹੁਣ ਤੁਸੀਂ 100 ਲਿਖਿਆ, ਠੀਕ ਹੈ। ਇਸ ਤੋਂ ਬਾਅਦ ਤੁਸੀਂ ਜਦੋਂ ਇਸ ਦੀ ਫਾਰਮੈਟਿੰਗ ਦੇਖੋਗੇ ਕਿ ਮੈਂ ਇਸ ਨੂੰ ਨੰਬਰ ਦੇ ਵਿੱਚ ਕਰਨਾ ਤਾਂ ਉਹ ਮੈਨੂੰ ਇਸ ਤਰ੍ਹਾਂ ਦਿਖੇਗਾ। ਨੰਬਰ ਦਾ ਮਤਲਬ ਹੈ ਕਿ ਤੁਹਾਨੂੰ ਡੈਸੀਮਲ ਡਿਜਿਟ ਐਟਲੀਸਟ 2 ਬਾਈ ਡਿਫਾਲਟ ਦਿਖਣਗੇ ਜੋ ਕਿ ਤੁਹਾਨੂੰ ਇੱਥੇ ਦਿਖ ਰਹੇ ਨੇ। ਇਸ ਡੈਸੀਮਲ ਨੂੰ ਤੁਸੀਂ ਘਟਾ ਜਾਂ ਵਧਾ ਸਕਦੇ ਹੋ ਐਸ ਪਰ ਰਿਕੁਆਇਰਮੈਂਟ। ਲੈਟਸ ਸੇ ਤੁਸੀਂ 3 ਡਿਜਿਟ ਫ੍ਰੈਕਸ਼ਨ ਡਿਜਿਟ ਦੇ ਵਿੱਚ ਕੰਮ ਕਰਨਾ ਤਾਂ ਤੁਸੀਂ 3 ਵੀ ਕਰ ਸਕਦੇ ਹੋ, ਤੁਸੀਂ 2 ਜਾਂ ਕਿਸੇ ਇੱਕ ਡਿਜਿਟ ਤੇ ਕੰਮ ਕਰਨਾ ਤਾਂ ਤੁਸੀਂ ਉਵੇਂ ਵੀ ਕੰਮ ਕਰ ਸਕਦੇ ਹੋ। ਡੈਸੀਮਲ ਪੁਆਇੰਟ ਕਿੰਨੇ ਰੱਖਣੇ ਆ ਉਹ ਤੁਹਾਡੀ ਵਿਸ਼ ਹੈ। ਬਾਈ ਡਿਫਾਲਟ 2 ਆਣਗੇ। ਠੀਕ ਹੈ। ਉਸ ਤੋਂ ਬਾਅਦ ਲੈਟਸ ਸੇ -100 ਹੈ ਤਾਂ ਆਪਾਂ -100 ਨੂੰ ਜਦੋਂ ਨੰਬਰ ਫਾਰਮੈਟਿੰਗ ਦੇ ਨਾਲ ਦੇਖਦੇ ਹਾਂ ਤਾਂ ਉਹ ਵੀ ਸੇਮ ਉਸੇ ਤਰ੍ਹਾਂ ਕੰਮ ਕਰਦਾ ਹੈ, ਬਾਈ ਡਿਫਾਲਟ 2 ਡੈਸੀਮਲ ਪਲੇਸਿਸ ਲਗਾ ਦੇਗਾ।
ठीक है। इसी तरह 0 ਜਦੋਂ ਆਪਾਂ ਕਰੰਸੀ ਦੀ ਗੱਲ ਕਰਦੇ ਹਾਂ, ਆਪਾਂ ਕਿਸੇ ਕਰੰਸੀ ਫਾਰਮੈਟ ਤੇ ਕੰਮ ਕਰਨਾ ਹੈ, ਲੈਟਸ ਸੇ ਮੈंने ਲਿਖਿਆ 100, ਤਾਂ ਉਸ ਨੂੰ ਨਹੀਂ ਪਤਾ ਇਹ ਇੱਕ 100 ਵੈਲਿਊ ਹੈ, ਲੇਕਿਨ ਜਦੋਂ ਮੈਂ ਇਸ ਨੂੰ ਕਰੰਸੀ ਫਾਰਮੈਟ ਯੂਜ਼ ਕਰੂੰਗਾ, ਠੀਕ ਹੈ, ਤਾਂ ਉਹ ਬਾਈ ਡਿਫਾਲਟ, ਕਿਉਂਕਿ ਆਪਾਂ ਇੰਡੀਆ ਦੇ ਵਿੱਚ ਹੈ, ਤਾਂ ਉਹ ਇੰਡੀਅਨ ਰੁਪੀ ਨੂੰ ਬਾਈ ਡਿਫਾਲਟ ਸੈੱਟ ਕਰਕੇ 100.00 ਲਗਾ ਦੇਗਾ। ਬਟ ਤੁਸੀਂ ਇਸ ਦਾ ਜੋ ਕਰੰਸੀ ਫਾਰਮੈਟ ਹੈ ਇਸ ਨੂੰ ਚੇਂਜ ਕਰ ਸਕਦੇ ਹੋ, ਕਿਸ ਤਰ੍ਹਾਂ, ਮੋਰ ਨੰਬਰ ਫਾਰਮੈਟ ਦੇ ਵਿੱਚ ਜਾ ਕੇ। ਜਦੋਂ ਤੁਸੀਂ ਮੋਰ ਨੰਬਰ ਫਾਰਮੈਟ 'ਚ ਜਾਓਗੇ, ਠੀਕ ਹੈ, ਤਾਂ ਕਰੰਸੀ ਦੇ ਬਾਈ ਡਿਫਾਲਟ 2 ਡੈਸੀਮਲ ਪਲੇਸਿਸ ਦਿਖਾਏਗਾ ਤੇ ਕਰੰਸੀ ਦਾ ਸਿੰਬਲ ਦਿਖਾਏਗਾ ਇੰਡੀਅਨ ਨੈਸ਼ਨਲ ਰੁਪੀ INR। ਅਗਰ ਤੁਸੀਂ ਇਸ ਨੂੰ ਅਮਰੀਕਨ ਕਰਨਾ ਹੈ ਜਾਂ ਕਿਸੇ ਹੋਰ ਕੰਟਰੀ ਦੀ ਕੋਈ ਯੂਜ਼ ਕਰਨਾ ਹੈ ਜਿਹਦਾ ਟੋਕਨ ਹੈ, ਕੋਈ ਡਾਲਰ ਯੂਜ਼ ਕਰਨਾ ਹੈ, ਕੋਈ ਪਾਉਂਡ ਯੂਜ਼ ਕਰਨਾ ਹੈ, ਕੋਈ ਵੀ ਯੂਜ਼ ਕਰਨਾ ਹੈ, ਤਾਂ ਤੁਸੀਂ ਉਹ ਕਰੰਸੀ ਸਿੰਬਲ ਡ੍ਰੌਪ ਡਾਊਨ ਮੈਨੂ 'ਚੋਂ ਲੈ ਸਕਦੇ ਹੋ। ਠੀਕ ਹੈ, ਤਾਂ ਇਹ ਆਪਣਾ ਕਰੰਸੀ ਸਿੰਬਲ ਦੇ ਨਾਲ ਕੰਮ ਕਰਦਾ ਹੈ। ਬਾਕੀ ਇਹ ਇੱਕ ਨੰਬਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ, ਬਟ ਇਹਦੇ ਨਾਲ ਬਸ ਇੱਕ ਕਰੰਸੀ ਦਾ ਸਿੰਬਲ ਲੱਗ ਜਾਂਦਾ ਹੈ, ਜਿਸ ਤੋਂ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਵੈਲਿਊ ਇੰਡੀਅਨ ਨੈਸ਼ਨਲ ਰੁਪੀਜ਼ ਦੀ 100 ਰੁਪੀਜ਼ ਹੈ। ਉਸ ਤੋਂ ਬਾਅਦ ਅਗਰ ਆਪਾਂ ਕੰਮ ਕਰਦੇ ਹਾਂ ਅਕਾਊਂਟਸ ਦੇ ਵਿੱਚ, ਲੈਟਸ ਸੇ ਤੁਸੀਂ ਕੋਈ ਅਕਾਊਂਟਸ ਦਾ ਕੰਮ ਕਰਨਾ ਜਾਂ ਕੋਈ ਅਕਾਊਂਟਸ ਦੇ ਨਾਲ ਰਿਲੇਟਡ ਡਾਟਾ ਦੇ ਉੱਪਰ ਕੰਮ ਕਰਨਾ, ਜਿਸ ਦੇ ਵਿੱਚ ਕੈਲਕੂਲੇਸ਼ਨਸ ਬਹੁਤ ਇੰਪੋਰਟੈਂਟ ਹੈ ਔਰ ਵਿਜ਼ਿਬਿਲਿਟੀ ਬਹੁਤ ਇੰਪੋਰਟੈਂਟ ਹੈ, ਤਾਂ ਉਸ ਦੇ ਵਿੱਚ ਡਿਫਰੈਂਸ ਕੀ ਆਉਂਦਾ ਕਿ ਤੁਸੀਂ 100 ਲਿਖਤਾ ਤਾਂ ਅਕਾਊਂਟਸ ਦਾ ਕੰਮ ਕਰ ਰਹੇ ਹੋ, ਤਾਂ ਆਬਵੀਅਸਲੀ ਤੁਸੀਂ ਰੁਪਏ ਨਾਲ ਕੰਮ ਕਰ ਰਹੇ ਹੋ ਜਾਂ ਕੋਈ ਵੀ ਇੱਕ ਪਾਰਟਿਕੂਲਰ ਕਰੰਸੀ ਦੇ ਨਾਲ ਕੰਮ ਕਰ ਰਹੇ ਹੋ, ਠੀਕ ਹੈ। ਤਾਂ ਉਹ ਉਸ ਨੂੰ ਕੀ ਕਰੇਗਾ, ਜਦੋਂ ਤੁਸੀਂ 100 ਨੂੰ ਅਕਾਊਂਟਿੰਗ ਫਾਰਮੈਟ ਦੇ ਵਿੱਚ ਯੂਜ਼ ਕਰੋਗੇ ਤਾਂ ਉਹ ਤੁਹਾਡੇ ਅੱਗੇ ਇੱਕ ਕਰੰਸੀ ਸਿੰਬਲ ਪਲੱਸ 2 ਡੈਸੀਮਲ ਪੁਆਇੰਟਸ ਲਗਾ ਦੇਗਾ। ਲੇਕਿਨ ਇਹਦੇ ਵਿੱਚ ਡਿਫਰੈਂਸ ਕੀ ਹੈ ਕਰੰਸੀ ਤੇ ਅਕਾਊਂਟਿੰਗ ਦੇ ਵਿੱਚ, ਕਿ ਜਿੱਥੇ ਤੁਹਾਡੀ ਵੈਲਿਊ 0 ਹੋਏਗੀ ਉਹ ਉਸ ਨੂੰ ਹਾਈਫਨ ਡੈਸ਼ ਦੇ ਵਿੱਚ ਕਨਵਰਟ ਕਰ ਦੇਗਾ, ਠੀਕ ਹੈ। 0 ਨੂੰ 0 ਨਹੀਂ ਦਿਖਾਏਗਾ, ਉਹ ਤੁਹਾਨੂੰ ਇੱਕ ਮਾਈਨਸ ਦਾ ਸਿੰਬਲ ਦਿਖਾਏਗਾ। ਮਾਈਨਸ ਮਤਲਬ 0, ਇਸ ਸੈੱਲ ਦੇ ਵਿੱਚ ਕੋਈ ਵੈਲਿਊ ਨਹੀਂ ਹੈ। ਇਹ ਡਿਫਰੈਂਸ ਹੈ ਕਰੰਸੀ ਤੇ ਅਕਾਊਂਟਿੰਗ ਦੇ ਵਿੱਚ। ਬਾਕੀ ਕਰੰਸੀ ਤੇ ਅਕਾਊਂਟਿੰਗ ਦੋਨੋਂ ਸੇਮ ਤਰ੍ਹਾਂ ਨਾਲ ਯੂਜ਼ ਕਰ ਸਕਦੇ ਹਾਂ। ਹੁਣ ਸਭ ਤੋਂ ਇੰਪੋਰਟੈਂਟ ਆਉਂਦਾ ਡੇਟ। ਡੇਟ ਦੇ ਬਹੁਤ ਸਾਰੇ ਫਾਰਮੈਟਸ ਆਪਣੇ ਕੋਲੇ ਅਵੇਲੇਬਲ ਨੇ। ਇਹਦੇ ਵਿੱਚ ਇੱਕ ਇੰਟਰਸਟਿੰਗ ਚੀਜ਼ ਦੱਸਣਾ ਚਾਹੁੰਦਾ ਕਿ ਜੋ MS Excel ਹੈ ਉਹ ਡੇਟ ਨੂੰ ਡੇਟ ਦੇ ਟਰਮਸ ਦੇ ਵਿੱਚ ਯੂਜ਼ ਨਹੀਂ ਕਰਦਾ, ਉਹ ਡੇਟ ਨੂੰ ਯੂਜ਼ ਕਰਦਾ ਨੰਬਰਸ ਦੇ ਫਾਰਮੈਟ ਦੇ ਵਿੱਚ। ਅਗਰ ਤੁਸੀਂ ਦੇਖ ਰਹੇ ਹੋਗੇ ਮੈंने ਇੱਥੇ ਡੇਟ ਪਾਈ ਹੈ 44024। ਅਗਰ ਆਪਾਂ ਇਸ ਨੂੰ ਦੇਖਦੇ ਹਾਂ ਤਾਂ ਆਪਾਂ ਨੂੰ ਨਹੀਂ ਪਤਾ ਚੱਲਦਾ ਕਿ ਇਹ ਕੀ ਡੇਟ ਹੈ, ਇਹ ਨੰਬਰ ਕਿੱਥੋਂ ਆਇਆ। ਐਕਸਲ ਜੋ ਆਪਣੀ ਡੇਟ ਫਾਰਮੈਟ ਪਿਕ ਕਰਦਾ ਉਹ ਪਿਕ ਕਰਦਾ 01/1900 1 ਜਨਵਰੀ 1900। 1900 ਤੋਂ ਬਾਅਦ ਉਹ ਚੱਕੇਗਾ 1 ਜਨਵਰੀ 1900 ਨੂੰ ਉਹ 1 ਮੰਨੇਗਾ, 2 ਜਨਵਰੀ ਨੂੰ 2, ਇਸ ਤਰ੍ਹਾਂ ਕਰਦੇ ਕਰਦੇ ਅੱਜ ਦੀ ਅਗਰ ਆਪਾਂ ਡੇਟ ਦੇਖਦੇ ਹਾਂ ਤਾਂ ਉਹ 44024 ਹੈ, ਠੀਕ ਹੈ ਜੀ। ਅਗਰ ਆਪਾਂ 44 ਨੂੰ ਇੱਥੇ ਲਿਆ ਕੇ ਲਿਖਦੇ ਹਾਂ ਸੇਮ ਚੀਜ਼ ਨੂੰ, ਮੈਂ ਤੁਹਾਨੂੰ ਦਿਖਾਣਾ, ਅਗਰ ਤੁਸੀਂ ਇਸ ਨੂੰ ਜਨਰਲ ਨੰਬਰ ਕਰ ਦੋਗੇ ਤਾਂ 44024 ਆ ਗਿਆ, ਠੀਕ ਹੈ। ਲੇਕਿਨ ਅਗਰ ਤੁਸੀਂ ਇਸ ਦੀ ਫਾਰਮੈਟਿੰਗ ਕਰਨੀ ਹੈ, ਇਸ ਨੂੰ ਮਤਲਬ ਅਗਰ ਮੈਂ ਕਹਾਂ ਕਿ ਅੱਜ 44024 ਹੈ ਤਾਂ ਆਪਾਂ ਨੂੰ ਨਹੀਂ ਪਤਾ ਚੱਲੇਗਾ ਕਿ ਇਹ ਕੀ ਡੇਟ ਹੈ। ਤਾਂ ਇਸ ਨੂੰ ਆਪਾਂ ਅਗਰ ਡੇਟ ਦੀ ਫਾਰਮੈਟਿੰਗ ਦੇ ਵਿੱਚ ਦੇਖਣਾ ਹੋਏ ਕਿ ਹਾਂ ਕੀ ਫਾਰਮੈਟਿੰਗ ਹੈ, ਤਾਂ ਆਪਾਂ ਨੰਬਰ ਫਾਰਮੈਟ ਤੇ ਜਾ ਕੇ ਡੇਟ ਦੇ ਵਿੱਚ ਅਗਰ ਆਪਾਂ ਦੇਖਦੇ ਹਾਂ ਤਾਂ ਆਪਣੇ ਕੋਲੇ ਲੈਟਸ ਸੇ 12/7/2020 ਲਿਖਿਆ ਆ ਗਿਆ, ਠੀਕ ਹੈ। ਤਾਂ ਡੇਟ ਦੇ ਆਪਣੇ ਕੋਲੇ ਬਹੁਤ ਸਾਰੇ ਫਾਰਮੈਟਸ ਹੈ, ਜਿੱਦਾਂ ਤੁਸੀਂ ਦੇਖ ਸਕਦੇ ਹੋ 12/7/20, 12 ਜੁਲਾਈ ਹੈ, ਜਾਂ ਅਗਰ ਤੁਸੀਂ ਨੂਮੈਰਿਕ ਨਹੀਂ ਯੂਜ਼ ਕਰਨਾ 12 ਜੁਲਾਈ 2020 ਆ ਗਿਆ, ਠੀਕ ਹੈ। 12/7/20 ਜਿੱਦਾਂ ਆਪਾਂ 19 20 21 ਯੂਜ਼ ਕਰਦੇ ਹਾਂ, ਪੂਰਾ 2020 ਨਹੀਂ ਯੂਜ਼ ਕਰਨਾ, ਉਵੇਂ ਕਰ ਲਓ। ਜਾਂ ਅਗਰ ਈਅਰ ਪਹਿਲਾਂ ਲੈ ਕੇ ਆਉਣਾ ਫਿਰ ਉਸ ਤੋਂ ਬਾਅਦ ਮੰਥ, ਫਿਰ ਉਸ ਤੋਂ ਬਾਅਦ ਡੇਟ, ਉਸ ਤਰ੍ਹਾਂ ਯੂਜ਼ ਕਰ ਲਓ। ਜਾਂ ਅਗਰ ਤੁਸੀਂ ਡੇ ਵੀ ਦੇਖਣਾ ਚਾਹੁੰਦੇ ਹੋ ਕਿ ਅੱਜ ਕੀ ਡੇ ਹੈ ਔਰ ਕੀ ਡੇਟ ਹੈ, ਤਾਂ ਤੁਸੀਂ ਉਸ ਨੂੰ ਇਸ ਤਰ੍ਹਾਂ ਵੀ ਦੇਖ ਸਕਦੇ ਹੋ, ਠੀਕ ਹੈ। ਤਾਂ ਇਹਦੇ ਵਿੱਚ ਆਪਣੇ ਕੋਲੇ ਅਲੱਗ-ਅਲੱਗ ਡੇਟ ਦੇ ਫੰਕਸ਼ਨਸ ਅਵੇਲੇਬਲ ਹੈ, ਸ਼ਾਰਟ ਡੇਟ, ਲੌਂਗ ਡੇਟ, ਜਾਂ ਅਗਰ ਤੁਸੀਂ ਮੋਰ ਨੰਬਰ 'ਚ ਜਾ ਕੇ ਦੇਖੋਗੇ ਤਾਂ ਆਹ ਨੰਬਰਸ ਅਵੇਲੇਬਲ ਹੈ 12/7/20, 12/07 ਦੀ ਜਗ੍ਹਾ ਤੇ ਇਕੱਲਾ 7 ਰਹਿ ਗਿਆ, ਜਾਂ ਡਾਟ ਫਾਰਮੈਟ ਹੈ, ਜਾਂ ਡੇ ਸੰਡੇ 12 ਜਨਵਰੀ 2020। ਇਸ ਤਰ੍ਹਾਂ ਨਾਲ ਆਪਣੇ ਕੋਲੇ ਅਲੱਗ-ਅਲੱਗ ਡੇਟ ਦੇ ਫਾਰਮੈਟਸ ਅਵੇਲੇਬਲ ਹੈ, ਤਾਂ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਕੋਈ ਵੀ ਡੇਟ ਫਾਰਮੈਟ ਚੂਜ਼ ਕਰ ਸਕਦੇ ਹੋ। ਸਿਮਿਲਰਲੀ ਨੰਬਰਸ ਨੂੰ ਅਗਰ ਆਪਾਂ ਟਾਈਮ ਨੂੰ ਦੇਖਦੇ ਹਾਂ ਤਾਂ ਟਾਈਮ ਨੂੰ ਵੀ ਐਕਸਲ ਇੱਕ ਨੰਬਰ ਦੀ ਫਾਰਮੈਟ ਦੇ ਵਿੱਚ ਯੂਜ਼ ਕਰਦਾ ਹੈ। ਉਹ ਕਿਸ ਤਰ੍ਹਾਂ ਹੈ, ਅਗਰ ਮੈਂ ਟਾਈਮ ਦੇਖਾਂ, ਆਹ ਵਾਲਾ ਟਾਈਮ 10:10 ਤੇ 10 ਸੈਕਿੰਡ,
ਇਸ ਨੂੰ ਅਗਰ ਆਪਾਂ ਨੰਬਰ ਫਾਰਮੈਟ 'ਚ ਦੇਖੀਏ ਕਿ ਇਸ ਨੂੰ ਕੀ ਐਕਸਲ ਕਿਵੇਂ ਲੈ ਰਿਹਾ, ਠੀਕ ਹੈ, ਤਾਂ ਐਕਸਲ ਇਸ ਨੂੰ ਇਹ ਵਾਲਾ ਨੰਬਰ ਯੂਜ਼ ਕਰ ਰਿਹਾ, ਠੀਕ ਹੈ। ਬਟ ਮੈਨੂੰ ਅਗਰ ਇਸ ਦਾ ਟਾਈਮ ਦੇਖਣਾ ਹੋਏ ਤਾਂ ਟਾਈਮ ਦੇ ਵਿੱਚ ਮੈਨੂੰ ਦਿਖਾਏਗਾ 10 10 10, ਮਤਲਬ 10:10 10 ਸੈਕਿੰਡ। ਹੁਣ ਇਸ ਦੀਆਂ ਵੀ ਅੱਗੇ ਬਹੁਤ ਸਾਰੀਆਂ ਫਾਰਮੈਟਿੰਗਸ ਆਪਣੇ ਕੋਲੇ ਅਵੇਲੇਬਲ ਹੈ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਕਲਿੱਕ ਕਰੋ ਨੰਬਰ ਫਾਰਮੈਟਸ ਤੇ ਜਾਓ, ਟਾਈਮ ਦੇ ਵਿੱਚ ਲੈਟਸ ਸੇ ਆਪਣੇ ਕੋਲੇ 13:30 ਇਹ ਵਾਲਾ ਫਾਰਮੈਟ ਹੈ, ਜਾਂ ਜੋ ਵੀ ਤੁਸੀਂ ਫਾਰਮੈਟ ਯੂਜ਼ ਕਰਨਾ ਚਾਹੁੰਦੇ ਹੋ ਉਹ ਅਲੱਗ-ਅਲੱਗ ਫਾਰਮੈਟਸ ਆਪਾਂ ਨੂੰ ਦਿਖਾ ਦੇਗਾ। ਜਾਂ ਅਗਰ ਤੁਸੀਂ ਕੋਈ ਕਸਟਮ ਫਾਰਮੈਟ ਕਰਨਾ ਚਾਹੁੰਦੇ ਹੋ ਇਸ ਨੂੰ, ਠੀਕ ਹੈ, ਕਿ ਕਿਸ ਤਰ੍ਹਾਂ ਨਾਲ ਦਿਖੇ ਮੈਨੂੰ ਮੇਰਾ ਟਾਈਮ, ਤਾਂ ਤੁਸੀਂ ਉਸ ਨੂੰ ਉਸ ਤਰ੍ਹਾਂ ਨਾਲ ਵੀ ਯੂਜ਼ ਕਰ ਸਕਦੇ ਹੋ। ਜਿਵੇਂ ਮੈਂ ਚਾਹੁੰਦਾ ਕਿ ਮੈਨੂੰ ਸੈਕਿੰਡਸ ਨਾ ਦਿਖਣ ਤਾਂ ਮੈंने सेकंड हटाता, सिर्फ आवर्स ਤੇ ਮਿੰਟ ਰੱਖਿਆ, AM PM ਰੱਖਿਆ, ਠੀਕ ਹੈ, ਤਾਂ ਮੈਨੂੰ ਦਿਖਾਏਗਾ 10:10 AM ਟਾਈਮ ਹੋਇਆ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲੇ ਆਂਦਾ ਪਰਸੈਂਟੇਜ। ਪਰਸੈਂਟੇਜ ਦੇ ਵਿੱਚ ਲੈਟਸ ਸੇ ਆਪਾਂ ਕੀਤਾ ਇਜ਼ ਇਕੁਅਲ ਟੂ ਨਾਲ ਆਪਣਾ ਕੋਈ ਵੀ ਫਾਰਮੂਲਾ ਸ਼ੁਰੂ ਹੁੰਦਾ, ਠੀਕ ਹੈ, ਤਾਂ ਆਪਾਂ ਕੀਤਾ ਇਜ਼ ਇਕੁਅਲ ਟੂ 80 ਡਿਵਾਈਡ ਬਾय 100, ਤਾਂ ਆਪਣੇ ਕੋਲੇ ਇਸ ਦੀ ਜੋ ਪਰਸੈਂਟੇਜ ਹੈ ਉਹ ਆਈ 80। ਬਟ ਅਗਰ ਆਪਾਂ ਇਸ ਦੇ ਉੱਤੇ ਕੋਈ ਫਾਰਮੈਟਿੰਗ ਨਹੀਂ ਲਗਾਈ ਤਾਂ ਆਪਾਂ ਨੂੰ ਦਿਖੇਗਾ 0.8। ਉਸ ਨੂੰ ਆਪਾਂ ਪਰਸੈਂਟੇਜ ਦੇ ਵਿੱਚ ਕਨਵਰਟ ਕਰਨਾ ਹੈ, ਸੇਮ ਚੀਜ਼ ਨੂੰ। ਅਗਰ ਤੁਸੀਂ ਦੇਖ ਰਹੇ ਹੋ ਮੇਰਾ ਸੈਲ ਇਜ਼ ਇਕੁਅਲ ਟੂ 80 ਡਿਵਾਈਡ ਬਾय 100 ਸੇਮ ਚੀਜ਼ ਹੈ, ਬਟ ਇਸ ਦੇ ਉੱਤੇ ਜਾ ਕੇ ਆਪਾਂ ਪਰਸੈਂਟੇਜ ਵਾਲੀ ਫਾਰਮੈਟਿੰਗ ਕਰ ਰੱਖੀ ਹੈ, ਠੀਕ ਹੈ। ਜਦੋਂ ਤੁਸੀਂ ਇਸ ਨੂੰ ਪਰਸੈਂਟੇਜ ਦੇ ਉੱਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਦਿਖਾਏਗਾ 80.00%। ਅਗਰ ਤੁਸੀਂ ਇਸ ਨੂੰ ਰਾਉਂਡ ਆਫ ਕਰਨਾ ਚਾਹੁੰਦੇ ਹੋ ਜਾਂ ਡੈਸੀਮਲ ਪਲੇਸਿਸ ਨੂੰ ਨਹੀਂ ਯੂਜ਼ ਕਰਨਾ ਚਾਹੁੰਦੇ ਤਾਂ ਤੁਸੀਂ ਹਟਾ ਵੀ ਸਕਦੇ ਹੋ, ਅਗਰ ਚਾਹੀਦੇ ਨੇ ਤਾਂ ਤੁਸੀਂ ਰੱਖ ਵੀ ਸਕਦੇ ਹੋ ਇਸ ਤਰ੍ਹਾਂ ਨਾਲ, ਠੀਕ ਹੈ। ਉਸ ਤੋਂ ਬਾਅਦ ਲੈਟਸ ਸੇ ਆਪਾਂ ਇੱਕ ਥੋੜਾ ਜਿਹਾ ਹੋਰ ਕਲੈਰਿਟੀ ਲੈਣ ਦੇ ਲਈ ਆਪਾਂ ਇੱਕ ਬੜਾ ਨੰਬਰ ਲੈਣੇ ਆ ਇਜ਼ ਇਕੁਅਲ ਟੂ 875 ਡਿਵਾਈਡ ਬਾय 1000, ਤਾਂ ਆਪਣੇ ਕੋਲੇ ਇਹ 87.50% ਅਮਾਉਂਟ ਦਿਖ ਰਹੀ ਹੈ ਆਪਾਂ ਨੂੰ ਫਾਰਮੈਟਿੰਗ ਦੇ ਨਾਲ। ਹੁਣ ਅਗਰ ਆਪਾਂ ਇਸ ਨੂੰ ਇਹ ਚੀਜ਼ ਹਟਾਵਾਂਗੇ ਤਾਂ ਕਿਉਂਕਿ 0.5 ਹੈ ਤਾਂ ਉਸਨੇ 88 ਕਰਤਾ। ਅਗਰ ਤੁਸੀਂ ਐਗਜ਼ੈਕਟ, ਕਈ ਵਾਰ ਆਪਾਂ ਨੂੰ ਕੀ ਹੁੰਦਾ ਕਿ ਜੋ ਅਗਰ ਡੈਸੀਮਲ ਪਲੇਸਿਸ ਨਹੀਂ ਹੈ ਤਾਂ ਉਸ ਨੂੰ ਰਾਉਂਡ ਆਫ ਜਾਂ ਰਾਉਂਡ ਅਪ ਆਪਣੇ ਆਪ ਹੀ ਕਰ ਦੇਗਾ। ਅਗਰ ਆਪਾਂ ਨੂੰ ਚਾਹੀਦਾ ਕਿ ਆਪਾਂ ਐਗਜ਼ੈਕਟ ਦੇਖਣਾ ਤਾਂ ਆਪਾਂ ਇਸ ਨੂੰ ਡੈਸੀਮਲ ਪਲੇਸਿਸ ਦੇ ਨਾਲ ਇਸ ਤਰ੍ਹਾਂ ਦੇਖ ਸਕਦੇ ਹਾਂ, ਠੀਕ ਹੈ। ਤਾਂ ਇਹ ਅਲੱਗ-ਅਲੱਗ ਨੰਬਰ ਫਾਰਮੈਟਸ ਹੈ ਔਰ ਉਸ ਫਾਰਮੈਟਸ ਦੇ ਨਾਲ ਆਪਾਂ ਨੂੰ ਇਹ ਵਾਲੀ ਸੇਮ ਚੀਜ਼ ਕਿਸ ਤਰ੍ਹਾਂ ਦੇਖੇਗੀ ਅਗਰ ਆਪਾਂ ਫਾਰਮੈਟ ਯੂਜ਼ ਕਰਾਂਗੇ ਤਾਂ ਉਹ ਇਸ ਤਰ੍ਹਾਂ ਨਾਲ, ਠੀਕ ਹੈ ਜੀ। ਤਾਂ ਆਪਣੇ ਕੋਲੇ ਇਸ ਦੀ ਨੰਬਰ ਫਾਰਮੈਟਿੰਗ ਕੰਪਲੀਟ ਹੁੰਦੀ ਹੈ। ਨੰਬਰ ਫਾਰਮੈਟਿੰਗ ਤੋਂ ਬਾਅਦ ਜੋ ਸਭ ਤੋਂ ਇੰਟਰਸਟਿੰਗ ਚੀਜ਼ ਹੈ ਉਹ ਆਂਦੀ ਹੈ ਫਾਰਮੈਟਿੰਗ, ਜਿਸ ਨੂੰ ਆਪਾਂ ਕਹਿੰਦੇ ਹਾਂ ਕੰਡੀਸ਼ਨਲ ਫਾਰਮੈਟਿੰਗ। ਤੁਸੀਂ ਜੋ ਕੰਡੀਸ਼ਨ ਦਿਓਗੇ, ਫॉर एग्जांपल ਆ ਮੇਰੇ ਕੋਲੇ ਕੋਈ 4 ਸਟੂਡੈਂਟਸ ਹੈ ਜਿਨ੍ਹਾਂ ਦਾ ਨਾਮ ਹੈ, ਉਹਨਾਂ ਦੇ 5 ਸਬਜੈਕਟਸ ਹੈ, ਆ ਉਹਨਾਂ ਦੇ ਸਬਜੈਕਟ ਦੇ ਵਿੱਚੋਂ ਮਾਰਕਸ ਹੈ। ਤਾਂ ਆਪਾਂ ਇੱਕ ਲਗਾ ਲਿਆ ਕਿ ਟੋਟਲ ਆਬਟੇਨਡ ਮਾਰਕਸ ਕਿੰਨੇ ਹੈ। ਮੈਕਸਿਮਮ ਮਾਰਕਸ ਲੈਟਸ ਸੇ ਆਊਟ ਆਫ 50, ਹਰ ਇੱਕ ਸਬਜੈਕਟ ਦੇ 50 ਮਾਰਕਸ ਮੈਕਸਿਮਮ ਮਾਰਕਸ ਹੈ, ਤਾਂ ਉਹਦੇ ਵਿੱਚ 50 into 5 250 ਮਾਰਕਸ ਐਂਡ ਉਸਦੀ ਆਪਾਂ ਪਰਸੈਂਟੇਜ ਕੱਢ ਲਈ ਕਿ ਕੈਂਡੀਡੇਟ ਨੇ ਕਿੰਨੇ ਪਰਸੈਂਟ ਸਕੋਰ ਕੀਤਾ, ਠੀਕ ਹੈ। ਜਨਰਲੀ ਇਹ ਬਹੁਤ ਛੋਟੀ ਜਿਹੀ ਐਗਜ਼ਾਮਪਲ ਹੈ, ਬਟ ਜਦੋਂ ਆਪਾਂ ਲੈਂਦੀ ਡਾਟਾ ਦੇ ਉੱਪਰ ਜਾਂ ਕੋਈ ਜ਼ਿਆਦਾ ਸਟਰੈਂਥ ਵਾਲੀ ਕਲਾਸ ਦਾ ਸਕੋਰ ਕਾਰਡ ਬਣਾਉਂਦੇ ਆ ਤਾਂ ਕਈ ਵਾਰ ਆਪਣੇ ਕੋਲੇ ਕੀ ਹੈ, ਜਿਵੇਂ ਇਸ ਦੇ ਵਿੱਚ ਕੁਝ ਕਲੈਰੀਕਲ ਐਰਰਸ ਕੀਤੀਆਂ ਹੋਈਆਂ ਨੇ ਉਹ ਆਪਣੇ ਤੋਂ ਹੋ ਜਾਂਦੀਆਂ ਨੇ। ਤਾਂ ਤੁਸੀਂ ਉਸ ਨੂੰ ਅਗਰ ਸੈੱਟ ਕਰਨਾ ਹੋਏ ਕਿ ਹਾਂ ਅਗਰ ਕੋਈ ਇਸ ਤਰ੍ਹਾਂ ਦੀ ਐਰਰ ਹੈ ਤਾਂ ਮੈਨੂੰ ਪਹਿਲਾਂ ਹੀ ਪਤਾ ਚੱਲ ਜੇ ਕਿ ਉਹ ਐਰਰ ਕੀ ਹੈ ਅੱਗੇ ਜਾਣ ਤੋਂ ਪਹਿਲਾਂ। ਹੁਣ ਲੈਟਸ ਸੇ ਆਪਾਂ ਰੋਲ ਨੰਬਰ ਹੈ, ਰੋਲ ਨੰਬਰ ਆਪਣਾ 1 2 3 ਹੋਏਗਾ, 4 ਹੋਏਗਾ, 5 ਹੋਏਗਾ, ਕੋਈ ਵੀ 2 ਸਟੂडेंट्स ਦਾ ਰੋਲ ਨੰਬਰ ਸੇਮ ਨਹੀਂ ਹੋ ਸਕਦਾ, ਠੀਕ ਹੈ। ਹੁਣ ਆਪਾਂ ਲੈਟਸ ਸੇ 1000 ਬੱਚੇ ਦੀ ਕੋਈ ਅਸੈਸਮੈਂਟ ਬਣਾ ਰਹੇ ਹਾਂ ਜਾਂ 1000 ਦਾ ਕੋਈ ਸਕੋਰ ਕਾਰਡ ਬਣਾ ਰਹੇ ਹਾਂ ਔਰ ਆਪਣੇ ਤੋਂ ਰੋਲ ਨੰਬਰ ਗਲਤ ਹੋ ਗਿਆ, ਫਿਰ ਆਪਾਂ ਨੂੰ ਦੁਬਾਰਾ ਤੋਂ ਦੇਖਣਾ ਪਏਗਾ ਉਹਦਾ ਰੋਲ ਨੰਬਰ ਕੀ ਹੈ। ਤਾਂ ਅਗਰ ਮੈਂ ਇਸ ਕਾਲਮ ਨੂੰ ਇਦਾਂ ਸਿਲੈਕਟ ਕਰਕੇ ਕੰਡੀਸ਼ਨਲ ਫਾਰਮੈਟਿੰਗ ਲਗਾ ਕੇ ਹਾਈਲਾਈਟ ਦਾ ਮਤਲਬ ਕਿ ਜੋ ਤੁਸੀਂ ਕੰਡੀਸ਼ਨ ਲਗਾਓਗੇ ਉਸ ਕਾਲਮ ਨੂੰ ਹਾਈਲਾਈਟ ਕਰ ਦੇਗਾ ਜਦੋਂ ਇਹ ਕੰਡੀਸ਼ਨ ਟਰੂ ਹੋ ਜਾਏਗੀ। फॉर एग्जांपल मैंने हाईलाइट सेल ਨੂੰ ਡੁਪਲੀਕੇਟ ਵੈਲਿਊਜ਼ ਕਰਕੇ ਡੁਪਲੀਕੇਟ ਵੈਲਿਊਜ਼ ਕੀਤਾ ਤਾਂ ਉਹ ਤੁਹਾਨੂੰ ਪੁੱਛੇਗਾ ਕਿ ਤੁਸੀਂ ਕਿਸ ਤਰ੍ਹਾਂ ਦਾ ਅਲਰਟ ਚਾਹੁੰਦੇ ਹੋ। ਇਹਦੇ ਵਿੱਚੋਂ ਵੈਲਿਊਜ਼ ਦੇ ਨਾਲ ਲਾਈਟ ਰੈਡ ਚਾਹੁੰਦੇ ਹੋ, ਲਾਈਟ ਯੈਲੋ, ਲਾਈਟ ਗ੍ਰੀਨ ਜਾਂ ਕੁਝ ਹੋਰ ਕਸਟਮ ਤੁਸੀਂ ਜੋ ਆਪਣੇ ਹਿਸਾਬ ਨਾਲ ਬਣਾਉਣਾ ਚਾਹੁੰਦੇ ਹੋ ਉਹ ਕਰ ਸਕਦੇ ਹੋ। ਲੈਟਸ ਸੇ मैंने ਰੈਡ ਕਰ ਲਿਆ, ਠੀਕ ਹੈ ਜੀ। ਤਾਂ ਹੁਣ ਜਦੋਂ ਹੀ ਮੈਂ ਇਸ ਦੇ ਉੱਤੇ 1 ਕਰਾਂਗਾ ਤਾਂ ਮੇਰੇ ਕੋਲ ਅਲਰਟ ਆ ਜਾਏਗਾ ਕਿ ਤੁਸੀਂ ਕੋਈ
रोल नंबर ऐसा एंटर किया है जो ऑलरेडी हो चुका है तो चेक करो, तो मैंने पता चल जाएगा कि मेरे तो कुछ टाइपिंग एरर हुई है। मैं इसनों 4 किया, मेरा ये अलर्ट चला गया। ठीक है, जे मैं इसनों इसकी जगह ते किते होर 1 करूंगा तो मेरे को अलर्ट आ जाएगा कि तुसी कुछ गलती की है। ठीक है, तो तुसी अपनी रिक्वायरमेंट के हिसाब नाल फॉर्मेटिंग कर सकते हो। नंबर 2, एक कैंडीडेट दे मैक्सिमम मार्क्स 50 आ सकते हैं। ठीक है, अगर उसका मैक्सिमम मार्क्स 50 है तो कैंडीडेट मैक्सिमम 50 मार्क्स ऑब्टेन कर सकता है। ਹੁਣ अगर आप मान लो एंट्री कर रहे हैं, ਹੁਣ ਇੱਥੇ कैंडीडेट ने लेट्स से 35 मार्क्स ऑब्टेन किए बट टाइपिंग एरर ਦੇ ਨਾਲੋਂ 355 ਹੋ ਗਏ। ठीक है, ਤਾਂ ਤੁਸੀਂ ਇਸ ਦੀ ਫਾਰਮੈਟਿੰਗ ਸੈੱਟ ਕਰ ਸਕਦੇ ਹੋ ਕਿ ਜਿੰਨੇ ਸਬਜੈਕਟਸ ਹੈ ਉਸ ਨੂੰ ਸਿਲੈਕਟ ਕੀਤਾ, ਕੰਡੀਸ਼ਨਲ ਫਾਰਮੈਟਿੰਗ ਲਗਾਈ ਕਿ ਸੈੱਲ ਦੀ ਵੈਲਿਊ ਅਗਰ ਗ੍ਰੇਟਰ ਦੈਨ 50 ਹੋਏ ਤਾਂ ਮੇਰੇ ਕੋਲੇ ਅਲਰਟ ਆ ਜਾਏ। ਠੀਕ, ਤਾਂ ਮੇਰਾ ਇਹ ਅਲਰਟ ਮੈਨੂੰ ਦੱਸੇਗਾ ਕਿ ਤੁਸੀਂ ਜੋ ਮੈਕਸਿਮਮ ਮਾਰਕਸ ਦੀ ਲਿਮਿਟ ਹੈ ਉਸ ਨੂੰ ਐਕਸੀਡ ਕਰ ਲਿਆ, ਰੀਚੈਕ ਕਰੋ। ਫॉर एग्जांपल ਜਿਵੇਂ ਸਬਜੈਕਟ 5 ਹੈ, मैंने 40 टाइप करना सी बट 4 की जगह पे मेरे तो 7 टाइप हो गया तो 70 चला गया। तो जिदा ही मैंने 70 किया मेरे को अलर्ट आ गया कि नहीं जी ये कुछ गलती है। मैंने 40 किया तो मेरा वो अलर्ट चला गया। अगर मैं 55 कर दूंगा फिर भी मेरे को अलर्ट आएगा, 51 कर दूंगा तो भी अलर्ट आएगा, लेकिन अगर मैं 50 करूंगा तो मेरे को अलर्ट नहीं आएगा। तो जो आप किसी पर्टिकुलर लैंदी डाटा के उपर काम करते हैं आप अपनी कंडीशनल फॉर्मेटिंग ਨੂੰ ਉਸ ਤਰੀਕੇ ਨਾਲ ਸੈੱਟ ਕਰ ਸਕਦੇ ਹਾਂ। ਆਪਣੀ ਰਿਕੁਆਇਰਮੈਂਟ ਕੀ ਹੈ, ਆਪਣੀ ਕੰਡੀਸ਼ਨ ਕੀ ਹੈ ਔਰ ਆਪਾਂ ਕੀ ਦੇਖਣਾ ਚਾਹੁੰਦੇ ਹਾਂ। ਸਿਮਿਲਰਲੀ ਇੱਥੇ ਜਿਵੇਂ 35 ਮਾਰਕਸ ਦੇਣੇ ਸੀਗੇ ਬਟ 355 ਦੋ ਵਾਰ ਪ੍ਰੈਸ ਹੋ ਗਿਆ, ਤੇ ਅਗਰ ਮੈਂ ਇੱਥੇ 35 ਕਰੂੰਗਾ ਤਾਂ ਮੇਰਾ ਉਹ ਵਾਲਾ ਜੋ ਅਲਰਟ ਹੈ ਉਹ ਚਲਾ ਜਾਏਗਾ। ਠੀਕ, ਤਾਂ ਇਹ ਕੰਡੀਸ਼ਨਲ ਫਾਰਮੈਟਿੰਗ ਹੈ। ਇਸ ਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ, ਅਗਰ ਤੁਸੀਂ ਕੋਈ ਰੇਂਜ ਦੇਣਾ ਚਾਹੁੰਦੇ ਹੋ कि हाँ मेरा जो नंबर है वो इस रेंज ਦੇ ਵਿੱਚ ਹੀ ਹੋਏ ਤਾਂ ਤੁਸੀਂ रेंज चूज कर सकते हो। अगर ਤੁਸੀਂ कोई स्पेसिफिक अलर्ट चेक करना चाहते हो कि अगर यह नंबर आ जाए तो मेरे को अलर्ट आ जाए, ठीक है, तो ਤੁਸੀਂ इक्वल टू फंक्शन यूज कर सकते हो। या अगर ਤੁਸੀਂ टेक्स्ट के उपर काम कर रहे हो, मान लो कुछ न्यूमेरिक वैल्यूज नहीं यूज कर रहे बट कोई टेक्स्ट यूज कर रहे हो, टेक्स्ट ਦੇ ਵਿੱਚ ਤੁਹਾਨੂੰ ਕੋਈ ਇੱਕ ਪਾਰਟਿਕੂਲਰ ਵਰਡ ਚਾਹੀਦਾ। ਠੀਕ ਹੈ, ਜਿਵੇਂ ਤੁਸੀਂ ਕੋਈ ਲੰਬਾ ਪੈਰਾਗ੍ਰਾਫ यूज कर रहे हो बट उस चाहिए कि जिथे जिथे SD कॉलेज आ जाए तो वो वाली चीज़ हाईलाइट हो जाए। ठीक है, तो तुसी टेक्स्ट दैट कंटेन्स दे विच SD कॉलेज लिख दोगे वो सेम उसी तरह हाईलाइट हो जाएगा जिस तरह इत्थे नंबर्स दे उपर काम कर रहे। ठीक है जी, तो ये अपनी कंडीशनल फॉर्मेटिंग है। जो तुसी कंडीशन करोगे वो उस हिसाब नाल उसनू फॉर्मेट कर देगा। उस तो बाद ये तुहाडा टेबल फॉर्मेटिंग है। तुसी टेबल नू अट्रैक्टिव बनाने दे लई ये वाली सारिया फॉर्मेटिंग्स ਨੂੰ यूज कर सकते हो कि किस तरह ਕਿਹੜੀ फॉर्मेटिंग ਨੂੰ यूज करना है, तो ये उस तरह ਨਾਲ ਤੁਹਾਡੀ वैल्यू ਨੂੰ पिक करेगा एंड उस तरह उसकी फॉर्मेटिंग करेगा। ठीक है, उस तो बाद अगर ਤੁਸੀਂ ਕਿਸੇ पर्टिकुलर सैल ਨੂੰ यूज करना है, ਜਿਵੇਂ सैल ਦੀ फॉर्मेटिंग करनी है तो ਤੁਸੀਂ सैल ਦਾ स्टाइल चूज कर सकते हो। ਉਵੇਂ 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 सैल ਦੀ फॉर्मेटिंग करेगा जो ਤੁਸੀਂ पिक करो। ठीक है जी, ये आ गई अपनी सैल फॉर्मेटिंग। उस तो बाद अपना फंक्शन आता है इंसर्ट फंक्शन। इंसर्ट तुसी कोई पर्टिकुलर सैल इंसर्ट करना है, तुसी पूरी दी पूरी कोई रो इंसर्ट करनी है। मान लो लेट्स से ये वाली चीज़ है, आप चाहते हैं कि ये नीचे एक रो इंसर्ट करनी है। इंसर्ट जो आप रोज करांगे तो अपनी रो इंसर्ट हो जाएगी। ठीक है, या आप इंसर्ट करके कोई कॉलम ऐड करना चाहते हैं तो अपने कॉलम ऐड हो जाएगा। या ਤੁਸੀਂ इंसर्ट सैल करना चाहते हो तो ਤੁਸੀਂ ਜਦੋਂ इंसर्ट सैल करोगे तो ਤੁਹਾਨੂੰ पूछेगा इंसर्ट सैल ये वाला ਜਿਹੜਾ सैल है इसको नीचे करना है, इस तो ऊपर करना है, ये पूरी दी पूरी रो लेनी है, पूरे का पूरा कॉलम लेना है, की करना है। जब मैंने इस तरह किया तो उसने आ वाले सैल ਨੂੰ नीचे करता, आ वाला सैल वेकेंट करता। ठीक है, तो ਤੁਸੀਂ पर्टिकुलर एक सैल भी इंसर्ट कर सकते हो, पूरी दी पूरी रो इंसर्ट कर सकते हो, पूरे का पूरा कॉलम इंसर्ट कर सकते हो। सिमिलरली अगर तुसी डिलीट करना है तो तुसी डिलीट सैल कर सकते हो। ठीक है, डिलीट सैल करोगे तो पूछेगा कि नीचे वाला ने ऊपर लेके आना है, किस तरह। मैंने ओके किया तो नीचे वाली वैल्यू ऊपर आ गई। अगर तुसी डिलीट इंटायर रो करना चाहते हो तो पूरी दी पूरी रो डिलीट हो जाएगी। डिलीट कॉलम करना चाहते हो पूरे का पूरा कॉलम डिलीट हो जाएगा।
ਜਾਂ ਅਗਰ ਤੁਸੀਂ ਡਿਲੀਟ ਸ਼ੀਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਅਲਰਟ ਪੁੱਛੇਗਾ ਕਿ ਇਹ ਵਾਲੀ ਜਿਹੜੀ ਸ਼ੀਟ ਹੈ ਤੁਸੀਂ ਇਸ ਨੂੰ ਪਰਮਾਨੈਂਟਲੀ ਡਿਲੀਟ ਕਰਨਾ ਚਾਹੁੰਦੇ ਹੋ, ਕਿਉਂਕਿ ਸ਼ੀਟ ਡਿਲੀਟ ਇੱਕ ਐਸੀ ਚੀਜ਼ ਹੈ, ਅਗਰ ਤੁਸੀਂ ਡਿਲੀਟ ਕਰਤੀ ਤਾਂ ਉਹ ਪਰਮਾਨੈਂਟਲੀ ਡਿਲੀਟ ਹੋਏਗੀ, ਤੁਸੀਂ ਇਸ ਨੂੰ ਦੁਬਾਰਾ ਬੈਕ ਨਹੀਂ ਕਰ ਸਕਦੇ। ਜਿਵੇਂ ਆਪਾਂ ਅੰਡੂ ਕਰ ਲੈਂਦੇ ਹਾਂ, ਉਹ ਚੀਜ਼ ਇੱਥੇ ਪੋਸੀਬਲ ਨਹੀਂ ਹੈ। ਤਾਂ ਜੇ ਤੁਸੀਂ ਸ਼ੀਟ ਡਿਲੀਟ ਕਰਤੀ ਤਾਂ ਪਰਮਾਨੈਂਟਲੀ ਡਿਲੀਟ ਹੋਏਗੀ। ਅਗਰ ਤੁਹਾਨੂੰ ਲੱਗਦਾ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕੰਟੀਨਿਊ ਕਰ ਲਓ, ਨਹੀਂ ਕੈਂਸਲ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਕੋਈ ਰੋ ਦੀ ਹਾਈਟ ਐਡਜਸਟ ਕਰਨੀ ਹੈ, ਕੋਈ ਕਾਲਮ ਦੀ ਵਿਡਥ ਐਡਜਸਟ ਕਰਨੀ ਹੈ, ਉਸ ਦੇ ਅਕੋਰਡਿੰਗ ਤੁਸੀਂ ਆਪਣੀ ਰੋ ਨੂੰ ਸੈੱਟ ਕਰ ਸਕਦੇ ਹੋ। ਫॉर एग्जांपल ਅਗਰ ਮੈਂ ਇਸ ਦੀ ਰੋ ਦੀ ਹਾਈਟ ਇਨਕਰੀਜ਼ ਕਰਨਾ ਚਾਹੁੰਦਾ, ਇਸ ਟਾਈਮ ਤੇ 15 ਹੈ, ਮੈਂ 20 ਕਰਦਾ, ਠੀਕ ਹੈ। ਤਾਂ ਆਹ ਵਾਲੀ ਜਿਹੜੀ ਰੋ ਹੈ ਇਸ ਦੀ ਜਿਹੜੀ ਸਾइज है वो 20 सेट हो जाएगा। अगर मैं कॉलम की जो विड्थ है लेट्स से वो 3.57 है, सॉरी 8.57 है, मैं इसनों 30 कर देना, तो ये मेरा कॉलम 30 ਦੀ ਵਿਡਥ ਦੇ ਉੱਤੇ ਸੈੱਟ ਹੋ ਜਾਏਗਾ। ਤਾਂ ਤੁਸੀਂ ਆਪਣੀ ਕੰਡੀਸ਼ਨਲ ਫਾਰਮੈਟਿੰਗ ਇੱਥੋਂ ਵੀ ਕਰ ਸਕਦੇ ਹੋ, ਜਾਂ ਤੁਸੀਂ ਸਿੰਪਲੀ ਇੱਥੋਂ ਡਰੈਗ ਕਰਕੇ ਆਪਣੇ ਹਿਸਾਬ ਨਾਲ ਇੱਥੋਂ ਵੀ ਕਰ ਸਕਦੇ ਹੋ। ਇਹ ਕਿੰਨਾ ਤੁਸੀਂ ਕਾਲਮ ਰੱਖਣਾ ਹੈ, ਕਿੰਨੀ ਤੁਸੀਂ ਰੋ ਰੱਖਣਾ ਹੈ, ਤੁਸੀਂ ਉਹਦੇ ਅਕੋਰਡਿੰਗ ਵੀ ਕੰਮ ਕਰ ਸਕਦੇ ਹੋ, ਠੀਕ ਹੈ। ਤਾਂ ਇਹ ਆਪਣਾ ਹੋਮ ਟੈਬ ਹੈ ਜਿਸ ਦੇ ਅੰਦਰ ਆਪਾਂ ਨੂੰ ਇਹ ਵਾਲੀਆਂ ਚੀਜ਼ਾਂ ਮਿਲਦੀਆਂ ਨੇ। ਅਪਾਰਟ ਫਰਮ ਦਿਸ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਇਹਦੇ ਵਿੱਚ ਇੱਕ ਫੰਕਸ਼ਨ ਮਿਲਦਾ ਹੈ ਸੌਰਟ ਐਂਡ ਫਿਲਟਰ। ਸੌਰਟ ਐਂਡ ਫਿਲਟਰ ਕਿਸ ਤਰ੍ਹਾਂ ਕੰਮ ਕਰਦਾ ਹੈ ਉਹ ਆਪਾਂ ਦੇਖਦੇ ਹਾਂ ਕਿ ਜਿਵੇਂ ਆਪਣੇ ਕੋਲੇ ਸੌਰਟ ਐਂਡ ਫਿਲਟਰ ਦੀ ਸਕਰੀਨ ਹੈ, ਠੀਕ ਹੈ। ਆਪਣੇ ਕੋਲੇ ਇੱਕ ਕਲਾਸ ਦੇ ਰੋਲ ਨੰਬਰਸ ਹੈ ਫॉर एग्जांपल, ठीक है। ਉਸ ਦੇ ਅਕੋਰਡਿੰਗ ਆਪਣੇ ਕੋਲੇ ਯੂਨੀਵਰਸਿਟੀ ਦਾ ਰੋਲ ਨੰਬਰ ਹੈ, ठीक है। ਤੇ ਆਪਣੇ ਕੋਲੇ ਮਾਰਕਸ ਆਊਟ ਆਫ 10 ਹੈ, ठीक है। ਆਊਟ ਆਫ 10 ਕਿੰਨੇ ਮਾਰਕਸ ਆਬਟੇਨ ਕੀਤੇ ਕਿਸੇ ਸਟੂਡੈਂਟ ਜਾਂ ਕਿਸੇ ਕੈਂਡੀਡੇਟ ਨੇ, ठीक है। ਤਾਂ ਹੁਣ ਤੁਸੀਂ ਇਸ ਦੀ ਸੌਰਟਿੰਗ ਅਗਰ ਕਰਨੀ ਹੈ ਤਾਂ ਤੁਸੀਂ ਸੌਰਟਿੰਗ ਦੇ ਲਈ ਕੀ ਕਰੋਗੇ, ਪੂਰੀ ਦੀ ਪੂਰੀ ਰੇਂਜ ਸਿਲੈਕਟ ਕਰੋ, ਠੀਕ ਹੈ। ਸੌਰਟ ਦੇ ਵਿੱਚ ਜਾ ਕੇ ਇਹਦੇ ਦੇਖੋ ਕਈ ਚੀਜ਼ਾਂ ਨੇ ਕਿ ਜਿੱਥੇ ਤੁਸੀਂ ਸੈੱਲ ਹੈ ਅਗਰ ਤੁਸੀਂ ਇਸ ਤਰ੍ਹਾਂ ਚੂਜ਼ ਕਰੋਗੇ ਤਾਂ ਤੁਹਾਡਾ ਐਕਟਿਵ ਸੈੱਲ ਤੁਹਾਨੂੰ ਦਿਖ ਰਿਹਾ ਹੋਏਗਾ E2 ਆ ਰਿਹਾ, ਠੀਕ ਹੈ। E2 ਮੀਨਸ ਇਹ ਤੁਹਾਡਾ ਐਕਟਿਵ ਸੈੱਲ ਹੈ। ਅਗਰ ਤੁਸੀਂ ਇਸ ਨੂੰ ਲਾਰਜੈਸਟ ਟੂ ਸਮੋਲੈਸਟ ਕਰ ਦੋਗੇ ਤਾਂ ਉਹ E ਵਾਲੇ ਨੂੰ ਬੇਸ ਮੰਨੇਗਾ ਔਰ ਇਸ ਦੇ ਅਕੋਰਡਿੰਗ ਤੁਹਾਡੀ ਸੌਰਟਿੰਗ ਨੂੰ ਸੈੱਟ ਕਰ ਦੇ। ਬਟ ਅਗਰ ਤੁਸੀਂ ਇਸ ਨੂੰ ਚਾਹੁੰਦੇ ਹੋ ਕਿ ਠੀਕ ਹੈ ਮੇਰਾ ਚਾਹੇ ਐਕਟਿਵ ਸੈੱਲ ਇਹ ਵਾਲਾ ਹੈ ਲੇਕਿਨ ਮੈਨੂੰ ਜਿਹੜੀ ਸੌਰਟਿੰਗ ਹੈ ਯੂਨੀਵਰਸਿਟੀ ਰੋਲ ਨੰਬਰ ਦੇ ਹਿਸਾਬ ਨਾਲ ਚਾਹੀਦੀ ਹੈ, ਜਾਂ ਐਕਟਿਵ ਸੈੱਲ ਚਾਹੇ ਮੇਰਾ ਹੈ ਬਟ ਮੈਨੂੰ ਜਿਹੜੀ ਸੌਰਟਿੰਗ ਹੈ ਉਹ ਕਲਾਸ ਰੋਲ ਨੰਬਰ ਅਕੋਰਡਿੰਗ ਚਾਹੀਦੀ ਹੈ। ਪ੍ਰੈਫਰੇਬਲ ਹਮੇਸ਼ਾ ਇਹ ਰਹਿੰਦਾ ਹੈ ਕਿ ਤੁਸੀਂ ਸੌਰਟ ਦੇ ਵਿੱਚ ਜਾਓ, ਕਸਟਮ ਸੌਰਟ ਪਿਕ ਕਰੋ, ਠੀਕ ਹੈ। ਕਸਟਮ ਸੌਰਟ ਤੁਹਾਨੂੰ ਪੁੱਛੇਗਾ ਕਿ ਤੁਸੀਂ ਸੌਰਟ ਕਿਸ ਤਰ੍ਹਾਂ ਕਰਨਾ ਚਾਹੁੰਦੇ ਹੋ ਕਾਲਮ ਨੰਬਰ 1, ਤਾਂ ਤੁਹਾਡੇ ਕੋਲ ਡ੍ਰੌਪ ਡਾਊਨ ਮੈਨੂ ਆ ਜਾਂਦਾ, ਤੁਹਾਡੇ ਕੋਲ ਫਲੈਕਸੀਬਿਲਿਟੀ ਆ ਜਾਂਦੀ ਹੈ ਕਿ ਤੁਸੀਂ ਕਿਸ ਹੈਡਰ ਦੇ ਥਰੂ ਜਾਂ ਕਿਸ ਕਾਲਮ ਦੇ ਥਰੂ ਤੁਸੀਂ ਇਸ ਨੂੰ ਸੌਰਟਿੰਗ ਕਰਨਾ ਚਾਹੁੰਦੇ ਹੋ, ਠੀਕ ਹੈ। ਹੁਣ ਮੇਰਾ ਚਾਹੇ ਐਕਟਿਵ ਸੈੱਲ E3 ਹੈ, ठीक है, मतलब मेरा E वाला ਜਿਹੜਾ ਕਾਲਮ ਹੈ ਉਹ ਹਾਈਲਾਈਟਡ ਹੈ E3, ਬਟ ਮੈਂ ਯੂਨੀਵਰਸਿਟੀ ਰੋਲ ਨੰਬਰ ਚੂਜ਼ ਕਰਦਾ, ਠੀਕ ਹੈ। ਤਾਂ ਮੈਨੂੰ ਪੁੱਛੇਗਾ ਕਿ ਤੁਸੀਂ ਇਸ ਨੂੰ ਸਮੋਲੈਸਟ ਚੂਜ਼ ਕਰਨਾ ਚਾਹੁੰਦੇ ਹੋ ਜਾਂ ਲਾਰਜੈਸਟ ਟੂ ਸਮੋਲੈਸਟ ਕਰਨਾ ਚਾਹੁੰਦੇ ਹੋ, ਠੀਕ ਹੈ। ਲਾਰਜੈਸਟ ਟੂ ਸਮੋਲੈਸਟ ਕੀਤਾ ਤਾਂ ਇਹ ਮੇਰਾ ਐਕਟਿਵ ਸੈੱਲ ਚਾਹੇ E2 ਜਾਂ E3 ਸੀ ਬਟ ਉਸਨੇ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਰੋਲ ਨੰਬਰ ਦੇ ਅਕੋਰਡਿੰਗ ਸੌਰਟ ਕੀਤਾ, ਠੀਕ ਹੈ। ਇਹ ਆਪਣੀ ਸੌਰਟਿੰਗ ਹੈ, ਤੁਸੀਂ ਇਸ ਨੂੰ ਸੌਰਟਿੰਗ ਨੂੰ ਯੂਜ਼ ਕਰ ਸਕਦੇ ਹੋ ਆਪਣੇ ਡਾਟਾ ਦੇ ਲਈ। ਇਸ ਤੋਂ ਇਲਾਵਾ ਇਸੇ ਦੇ ਨੀਚੇ ਆਪਣੇ ਕੋਲ ਇੱਕ ਆਪਸ਼ਨ ਆਉਂਦੀ ਹੈ ਫਿਲਟਰ ਦੀ, ਠੀਕ ਹੈ। ਫਿਲਟਰ ਕਿਸ ਤਰ੍ਹਾਂ ਕੰਮ ਕਰਦਾ ਹੈ, ਅਗਰ ਮੰਨ ਲਓ ਤੁਹਾਡਾ ਇਹ ਡਾਟਾ ਹੈ ਤਾਂ ਤੁਸੀਂ ਇਸ ਨੂੰ ਫਿਲਟਰ ਚੂਜ਼ ਕਰ ਲਿਆ, ਠੀਕ ਹੈ। ਤਾਂ ਤੁਹਾਡਾ ਇਹ ਵਾਲਾ ਡਾਟਾ ਇੱਕ ਤਰ੍ਹਾਂ ਨਾਲ ਟੈਕਸਟ ਬਾਕਸ ਦੇ ਵਿੱਚ ਡ੍ਰੌਪ ਡਾਊਨ ਮੈਨੂ ਦੇ ਵਿੱਚ ਕਨਵਰਟ ਹੋ ਜਾਏਗਾ। ਡ੍ਰੌਪ ਡਾਊਨ ਦਾ ਮੀਨਿੰਗ ਕੀ ਹੈ, ਕਈ ਵਾਰੀ ਆਪਣੀ ਕੀ ਰਿਕੁਆਇਰਮੈਂਟ ਹੈ ਕਿ ਮੇਰੇ ਮਾਰਕਸ ਲਿਖੇ ਹੋਏ ਨੇ, ਠੀਕ ਹੈ, ਮੈਂ ਇਹ ਮਾਰਕਸ ਨੂੰ ਵਰਡ ਦੇ ਵਿੱਚ ਲਿਖਣਾ, ਜਾਂ ਅਕਾਊਂਟਸ ਦੇ ਵਿੱਚ ਬਹੁਤ ਵਾਰੀ ਇਹ ਯੂਜ਼ ਹੁੰਦੀ ਹੈ ਕਿ ਜਿਨ੍ਹਾਂ ਨੇ ਅਕਾਊਂਟਸ ਟੀਮ ਨੇ ਚੈੱਕ ਇਸ਼ੂ ਕਰਨਾ ਉਹਨਾਂ ਦੇ ਕੋਲੇ ਅਮਾਊਂਟ ਹੈ ਕਿ ਮੈਨੇ ਇਸ ਬੰਦੇ ਨੂੰ ਲੈਟਸ ਸੇ 10,000 ਦਾ ਚੈੱਕ ਦੇਣਾ ਔਰ ਉਹਦੇ ਨਾਲ ਆਪਾਂ ਨੂੰ ਉਹਦੀ ਅਮਾਊਂਟ ਜੋ ਹੈ ਵਰਡਸ ਦੇ ਵਿੱਚ ਵੀ ਚਾਹੀਦੀ ਹੈ, ਠੀਕ ਹੈ। ਤਾਂ ਆਪਾਂ ਉਹਦੇ ਲਈ ਕੀ ਕਰਨਾ, ਆਪਾਂ ਡਾਟਾ ਸਿਲੈਕਟ ਕੀਤਾ, ਠੀਕ ਹੈ, ਉਸ ਦੇ ਉੱਪਰ ਫਿਲਟਰ ਵਾਲੀ ਆਪਸ਼ਨ ਨੂੰ ਕਲਿੱਕ ਕੀਤਾ ਤਾਂ ਡਾਟਾ ਆਪਣੇ ਕੋਲੇ ਇਸ ਤਰ੍ਹਾਂ ਦਿਖੇਗਾ। ਉਸ ਤੋਂ ਬਾਅਦ ਤੁਸੀਂ ਇਸ ਨੂੰ ਨੰਬਰਸ ਦੇ ਵਿੱਚ ਲਿਖਣਾ, ਵਰਡਸ ਦੇ ਵਿੱਚ ਲਿਖਣਾ, ਤਾਂ ਤੁਸੀਂ ਸਿਲੈਕਟ ਆਲ ਦੀ ਜਗ੍ਹਾ ਤੇ ਹਟਾ ਕੇ ਪਹਿਲਾਂ ਸਿਰਫ 6 ਨੂੰ ਸਿਲੈਕਟ ਕਰੋ। ਇਹ ਇੱਕ ਚੈੱਕ ਬਾਕਸ, ਇਸ ਨੂੰ ਆਪਾਂ ਕਹਿੰਦੇ ਹਾਂ ਚੈੱਕ ਬਾਕਸ, ਠੀਕ ਹੈ। ਆਪਾਂ ਮਲਟੀਪਲ ਵੀ ਕਰ ਸਕਦੇ ਹਾਂ ਬਟ ਕਿਉਂਕਿ ਆਪਣੀ ਹਰੇਕ ਫੀਲਡ ਦੀ ਵੈਲਿਊ ਅਲੱਗ-ਅਲੱਗ ਹੈ ਤਾਂ ਆਪਾਂ ਐਟ ਏ ਟਾਈਮ ਕੋਈ ਇੱਕ ਚੀਜ਼ ਪਿਕ ਕੀਤੀ
ਓਕੇ ਕੀਤਾ ਤਾਂ ਮੈਨੂੰ ਜੋ ਜਿੱਥੇ ਜਿੱਥੇ 6 ਵੈਲਿਊ ਹੈ ਸਿਰਫ ਉਹ ਰੋਜ਼ ਦਿਖਾਏਗਾ ਫਿਲਟਰ ਕਰਕੇ। ਇਸੇ ਕਰਕੇ ਆਪਾਂ ਇਸ ਨੂੰ ਕਹਿੰਦੇ ਹਾਂ ਫਿਲਟਰ। ਠੀਕ ਹੈ, ਮੇਰਾ ਉਹ ਡਾਟਾ ਫਿਲਟਰ ਹੋ ਕੇ ਆ ਜਾਏਗਾ ਜੋ ਮੈਨੂੰ ਚਾਹੀਦਾ। ਤਾਂ ਮੇਰੇ ਕੋਲ 6 ਫਿਲਟਰ ਹੋ ਕੇ ਆ ਗਿਆ। ਹੁਣ ਮੈਨੇ ਇੱਥੇ ਲੈਟਸ ਸੇ ਇੰਗਲਿਸ਼ ਦੇ ਵਿੱਚ ਵਰਡਸ ਦੇ ਵਿੱਚ ਲਿਖਤਾ 6। ਹੁਣ ਇਹ ਤਾਂ ਸਮਾਲ ਡਾਟਾ ਦਾ ਆਪਾਂ ਇੱਥੇ 6 ਵੀ ਲਿਖ ਸਕਦੇ ਹਾਂ। ਨਹੀਂ, ਜਨਰਲੀ ਕੀ ਹੈ, ਤੁਸੀਂ ਇਸ ਨੂੰ ਪਿਕ ਕੀਤਾ, ਤੁਸੀਂ ਇਸ ਨੂੰ ਡਰੈਗ ਕਰਤਾ, ਲੈਟਸ ਸੇ ਜਿੰਨੇ ਵੀ ਫੀਲਡ ਹੈ ਤੁਸੀਂ ਉਹਨਾਂ ਡਾਟਾ ਡਰੈਗ ਕਰ ਸਕਦੇ ਹੋ। ਤਾਂ ਇਹ ਜਿਹੜੀ 6 ਵੈਲਿਊ ਹੈ ਉਹ ਤੁਹਾਡੀ ਡਰੈਗ ਹੋ ਕੇ ਉੱਥੇ ਆ ਜਾਏ। ਠੀਕ ਹੈ, ਹੁਣ ਉਸ ਤੋਂ ਬਾਅਦ ਆਪਾਂ 6 ਕਰ ਲਿਆ, ਉਸ ਤੋਂ ਬਾਅਦ ਆਪਾਂ 7 ਚੂਜ਼ ਕੀਤਾ ਤਾਂ ਆਪਣੇ ਕੋਲੇ ਜੋ ਵੈਲਿਊ 7 ਵਾਲੀ ਹੈ ਸਿਰਫ ਉਹ ਦਿਖੇਗੀ, ਆਪਾਂ ਨੂੰ 7 ਤੋਂ ਇਲਾਵਾ ਬਾਕੀ ਡਾਟਾ ਨਹੀਂ ਰਿਫਲੈਕਟ ਹੋਏਗਾ। ਤਾਂ ਮੈਨੇ ਇੱਥੇ 7, ਠੀਕ ਹੈ, ਇਸੇ ਤਰ੍ਹਾਂ ਮੈਨੇ ਜਿੱਥੇ ਜਿੱਥੇ 7 ਸੀ ਉੱਥੇ ਉੱਥੇ 7 ਕਰ ਲਿਆ। ਠੀਕ ਹੈ, ਉਸ ਤੋਂ ਬਾਅਦ 8 ਕੀਤਾ ਤਾਂ ਮੈਨੂੰ ਉਹ ਵਾਲੇ ਫੀਲਡ ਦਿਖ ਗਏ ਜਿੱਥੇ ਜਿੱਥੇ 8 ਹੈ। सिमिलरली मैंने 8 चूज करके सारिया जगह पे 8 पेस्ट करता। ठीक है, सिमिलरली बाकी डाटा हो जाएगा। हुण तुसी अगर देखना चाहते हो कि हाँ वो सारा डाटा हो गया तो तुसी सिलेक्ट किया फिल्टर क्लीयर कर लिया या रीअप्लाई। फॉर एग्जांपल मैंने क्लीयर करता। ठीक है, तो तुसी देख रहे हो 7 6 8 7 7 6 8 इस तरह थोड़ी ਉਹਦੀ जो numeric वैल्यू है वो ਤੁਹਾਨੂੰ in words दिख रही है। ठीक है, तो यह एक जो आप कोई भी फिल्टर ਨੂੰ क्लीयर करते हैं, ठीक है, तो फिल्टर क्लीयर होने तो बाद ਆਪਾਂ ਨੂੰ ਉਸ ਦੀ वैल्यू देखनी होए तो इस तरह दिखती है। क्लीयर, ਹੁਣ ਆਪਾਂ चलते हैं अपने नैक्सट टैब के उपर जो कि है अपनी इंसर्ट टैब। ठीक है जी, इंसर्ट ਦੇ ਵਿੱਚ ਆਪਣੇ ਕੋਲੇ ਮਲਟੀਪਲ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ। ठीक है, ਜਿੱਥੇ ਆਪਾਂ ਕੋਈ ਵੀ ਚੀਜ਼ ਇਨਸਰਟ ਕਰ ਸਕਦੇ ਹਾਂ ਐਸ ਪਰ ਆਰ ਰਿਕੁਆਇਰਮੈਂਟ। ਸਭ ਤੋਂ ਪਹਿਲੀ ਚੀਜ਼, ਲੈਟਸ ਸੇ ਤੁਸੀਂ ਕੋਈ ਟੇਬਲ ਇਨਸਰਟ ਕਰਨਾ ਤਾਂ ਤੁਸੀਂ ਟੇਬਲ ਇਨਸਰਟ ਕਰ ਸਕਦੇ ਹੋ। ਟੇਬਲ ਵੈਸੇ ਜਨਰਲੀ ਆਲਰੇਡੀ ਹੁੰਦਾ ਤਾਂ ਆਪਾਂ ਟੇਬਲ ਵੈਸੇ ਐਕਸਲ ਦੇ ਵਿੱਚ ਬਹੁਤ ਰੇਅਰਲੀ ਯੂਜ਼ ਕਰ ਸਕਦੇ ਹਾਂ, ਬਟ ਅਗਰ ਆਪਾਂ ਨੂੰ ਫਿਰ ਵੀ ਲੱਗਦਾ ਆਪਾਂ ਕੁਝ ਕਰਨਾ ਹੈ ਤਾਂ ਆਪਾਂ ਟੇਬਲ ਇਨਸਰਟ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਪਿਕਚਰ, ਅਗਰ ਕੋਈ ਲੈਟਸ ਸੇ ਪਿਕਚਰ ਇਨਸਰਟ ਕਰਨੀ ਹੈ ਆਪਣੇ ਡਾਟਾ ਦੇ ਵਿੱਚ ਤਾਂ ਆਪਾਂ ਕੋਈ ਵੀ ਪਿਕਚਰ ਇਨਸਰਟ ਕਰ ਸਕਦੇ ਹਾਂ। ਜਿਵੇਂ ਆਪਾਂ ਕਲਿੱਕ ਕੀਤਾ ਤਾਂ ਉਹ ਡੈਸਕਟਾਪ ਤੇ ਖੁੱਲੇਗਾ, ਉੱਥੇ ਅਗਰ ਕੋਈ ਪਿਕਚਰ ਪਈ ਹੈ ਤਾਂ ਤੁਸੀਂ ਉਸ ਨੂੰ ਇਨਸਰਟ ਕਰ ਲਿਆ ਬਰਾਊਜ਼ ਕਰਕੇ। ठीक है, अकॉर्डिंग टू रिक्वायरमेंट ਤੁਸੀਂ ਪਿਕਚਰ ਨੂੰ ਇਨਸਰਟ ਕਰ ਲਿਆ। ਜਿੱਦਾਂ ਹੀ ਪਿਕਚਰ ਇਨਸਰਟ ਹੋਏਗੀ ਤਾਂ ਤੁਹਾਡੇ ਕੋਲ ਫਾਰਮੈਟ ਦੀ ਆਪਸ਼ਨ ਬਾय डिफॉल्ट ओपन हो जाएगी। ਇਸ ਦੇ ਵਿੱਚ ਤੁਸੀਂ ਰਿਮੂਵ ਬੈਕਗਰਾਉਂਡ, ਕਈ ਵਾਰੀ ਕੀ ਹੁੰਦਾ ਕਿ ਕੋਈ ਪਿਕਚਰ ਦੀ ਬੈਕਗਰਾਉਂਡ ਆ ਰਹੀ ਹੁੰਦੀ ਹੈ, ਇਸ ਦੇ ਵਿੱਚ ਨਹੀਂ ਕੰਮ ਕਰ ਰਹੀ ਕਿਉਂਕਿ ਇਸ ਦੇ ਵਿੱਚ ਕੋਈ ਐਸਾ ਬੈਕਗਰਾਉਂਡ ਨਹੀਂ ਹੈ, ਇਹ ਇੱਕ ਆਈਕਨ ਹੈ। ਬਟ ਕਈ ਵਾਰ ਤੁਹਾਡੇ ਕਿਸੇ ਪਾਰਟਿਕੂਲਰ ਪਿਕਚਰ ਦੇ ਬੈਕਗਰਾਉਂਡ ਆਏ ਤਾਂ ਤੁਸੀਂ ਉਸ ਨੂੰ ਰਿਮੂਵ ਬੈਕਗਰਾਉਂਡ ਕਰਕੇ ਦੇਖ ਸਕਦੇ ਹੋ ਕਿ ਉਹ ਸਹੀ ਹੈ ਜਾਂ ਨਹੀਂ। ਅਗਰ ਤੁਹਾਨੂੰ ਲੱਗਦਾ ਹੈ ਕਿ ਉਹ ਬੈਕਗਰਾਉਂਡ ਰਿਮੂਵ ਕਰਨ ਤੋਂ ਬਾਅਦ ਠੀਕ ਵਿਜ਼ਿਬਿਲਿਟੀ ਹੈ ਤਾਂ ਕੀਪ ਕਰ ਲਓ, ਐਲਸਵਾਈਜ਼ ਡਿਸਕਾਰਡ ਚੇਂਜਸ ਕਰ ਸਕਦੇ ਹੋ। ਕਰੈਕਸ਼ਨ ਦੇ ਵਿੱਚ ਤੁਸੀਂ ਉਸ ਨੂੰ ਕੋਈ ਵੀ ਕਰੈਕਸ਼ਨ ਕਰਨੀ ਹੈ ਪਿਕਚਰ ਦੀ ਤਾਂ ਤੁਸੀਂ ਉਸ ਦੀ ਕਰੈਕਟਨੈਸ ਜੋ ਵੀ ਹੈ ਕਰੈਕਸ਼ਨ ਹੈ ਉਹ ਕਰ ਸਕਦੇ ਹੋ, ਲਾਈਟ ਡਾਰਕ ਐਸ ਪਰ ਦਾ ਰਿਕੁਆਇਰਮੈਂਟ ਉਹ ਚੀਜ਼ ਕਰ ਸਕਦੇ ਹੋ। ਠੀਕ ਹੈ, ਤੁਸੀਂ ਕੋਈ ਸਮਾਰਟ ਆਰਟ, ਕੋਈ ਸ਼ੇਪ ਐਡ ਕਰਨੀ ਹੈ, ਕੋਈ ਕਰਸਰ ਐਡ ਕਰਨਾ ਹੈ ਤਾਂ ਇਸ ਤਰ੍ਹਾਂ ਨਾਲ ਕੋਈ ਵੀ ਚੀਜ਼ ਐਡ ਕਰ ਸਕਦੇ ਹੋ। ਇਸ ਤੋਂ ਬਾਅਦ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਾਂ ਮੈਕਸੀਮਾਈਜ਼ਡ ਯੂਜ਼ ਹੁੰਦਾ ਹੈ ਉਹ ਆਉਂਦਾ ਆਪਣਾ ਹੈਡਰ ਐਂਡ ਫੁੱਟਰ। ਹੈਡਰ ਐਂਡ ਫੁੱਟਰ ਦੇ ਵਿੱਚ ਕੀ ਹੈ ਕਿ ਜਿੱਦਾਂ ਜਨਰਲੀ ਕਾਲਜ ਦੀ ਅਗਰ ਆਪਾਂ ਦੇਖਦੇ ਹਾਂ ਕੋਈ ਲੈਟਰ ਹੈਡ ਦੇ ਉੱਪਰ ਆਪਾਂ ਕੋਈ ਚੀਜ਼ ਕਰਨੀ ਹੈ ਜਾਂ ਆਪਾਂ ਕੋਈ ਡਿਜੀਟਲ ਸਰਟੀਫਿਕੇਟ ਬਣਾਉਣਾ ਹੈ ਜਾਂ ਕੁਝ ਵੀ ਹੈ, ਠੀਕ ਹੈ, ਤਾਂ ਆਪਾਂ ਸਭ ਤੋਂ ਪਹਿਲਾਂ ਹੈਡਰ ਚੂਜ਼ ਕੀਤਾ। ਠੀਕ ਹੈ, ਇਨਸਰਟ, ਜਦੋਂ ਆਪਾਂ ਇਨਸਰਟ ਤੇ ਜਾ ਕੇ
ਹੈਡਰ ਤੇ ਕਲਿੱਕ ਕਰਾਂਗੇ ਤਾਂ ਆਪਣੇ ਕੋਲ ਇਹ ਵਾਲੀ ਸਕਰੀਨ ਆਏਗੀ। ਠੀਕ ਹੈ, ਬਾਈ ਡਿਫਾਲਟ ਹੈਡਰ ਦੇ 3 ਪਾਰਟ ਹੁੰਦੇ ਨੇ। ਫਸਟ ਪਾਰਟ ਦੇ ਵਿੱਚ ਤੁਸੀਂ ਕੀ ਲਿਖਣਾ ਚਾਹੁੰਦੇ ਹੋ, ਸੈਕੰਡ ਦੇ ਵਿੱਚ ਕੀ, ਥਰਡ ਦੇ ਵਿੱਚ ਕੀ, ਅਕੋਰਡਿੰਗਲੀ ਤੁਸੀਂ ਹੈਡਰ ਐਂਡ ਫੁੱਟਰ ਦੇ ਵਿੱਚ ਵੈਲਿਊ ਲਿਖਤੀ। ਉਸ ਤੋਂ ਬਾਅਦ ਇਹਦੇ ਬਾਟਮ ਤੇ ਜੋ ਚੀਜ਼ ਹੁੰਦੀ ਹੈ ਉਸ ਨੂੰ ਕਹਿੰਦੇ ਆ ਫੁੱਟਰ। ਫੁੱਟਰ ਦੇ ਵੀ ਉਸੇ ਤਰ੍ਹਾਂ 3 ਕਾਲਮਸ ਹੈ। ਠੀਕ ਹੈ, ਅਗਰ ਤੁਸੀਂ ਜਾ ਕੇ ਦੇਖੋਗੇ ਤਾਂ ਇਸ ਤਰ੍ਹਾਂ ਦਿਖਦਾ ਹੈ। ਇਸ ਦੇ ਵਿੱਚ ਤੁਸੀਂ ਲੈਟਸ ਸੇ ਕਾਲਜ ਦਾ ਐਡਰੈਸ ਲਿਖਤਾ। ਉਸ ਤੋਂ ਬਾਅਦ ਲੈਫਟ ਫੁੱਟਰ ਦੇ ਉੱਪਰ ਤੁਸੀਂ ਡੇਟ ਲਿਖਣਾ ਚਾਹੁੰਦੇ ਹੋ, ਟਾਈਮ ਦੇਣਾ ਚਾਹੁੰਦੇ ਹੋ, ਜਾਂ ਕੋਈ ਪਾਰਟਿਕੂਲਰ ਲੋਗੋ ਦੇਣਾ ਚਾਹੁੰਦੇ ਹੋ, ਉਹ ਚੀਜ਼ ਆ ਸਕਦੀ ਹੈ। ਆਪਾਂ ਟਾਈਮ ਡੇਟ ਦਿੱਤੀ ਹੋਈ ਹੈ। ਰਾਈਟ ਹੈਂਡ ਸਾਈਡ ਦੇ ਉੱਤੇ ਪੇਜ ਨੰਬਰ, ਠੀਕ ਹੈ, ਤਾਂ ਉਹ ਚੀਜ਼ ਆ ਸਕਦੀ ਹੈ। ਤਾਂ ਇਹ ਆਂਦਾ ਹੈਡਰ ਐਂਡ ਫੁੱਟਰ। ਉਸ ਤੋਂ ਬਾਅਦ ਅਗਲੀ ਚੀਜ਼ ਆਂਦੀ ਹੈ ਪੇਜ ਲੇਆਊਟ। ਇਹ ਇੱਕ ਲੈਂਦੀ ਡਾਟਾ ਹੈ। ਫॉर एग्जांपल ਆਪਣੇ ਇਹ ਸੀਰੀਅਲ ਨੰਬਰ ਹੈ। ਠੀਕ ਹੈ, ਕਿ ਆਪਾਂ 52 ਕੈਂਡੀਡੇਟਸ ਦਾ ਇੱਕ ਡਾਟਾ ਬਣਾਇਆ, ਜਿਸ ਦੇ ਵਿੱਚ ਉਹਨਾਂ ਦਾ ਰੋਲ ਨੰਬਰ ਹੈ, ਸੈਸ਼ਨ 2020 ਹੈ, ਸਮੈਸਟਰ ਨੰਬਰ 1, ਸਬਜੈਕਟਸ ਦੇ ਅਲੱਗ-ਅਲੱਗ ਸਬਜੈਕਟਸ ਦੇ ਮਾਰਕਸ ਹੈ। ਠੀਕ ਹੈ, ਹੁਣ ਆਪਾਂ ਇਸ ਨੂੰ ਪ੍ਰਿੰਟ ਕਰਨਾ ਹੈ। ਠੀਕ ਹੈ, ਤਾਂ ਪ੍ਰਿੰਟ ਕਰਨ ਦੇ ਲਈ ਅਲੱਗ-ਅਲੱਗ ਆਪਸ਼ਨਸ ਕੀ ਹੈ। ਸਭ ਤੋਂ ਪਹਿਲੀ ਆਪਸ਼ਨ ਕੀ ਹੈ, ਮਾਰਜਨ। ਤੁਸੀਂ ਨਾਰਮਲ ਮਾਰਜਨ ਦੇਣਾ ਹੈ, ਪੇਜ ਦੇ ਵਿੱਚ ਜ਼ਿਆਦਾ ਮਾਰਜਨ ਦੇਣਾ ਹੈ, ਜਾਂ ਨੈਰੋ। ਠੀਕ ਹੈ, ਤਾਂ ਤੁਸੀਂ ਆਪਣੇ ਮਾਰਜਨ ਨੂੰ ਸੈੱਟ ਕਰ ਸਕਦੇ ਹੋ। ਓਰੀਐਂਟੇਸ਼ਨ ਦੇ ਵਿੱਚ ਤੁਸੀਂ ਇਸ ਦਾ ਜੋ ਪ੍ਰਿੰਟ ਹੈ ਉਹ ਪੋਰਟਰੇਟ ਵਿਊ ਦੇ ਮੋਡ ਦੇ ਵਿੱਚ ਲੈਣਾ ਹੈ ਜਾਂ ਲੈਂਡਸਕੇਪ ਮੋਡ ਦੇ ਵਿੱਚ ਲੈਣਾ ਹੈ। ਠੀਕ ਹੈ, ਉਸ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ। ਸਾਈਜ਼ ਦੇ ਵਿੱਚ ਤੁਹਾਡਾ ਲੈਟਰ ਹੈ, ਲੀਗਲ ਪੇਪਰ ਹੈ, ਐਗਜ਼ੀਕਿਊਟਿਵ ਬੌਂਡ ਪੇਪਰ ਹੈ, A3 A4 A5 ਅਲੱਗ-ਅਲੱਗ ਪੇजेस ਦੇ ਸਾਈਜ਼ ਹੈ। ਤੁਸੀਂ ਕਿਹੜਾ ਪੇਜ ਸਾਈਜ਼ ਹੈ ਉਸ ਦੇ ਅਕੋਰਡਿੰਗ ਲੈ ਸਕਦੇ ਹੋ। ਉਸ ਤੋਂ ਬਾਅਦ ਇਹ ਸੈਟਿੰਗ ਕਰਨ ਤੋਂ ਬਾਅਦ ਆਪਸ਼ਨ ਆਉਂਦੀ ਹੈ ਪ੍ਰਿੰਟ ਏਰੀਆ ਜਾਂ ਪੇਜ ਸੈਟਅਪ। ਪ੍ਰਿੰਟ ਏਰੀਆ ਦੇ ਵਿੱਚ ਲੈਟਸ ਸੇ ਮੈਨੂੰ ਲੱਗਦਾ ਕਿ ਮੈਨੂੰ ਸਿਰਫ 20 ਸਟੂਡੈਂਟਸ ਦਾ ਡਾਟਾ ਪ੍ਰਿੰਟ ਕਰਨਾ, ਤਾਂ ਮੈंने 20 ਕੀਤਾ। ਪ੍ਰਿੰਟ ਏਰੀਆ ਦੇ ਵਿੱਚ ਜਾ ਕੇ ਸੈਟ ਪ੍ਰਿੰਟ ਏਰੀਆ ਕਰਤਾ। ਠੀਕ ਹੈ, ਤਾਂ ਜਦੋਂ ਮੇਰਾ ਪ੍ਰਿੰਟ ਹੋਏਗਾ ਉਹ ਸਿਰਫ ਇੰਨਾ ਡਾਟਾ ਹੀ ਪ੍ਰਿੰਟ ਹੋਏਗਾ, ਇਸ ਤੋਂ ਨੀਚੇ ਵਾਲਾ ਡਾਟਾ ਪ੍ਰਿੰਟ ਨਹੀਂ ਹੋਏਗਾ। ठीक है, या अगर मैंने लगता है कि नहीं ये गलत हो गया तो मैं क्लियर प्रिंट एरिया कर दूंगा, तो ये मेरा पूरे का पूरा बैक टू नॉर्मल आ जाएगा। ठीक है, ਹੁਣ ਇਹ ਵਾਲੀ ਜੋ ਟੈਬ ਹੈ ਇਸ ਨੂੰ ਆਪਾਂ ਕਹਿੰਦੇ ਹਾਂ ਕਸਟਮਾਈਜ਼ਡ ਐਕਸੈਸ ਟੂਲ ਬਾਰ। ਇਸ ਦੇ ਵਿੱਚ ਆਪਾਂ ਪ੍ਰਿੰਟ ਪ੍ਰੀਵਿਊ ਜਾਂ ਪ੍ਰਿੰਟ ਏਰੀਆ ਲੈ ਲਿਆ। ਠੀਕ ਹੈ, ਤਾਂ ਆਪਣੇ ਕੋਲੇ ਇੱਥੇ ਇੱਕ ਪ੍ਰਿੰਟ ਏਰੀਆ ਦੀ ਆਪਸ਼ਨ ਆ ਜਾਏਗੀ। ਹੁਣ ਜਦੋਂ ਮੈਂ ਇਸ ਤੇ ਕਲਿੱਕ ਕਰਦਾ ਤਾਂ ਮੈਨੂੰ ਪਤਾ ਚੱਲੇਗਾ ਕਿ ਹਾਂ ਮੇਰਾ ਡਾਟਾ ਮੈਥਸ ਤੱਕ ਹੀ ਆ ਰਿਹਾ। ਠੀਕ ਹੈ, ਮੇਰਾ ਡਾਟਾ ਕੰਪਲੀਟ ਨਹੀਂ ਆ ਰਿਹਾ। ਗੋਇੰਗ ਫਾਰਵਰਡ ਅਗਰ ਮੈਂ ਦੇਖਦਾ ਤਾਂ 52 ਦਾ ਮੈਥਸ ਤੱਕ ਦਾ ਇੱਥੇ ਤੱਕ ਆ ਰਿਹਾ, ਔਰ ਇੰਗਲਿਸ਼ ਟੋਟਲ ਐਂਡ ਮੈਕਸਿਮਮ ਮਾਰਕਸ ਨੈਕਸਟ ਪੇਜ ਤੇ ਸਪਲਿਟ ਹੋ ਰਿਹਾ। ਠੀਕ ਹੈ, ਤਾਂ ਦੋ ਤਰੀਕੇ ਨਾਲ ਆਪਾਂ ਇਸ ਨੂੰ ਸੈੱਟ ਕਰ ਸਕਦੇ ਹਾਂ। ਪਹਿਲਾ, ਜਦੋਂ ਤੁਸੀਂ ਥਰਡ ਆਪਸ਼ਨ ਤੇ ਕਲਿੱਕ ਕਰੋਗੇ ਜੋ ਇੱਥੇ ਦਿਖ ਰਹੀ ਹੈ, ਤਾਂ ਇਹ ਤੁਹਾਨੂੰ ਪੇਜ ਬ੍ਰੇਕਅਪ ਪ੍ਰੀਵਿਊ ਦਿਖਾਏਗਾ। ਇਸ ਨੂੰ ਕਹਿੰਦੇ ਨੇ ਪੇਜ ਬ੍ਰੇਕ ਪ੍ਰੀਵਿਊ ਟੈਬ। ठीक है, तो ये ਤੁਹਾਨੂੰ ਦਿਖਾ ਰਿਹਾ ਕਿ पेज नंबर 1 ਤੇ ਇਹ ਵਾਲਾ ਡਾਟਾ ਆਏਗਾ, पेज नंबर 2 ਤੇ ਇਹ ਵਾਲਾ ਡਾਟਾ, पेज 3 ਤੇ ਇਹ ਤੇ पेज 4 ਤੇ ਇਹ ਵਾਲਾ ਡਾਟਾ ਡਿਸਪਲੇ ਹੋਏਗਾ। ਤਾਂ ਦੋ ਆਪਸ਼ਨਸ ਹੈ ਕਿ ਮੈਂ ਇਸ ਨੂੰ ਡਰੈਗ ਕਰਕੇ ਇੱਥੇ ਸੈੱਟ ਕਰ ਲਾਂ, ਤਾਂ ਇਹ ਮੇਰਾ पेज नंबर 1 ਦੇ ਵਿੱਚ ਉਸਨੇ ਦਿਖਾਤਾ ਕਿ ਤੁਹਾਡਾ पेज नंबर 1 ਦੇ ਵਿੱਚ ਇਹ ਡਾਟਾ ਆਏਗਾ। ਠੀਕ ਹੈ, ਲੈਟਸ ਇਹ ਡਾਟਾ ਹੋਰ ਲੈਂਦੀ ਹੋਏ ਮੈਂ ਇਨਸਰਟ ਰੋਜ਼ ਕਰਦਾ। ठीक है जी, तो मेरा एक पेज के उपर डाटा ये आएगा, पेज नंबर 2 ਦੇ ਵਿੱਚ ਇਹ ਡਾਟਾ ਆਏਗਾ। ਹੁਣ ਆਪਾਂ ਇਹਦਾ ਜਦੋਂ ਪ੍ਰਿੰਟ ਪ੍ਰੀਵਿਊ ਲੈ ਕੇ ਦੇਖਦੇ ਹਾਂ ਪ੍ਰਿੰਟ ਕਰਨ ਤੋਂ ਪਹਿਲਾਂ, ਤਾਂ ਮੈਨੂੰ ਦਿਖ ਰਿਹਾ ਕਿ ਹਾਂ ਮੇਰਾ पेज नंबर 1 ਦੇ ਵਿੱਚ ਲੈਟਸ ਸੇ ਜੋ ਬਲੈਂਕ ਹੈ ਇਹ ਡਾਟਾ, ਠੀਕ ਹੈ, ਉਹ ਸਹੀ ਆ ਰਿਹਾ। ਨੈਕਸਟ ਨੰਬਰ पेज ਤੇ ਮੇਰਾ जो डाटा है वो सही आ रहा है कि नहीं। हाँ, मेरा ये डाटा आ रहा है, लेकिन इसके ऊपर जो मेरा रोल नंबर, ਸਮੈਸਟਰ, ਸੈਸ਼ਨ ਔਰ ਸਬਜੈਕਟ ਵਗੈਰਾ ਇਹ ਉੱਪਰ ਨਹੀਂ ਆ ਰਿਹਾ। ਠੀਕ ਹੈ, ਤਾਂ ਮੈंने ਦੇਖਣਾ ਹੋਏ ਕਿ ਹਾਂ ਇਹ 37 ਕਿਸ ਦੇ ਵਿੱਚੋਂ ਮਾਰਕਸ ਹੈ, ਤਾਂ ਮੈਨੂੰ ਨਹੀਂ ਪਤਾ ਚੱਲ ਰਿਹਾ। ਠੀਕ ਹੈ, ਤਾਂ ਮੈਂ ਐਸਕੇਪ ਦਬਾਉਂਗਾ, ਦੁਬਾਰਾ ਆਪਣੀ ਵਰਕਸ਼ੀਟ ਤੇ ਆ ਗਿਆ। ਠੀਕ ਹੈ, ਇਸ ਦੇ ਨਾਲ ਇੱਕ ਆਪਸ਼ਨ ਹੈ ਪ੍ਰਿੰਟ ਟਾਈਲਸ। ਮੈਂ ਪ੍ਰਿੰਟ ਟਾਈਲਸ ਦੇ ਉੱਪਰ ਕਲਿੱਕ ਕਰੂੰਗਾ। ਠੀਕ ਹੈ, ਤਾਂ ਮੇਰੀ ਇੱਕ ਪੇਜ ਸੈਟਅਪ ਦੀ ਆਪਸ਼ਨ ਕਲਿੱਕ ਹੋਏਗੀ। ਉਸ ਤੋਂ ਬਾਅਦ ਇਹਦੇ ਵਿੱਚ ਅਗਰ ਤੁਸੀਂ ਦੇਖੋਗੇ ਇਹਦੇ ਵਿੱਚ ਲਿਖਿਆ ਹੋਇਆ ਰੋਜ਼ ਟੂ ਪ੍ਰਿੰਟ ਐਟ ਦਾ ਟॉप। ਤੁਸੀਂ ਟॉप ਤੇ ਕਿਹੜੀ ਰੋ ਪ੍ਰਿੰਟ ਕਰਨਾ ਚਾਹੁੰਦੇ ਹੋ, ਤਾਂ ਮੈਂ ਉੱਪਰ ਜਾਊਂਗਾ
और मैं आ वाली रो ਨੂੰ सिलेक्ट कर लूँगा, पूरी दी पूरी रो। ठीक है, ओके कर दूंगा। मैं दोबारा प्रिंट प्रीव्यू च गया तो मैनू फर्स्ट पेज ओके, पेज नंबर 2 देखिया, पेज नंबर 2 ਦੇ ਵਿੱਚ ਮੈਨੂੰ ਪ੍ਰੋਪਰ ਵਿਜ਼ੀਬਲ ਹੈ। ਇਸ ਤਰ੍ਹਾਂ ਨਾਲ ਮੈਂ ਆਪਣਾ पेज प्रीव्यू सैट कर सकदा है और अपना पेज ਨੂੰ ਜਦੋਂ ਪ੍ਰਿੰਟਿੰਗ ਹੈ ਉਹ ਸੈੱਟ ਕਰ ਸਕਦਾ। ਹੁਣ ਜਦੋਂ ਆਪਾਂ ਇੱਕ ਲੈਂਦੀ ਡਾਟਾ ਤੇ ਕੰਮ ਕਰਦੇ ਹਾਂ, ਅਗਰ ਆਪਾਂ ਦੇਖਦੇ ਹਾਂ ਕਿ ਆਪਾਂ ਜਦੋਂ ਜਦੋਂ ਨੀਚੇ ਆਵਾਂਗੇ ਤਾਂ ਆਪਣੀ ਜਿਹੜੀ ਟੌਪ ਰੋ ਹੈ ਉਹ ਵਿਜ਼ੀਬਲ ਨਹੀਂ ਹੋ ਰਹੀ ਆਪਾਂ ਨੂੰ। ਤਾਂ ਆਪਾਂ ਨੂੰ ਯਾਦ ਤਾਂ ਹੈ ਲੇਕਿਨ ਆਪਾਂ ਨੂੰ ਨਹੀਂ ਪਤਾ ਚੱਲ ਰਿਹਾ ਕਿ ਹੁਣ ਜੀ ਦੇ ਵਿੱਚ ਕੋ ਕਿਹੜਾ ਸਬਜੈਕਟ ਹੈ ਜਿਹਦੇ ਮਾਰਕਸ ਆਪਾਂ ਐਂਟਰ ਕਰਨੇ ਆ। ਠੀਕ ਹੈ, ਤਾਂ ਉਹਦੇ ਲਈ ਕੀ ਹੈ, ਤੁਸੀਂ ਉੱਪਰ ਚਲੇ ਜਾਓ ਟੌਪ ਤੇ, ਵਿਊ ਵਾਲੀ ਟੈਬ ਨੂੰ ਕਲਿੱਕ ਕਰੋ। ਵਿਊ ਦੇ ਵਿੱਚ ਫਰੀਜ਼ ਪੇਨਸ ਨਾਮ ਦਾ ਇੱਕ ਬਟਨ ਹੈ, ਉਸ ਤੋਂ ਬਾਅਦ ਫਰੀਜ਼ ਪੇਨਸ ਦੇ ਅੰਦਰ ਫਰੀਜ਼ ਟੌਪ ਰੋ ਕਰ ਦਿਓ। ਜਿੱਦਾਂ ਹੀ ਤੁਸੀਂ ਫਰੀਜ਼ ਟੌਪ ਰੋ ਕਰੋਗੇ ਉਸ ਤੋਂ ਬਾਅਦ ਜਦੋਂ ਤੋਂ ਤੁਸੀਂ ਨੀਚੇ ਆਓਗੇ ਤੁਹਾਡੀ ਉੱਪਰ ਵਾਲੀ ਰੋ ਡਾਟਾ ਦੇ ਵਿੱਚ ਫਰੀਜ਼ ਰਹੇਗੀ, ਨੀਚੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਠੀਕ ਹੈ, ਤੇ ਇਸ ਦੇ ਨਾਲ ਆਪਣਾ ਜੋ ਬੇਸਿਕ ਐਕਸਲ ਹੈ ਉਹ ਕੰਪਲੀਟ ਹੁੰਦਾ। ਆਪਾਂ ਸਿਰਫ ਇੱਕ ਐਡਵਾਂਸ ਦਾ ਫੰਕਸ਼ਨ ਦੇਖਦੇ ਹਾਂ, ਜਸਟ ਇੱਕ ਸਿੰਪਲ ਰੈਂਡਮ ਟੱਚ ਕਰਨ ਦੇ ਲਈ ਕਿ ਐਡਵਾਂਸ ਐਕਸਲ ਦੇ ਵਿੱਚ ਕੀ ਚੀਜ਼ਾਂ ਨੇ। ਐਡਵਾਂਸ ਦੇ ਵਿੱਚ ਜਾ ਕੇ ਲੈਟਸ ਸੇ ਮੇਰੇ ਕੋਲ ਇੱਕ ਡਾਟਾ ਹੈ, ਠੀਕ ਹੈ, ਕੰਪਿਊਟਰ ਐਪਲੀਕੇਸ਼ਨਸ ਦਾ, ਜਿਹਦੇ ਵਿੱਚ ਸੈਸ਼ਨ ਵਾਈਜ਼ ਮੇਰੇ ਕੋਲ ਪਾਸ ਫੇਲ ਦਾ ਡਾਟਾ ਹੈ। ਠੀਕ ਹੈ, ਮੈਨੂੰ ਨਹੀਂ ਪਤਾ ਚੱਲ ਰਿਹਾ ਕਿ ਡਿਪਾਰਟਮੈਂਟ ਦੀ ਇਫੈਕਟਿਵਨੈਸ ਕੀ ਹੈ ਜਾਂ ਬੱਚਿਆਂ ਦੀ ਜੋ ਪਾਸਿੰਗ ਸਟਰੈਂਥ ਹੈ ਜਾਂ ਪਾਸ ਪਰਸੈਂਟੇਜ ਹੈ ਉਹ ਇਨਕਰੀਜ਼ ਹੋ ਰਹੀ ਹੈ ਜਾਂ ਡਿਕਰੀਜ਼ ਹੋ ਰਹੀ ਹੈ। ਤਾਂ ਮੈਂ ਇਸ ਨੂੰ ਗ੍ਰਾਫਿਕਲ ਵਿਊ ਦੇ ਵਿੱਚ ਅਗਰ ਦੇਖਣਾ ਹੋਏ ਤਾਂ ਮੈंने ਡਾਟਾ ਸਿਲੈਕਟ ਕੀਤਾ, ਇਨਸਰਟ ਦੇ ਵਿੱਚ मैंने ਇੱਕ ਗ੍ਰਾਫ ਲਿਆ ਦੇਖਣ ਦੇ ਲਈ ਕਿ ਹਾਂ ਮੇਰਾ ਟ੍ਰੈਂਡ ਕੀ ਕਹਿ ਰਿਹਾ। ਠੀਕ ਹੈ, ਤਾਂ ਮੇਰੇ ਕੋਲ ਇੱਕ ਗ੍ਰਾਫ ਬਣ ਕੇ ਆਇਆ। ਠੀਕ ਹੈ, ਤੁਸੀਂ ਇਹ ਵਾਲੀ ਰੋਜ਼ ਨੂੰ ਅਗਰ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਇਸ ਰੋ ਤੇ ਕਿਸੇ ਤੇ ਵੀ ਕਲਿੱਕ ਕਰਕੇ ਡਿਲੀਟ ਕੀ ਪ੍ਰੈਸ ਕਰ ਦਿਓ ਤਾਂ ਤੁਹਾਡੇ ਕੋਲ ਸਿਰਫ ਤੁਹਾਡਾ ਡਾਟਾ ਦਿਖੇਗਾ। ਠੀਕ ਹੈ, ਤਾਂ ਤੁਹਾਡੀ ਇਹ ਪਰਸੈਂਟੇਜ ਆ ਰਹੀ ਹੈ ਬਲੂ, ਜੋ ਪਰਸੈਂਟੇਜ ਹੈ ਉਹ ਦਿਖਾ ਰਹੀ ਹੈ ਕਿ ਪਾਸਿੰਗ मतलब ਪਾਸ ਕਿੰਨੇ ਕੈਂਡੀਡੇਟਸ ਹੋਏ ਨੇ ਔਰ ਫੇਲ ਵਾਲੇ ਜੋ ਸਟੂਡੈਂਟ ਦੀ ਸਟਰੈਂਥ ਹੈ ਉਹ ਕਿੰਨੀ ਹੈ। ਲੇਕਿਨ ਇਸ ਤੋਂ ਵੀ ਅਗਰ ਮੈंने ਫਰਦਰ ਐਨਾਲਾਈਜ਼ ਕਰਨਾ ਹੋਏ ਕਿ ਹਾਂ ਇਹਦੇ ਵਿੱਚ ਮੇਰਾ ਟ੍ਰੈਂਡ ਕੀ ਹੈ, ईयर बाय ईयर ਕੀ ਮੇਰਾ ਇੰਪਰੂਵਮੈਂਟ ਟ੍ਰੈਂਡ ਹੈ ਜਾਂ ਮੇਰਾ ਇੱਕ ਡਾਊਨਫਾਲ ਟ੍ਰੈਂਡ ਹੈ, ਤਾਂ ਤੁਸੀਂ ਇਸ ਨੂੰ ਰੋ ਤੇ ਕਲਿੱਕ ਕਰੋ, ਰਾਈਟ ਕਲਿੱਕ ਕਰਕੇ ਟ੍ਰੈਂਡ ਲਾਈਨ, ਆਪਾਂ ਟ੍ਰੈਂਡ ਦੇਖਣਾ ਹੈ ਕਿ ਉਸਦਾ ਟ੍ਰੈਂਡ ਕੀ ਹੈ। ਤੁਸੀਂ ਐਡ ਟ੍ਰੈਂਡ ਲਾਈਨ ਕੀਤਾ ਤਾਂ ਤੁਹਾਡਾ ਟ੍ਰੈਂਡ ਲਾਈਨ ਦਿਖੇਗਾ ਕਿ ਹਾਂ ਤੁਹਾਡਾ ਟ੍ਰੈਂਡ ਲਾਈਨ ਇੰਪਰੂਵਿੰਗ ਟ੍ਰੈਂਡ ਹੈ। ਠੀਕ ਹੈ, ਇਹ ਟ੍ਰੈਂਡ ਲਾਈਨ ਤੁਹਾਨੂੰ ਦਿਖਾ ਦੇਗੀ ਕਿ ਤੁਸੀਂ ਇੰਪਰੂਵ ਕਰ ਰਹੇ ਹੋ ਜਾਂ ਨਹੀਂ ਕਰ ਰਹੇ। ਠੀਕ ਹੈ, ਸਿਮਿਲਰਲੀ ਅਗਰ ਤੁਸੀਂ ਇਕੱਲੇ ਪਾਸ ਦਾ ਦੇਖਣਾ ਤਾਂ ਤੁਸੀਂ ਪਾਸ ਤੇ ਟ੍ਰੈਂਡ ਲਾਈਨ ਕਰ ਸਕਦੇ ਹੋ, ਫੇਲ ਤੇ ਦੇਖਣਾ ਤਾਂ ਫੇਲ ਦੀ ਟ੍ਰੈਂਡ ਲਾਈਨ ਐਡ ਕਰ ਸਕਦੇ ਹੋ, ਐਡ ਟ੍ਰੈਂਡ ਲਾਈਨ। ਠੀਕ ਹੈ, ਤਾਂ ਇਹ ਟ੍ਰੈਂਡ ਲਾਈਨ ਦਿਖਾ ਰਹੀ ਹੈ ਕਿ ਡਾਊਨਫਾਲ ਟ੍ਰੈਂਡ ਹੈ, ਫੇਲ ਵਾਲੇ ਸਟੂਡੈਂਟ ਦਾ ਜੋ ਟ੍ਰੈਂਡ ਹੈ ਉਹ ਡਾਊਨ ਜਾ ਰਿਹਾ ਔਰ ਜੋ ਪਾਸ ਵਾਲੇ ਹੈ ਉਹਨਾਂ ਦਾ ਟ੍ਰੈਂਡ ਅਪ ਜਾ ਰਿਹਾ। ਫਰਦਰ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਡਾਟਾ ਦੇਖ ਲਿਆ ਬਟ ਹੁਣ ਆਹ ਵਾਲਾ ਜੋ ਫੇਲ ਵਾਲਾ ਤੁਹਾਨੂੰ ਨਹੀਂ ਚਾਹੀਦਾ, ਤੁਹਾਨੂੰ ਸਿਰਫ ਪਾਸ ਵਾਲਾ ਚਾਹੀਦਾ, ਤਾਂ ਤੁਸੀਂ ਇਸ ਨੂੰ ਡਿਲੀਟ ਕਰ ਸਕਦੇ ਹੋ ਔਰ ਸਿਰਫ ਤੁਹਾਡੇ ਕੋਲ ਪਾਸ ਦਾ ਡਾਟਾ ਰਹਿ ਜਾਏਗਾ। ਠੀਕ ਹੈ, ਇਹ ਆਪਣਾ ਐਡਵਾਂਸਡ, ਇਸ ਤਰ੍ਹਾਂ ਦੇ ਬਹੁਤ ਸਾਰੇ ਫੰਕਸ਼ਨਸ ਅਵੇਲੇਬਲ ਹੈ, ਬਹੁਤ ਸਾਰੇ ਫਾਰਮੂਲਾਜ਼ ਅਵੇਲੇਬਲ ਹੈ, ਬਟ ਕਿਉਂਕਿ ਟਾਈਮ ਦੀ ਸ਼ਾਰਟੇਜ ਹੈ ਤਾਂ ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਅੱਜ ਕਵਰ ਕਰ ਪਾਊਂਗਾ। ਸੋ ਇਹ ਜਸਟ ਇੰਟਰੋਡਕਸ਼ਨ ਹੈ ਐਡਵਾਂਸਡ ਐਕਸਲ ਦੇ ਅੰਦਰ, ਜਿਹਦੇ ਵਿੱਚ ਆਪਣੇ ਕੋਲ n ਨੰਬਰ ਆਫ ਫਾਰਮੂਲਾਜ਼, n ਨੰਬਰ ਆਫ ਗ੍ਰਾਫਸ, ਪਾਈ ਚਾਰਟਸ, ਲੇਆਊਟਸ ਅਵੇਲੇਬਲ ਹੈ। ਤੁਸੀਂ ਕੰਪਲੀਟ ਐਨਾਲਿਸਿਸ ਕਰ ਸਕਦੇ ਹੋ ਆਪਣੇ ਕਿਸੇ ਵੀ ਡਾਟਾ ਦੇ ਉੱਪਰ, ਉਸਦੀ ਰਿਪਰੈਜ਼ੈਂਟੇਸ਼ਨ ਗ੍ਰਾਫਿਕਲ ਫਾਰਮੈਟ ਦੇ ਵਿੱਚ ਲੈ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਚਾਹੀਦੀ ਹੈ। ਠੀਕ ਹੈ, ਇਸ ਤੋਂ ਇਲਾਵਾ ਹੁਣ ਆਪਾਂ ਆਪਣੇ ਲਾਸਟ ਸੈਕਸ਼ਨ ਦੇ ਉੱਪਰ ਆਉਂਦੇ ਹਾਂ ਜੋ ਕਿ ਆਪਣਾ ਕੀ ਇੰਪੋਰਟੈਂਟ ਸ਼ਾਰਟਕਟਸ। So last topic of the day is important shortcuts. ਸਾਰੇ ਜਿਹੜੇ ਜਿਨ੍ਹਾਂ ਨੇ ਫਾਰਮ ਭਰੇ ਸਾਰੇ ਨੇ, for each and every command that you give you have a corresponding shortcut to it. There is nothing
which is against the shortcut or for which the shortcut is not available, starting from your copy paste to your graphs to your pie charts to everything, right? So अगर गल करते हैं ਆਪਾਂ कंट्रोल ਦੇ ਨਾਲ ਆਪਣੇ ਕੋਲੇ बोल्ड कॉपी इटैलिक ओपन प्रिंट ਦੇ ਜੋ ਵੀ ਆਪਾਂ ਚੀਜ਼ਾਂ ਕੀਤੀਆਂ पेस्ट कट अनडू कोई भी चीज़ करनी है तो अपने को शॉर्टकट्स है। अपने को तुसी कोई रो हाइड करनी है, डिलीट करनी है, हाईलाइट करनी है, ठीक है, जो आप कॉलम डिलीट वाला ऑप्शन चूज कीतियां तो तुसी उसनु शॉर्टकट्स ਦੇ ਨਾਲ यूज कर सकते हो। क्लिक ਕਰਨ ਦੀ ਬਜਾਏ ਫॉर एग्जांपल ਆਪਾਂ ਕਾਪੀ ਕਰਨ ਦੇ ਲਈ ਉਸ ਆਈਕਨ ਤੇ ਕਲਿੱਕ ਕੀਤਾ ਤਾਂ ਤੁਸੀਂ ਕੰਟਰੋਲ ਸੀ ਸਿੱਧਾ ਕਰੋਗੇ ਤਾਂ ਤੁਹਾਡਾ ਡਾਟਾ ਕਾਪੀ ਹੋ ਜਾਏਗਾ। ਕੰਟਰੋਲ ਐਫ ਦੇ ਨਾਲ ਤੁਸੀਂ ਕੋਈ ਡਾਟਾ ਫਾइंड ਆਊਟ ਕਰਨਾ ਹੈ, ਡਾਟਾ ਫਾइंड ਹੋ ਜਾਏਗਾ, ठीक है। कोई ਤੁਸੀਂ ਫॉर ਬਾਕਸ ਦੀ ਫਾਰਮੈਟਿੰਗ ਕਰਨੀ ਹੈ, ਕਾਪੀ ਫਾਰਮੈਟ ਕਰਨਾ ਹੈ। ਆਪਾਂ ਡੈਸੀਮਲ ਨੂੰ ਦੇਖਿਆ ਸੀਗਾ ਕਿ ਆਪਣੀ ਅਗਰ ਰਿਕੁਆਇਰਮੈਂਟ ਹੈ 2 ਡਿਜਿਟ ਡੈਸੀਮਲ ਦੀ, 3 ਡਿਜਿਟ ਡੈਸੀਮਲ ਦੀ, ਤੇ ਇੰਕਰੀਜ਼ ਡਿਕਰੀਜ਼ ਡੈਸੀਮਲ ਹੋ ਸਕਦਾ ਹੈ। डेट फॉर्मेट ਦੇ ਲਈ कंट्रोल शिफ्ट हैश, अगर मान लो कोई भी ਤੁਸੀਂ डेट लिखिया ਉੱਤੇ कंट्रोल शिफ्ट हैश करोगे तो ਉਹਦਾ डेट फॉर्मेट चेंज हो जाएगा। कोई भी डाटा अगर उसਨੂੰ परसेंटेज फॉर्मेट ਦੇ ਵਿੱਚ ਦੇਖਣਾ ਜਾਂ ਤਾਂ ਤੁਸੀਂ ਉਸਦੇ ਆਈਕਨ ਤੇ ਕਲਿੱਕ ਕਰ ਲਓ ਜਾਂ कंट्रोल शिफ्ट परसेंटेज कर दो, ठीक है। कोई भी सेल एडिट करना है आप सेल ਦੇ ਵਿੱਚ डबल क्लिक करते हैं या F2 कर लो, ठीक है। सेव एज करना है F12 कर लो या ऑप्शन ਦੇ ਵਿੱਚ जाके सेव एज कर लो। ये अलग अलग ऑप्शंस है जो कि अपने शॉर्टकट्स है। With this we'll end the session today. So this is all about your basic Excel, and if there is anything which is in the chat section or there are queries, so we'll love to address that. Thank you. Gaurav sir, thank you पुनीत जी। हाँ जी, कोई भी ਤੁਹਾਡਾ क्वेश्चन है तो ਤੁਸੀਂ चैट बॉक्स ਦੇ ਵਿੱਚ टाइप कर सकते हो। जिदा मैंने कुछ क्वेश्चन मिले ने, जिदा आकाशदीप सिंह सिद्धू वालों मिले हैगा कि पेज स्प्लिट वाला सर एक बार रिपीट कर दो। आकाश जी, जेड़ा रिपीट वाली ऑप्शन है आई थिंक आप रिकॉर्डिंग अपलोड करांगे यूट्यूब के ऊपर तो तुसी उन्होंने वॉच कर सकते हो दोबारा, ठीक है जी। फिर जशनप्रीत सिंह जी ने भी सेम ही गल कही है, कुछ पर्टिकुलर पोर्शन है वो कह रहे हैं भी रिपीट करवा दो। अपने को टाइम की लिमिटेशन है, आप नहीं रिपीट कर सकते, तुसी यूट्यूब के ऊपर इस वीडियो को दोबारा देख सकते हो, ठीक है जी। आई थिंक होर कोई क्वेरी नहीं आई हजे तक, वी आर वेटिंग। हाँ जी, थैंक यू पुनीत जी, तुसी बहुत ही बरीकी अते इफेक्टिव वे नाल माइक्रोसॉफ्ट एक्सेल बारे दस्या। सानू किते ना किते साडी इस वर्कशॉप का मेन मोटिव ही विद्यार्थियों ते स्टाफ मैंबर नू एक्सेल के अलग अलग फंक्शन अते उसके यूज बारे दसना सी। थैंक यू पुनीत जी। हुण मैं गुजारिश करांगा मैडम निर्मल गुप्ता जी नू, वाइस प्रिंसीपल SD कॉलेज बरनाला, कि वो साडे विद्यार्थियों लिए कुछ शब्द कहन। सर, डियर पुनीत जिंदल, प्रोफेसर आशुतोष, प्रोफेसर गौरव सिंगला, dear colleagues and participants, जिस तरह के कोविड-19 की महामारी के प्रकोप के चलते ऑनलाइन गतिविधियों का सिलसिला शुरू होया ਤਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟੈਕ ਸੇਵੀ ਹੋਣ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਨੋ ਡਾਊਟ ਅੱਜਕੱਲ ਦੀ ਜੋ ਯੰਗ ਜਨਰੇਸ਼ਨ ਹੈ ਉਹ ਕਾਫੀ ਹੱਦ ਤੱਕ ਟੈਕ ਸੇਵੀ ਹੈ, ਪਰ ਮੈਨੂੰ ਲੱਗਦਾ ਹੈ ਕਿ ਜੋ ਸਾਡੀ ਏਜ ਗਰੁੱਪ ਦੇ ਲੋਕ ਹੈ ਔਰ ਜੋ ਬੱਚੇ ਰੂਰਲ ਏਰੀਆਜ਼ ਨੂੰ ਬਿਲੋਂਗ ਕਰਦੇ ਹੈ, ਜਿੱਥੇ ਜ਼ਿਆਦਾ ਇੰਟਰਨੈਟ ਦੀ ਫੈਸਿਲਿਟੀ ਅਵੇਲੇਬਲ ਨਹੀਂ ਜਾਂ ਉਹਨਾਂ ਕੋਲ ਸਮਾਰਟਫੋਨਸ ਵਗੈਰਾ ਦੀ ਫੈਸਿਲਿਟੀ ਅਵੇਲੇਬਲ ਨਹੀਂ ਹੈ, ਤਾਂ ਉਹਨਾਂ ਲਈ ਮੈਨੂੰ ਲੱਗਦਾ ਹੈ ਕਿ ਕੰਪਿਊਟਰ ਦੀ ਬੇਸਿਕ ਨੌਲੇਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। नो डाउट अजकल साडे कोल स्मार्टफोन्स है, उस दे नाल असीं थोड़ा बहुत जिस तरह के मैसेज टाइप करना, मेल करनिया और कुछ मैसेज कटिंग पेस्ट करके एडिट करना तो सीख लिया है, पर जिस तरह आजकल वर्चुअल सेमिनार हो रहे हैं और जिन्हां विच जिस तरह असीं पार्टिसिपेंट्स की उस विच रजिस्ट्रेशन करते हैं और उस तो बाद आटोमैटिकली सर्टिफिकेट भर के तैयार हो जाते हैं, वो तो कई बार सानू भी एक मैजिक जिहा लगता है कि किस तरह ये सारा कुछ पॉसिबल हो रहा है। मैं कंप्यूटर डिपार्टमेंट ਨੂੰ ਵਧਾਈ ਵੀ ਦਿੰਦੀ ਹਾਂ ਔਰ ਉਹਨਾਂ ਦੀ ਸ਼ੁਕਰਗੁਜ਼ਾਰ ਵੀ ਹਾਂ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਉਹਨਾਂ ਵੱਲੋਂ ਇਹ ਇੱਕ ਬੜਾ ਅਹਿਮ ਔਰ ਮਹੱਤਵਪੂਰਨ ਇਨੀਸ਼ੀਏਟਿਵ ਲਿਆ ਗਿਆ ਕਿ ਉਹਨਾਂ ਨੇ MX
ਐਕਸਲ ਤੇ ਵਰਕਸ਼ਾਪ ਆਰਗੇਨਾਈਜ਼ ਕੀਤੀ ਔਰ ਨਾਲ ਹੀ ਉਹ ਮਾਈਕਰੋਸਾਫਟ ਵਰਡ ਤੇ ਵੀ ਵਰਕਸ਼ਾਪ ਆਰਗੇਨਾਈਜ਼ ਕਰਨ ਜਾ ਰਹੇ ਹਨ। ਇਹ ਵਰਕਸ਼ਾਪ ਸਾਡੇ ਪਾਰਟਿਸਪੈਂਟਸ ਲਈ ਬਹੁਤ ਹੀ ਲਾਹੇਵੰਦ ਹੋਏਗੀ ਔਰ ਮੈਨੂੰ ਪੁਨੀਤ ਜਿੰਦਲ ਤੇ ਬੜਾ ਹੀ ਮਾਣ ਹੈ ਕਿ ਉਹ ਸਾਡੇ ਹੀ ਕਾਲਜ ਦੇ ਵਿਦਿਆਰਥੀ ਹਨ ਔਰ ਮੈਂ ਉਹਨਾਂ ਦਾ ਵੀ ਸ਼ੁਕਰੀਆ ਕਰਦੀ ਹਾਂ ਕਿ ਉਹਨਾਂ ਨੇ ਬੜੇ ਹੀ ਸਿੰਪਲ ਵੇ ਨਾਲ ਜੋ ਕਿ ਇੱਕ ਲੇਮੈਨ ਦੀ ਸਮਝ ਆ ਸਕੇ ਇਸ ਟੌਪਿਕ ਨੂੰ ਬੜੀ ਹੀ ਡਿਟੇਲ ਵਿੱਚ ਸਾਡੇ ਸਾਹਮਣੇ ਲੈ ਕੇ ਆਏ। ਜਿਸ ਤਰ੍ਹਾਂ ਕਿ ਮੈਂ ਦੇਖ ਰਹੀ ਸੀ ਸਕਰੀਨ ਤੇ ਮਾਰਕ ਸ਼ੀਟ ਕਿ ਕਿਸ ਤਰ੍ਹਾਂ ਅਸੀਂ ਸੌਰਟ ਐਂਡ ਫਿਲਟਰ ਦੀ ਆਪਸ਼ਨ ਲਗਾ ਕੇ ਬੜੇ ਈਜ਼ੀ ਵੇ ਨਾਲ ਇਸ ਨੂੰ ਤਿਆਰ ਕਰ ਸਕਦੇ ਹਾਂ ਔਰ ਇਹ ਆਪਸ਼ਨ ਅਸੀਂ ਜਦੋਂ ਸਟੂਡੈਂਟਸ ਦੀ ਇੰਟਰਨਲ ਅਸੈਸਮੈਂਟ ਫਿਲ ਕਰਦੇ ਹਾਂ ਉਸ ਟਾਈਮ ਵੀ ਸਾਨੂੰ ਬੜੀ ਜ਼ਰੂਰਤ ਹੁੰਦੀ ਹੈ ਇਸ ਦੀ। ਔਰ ਇसी ਤਰ੍ਹਾਂ ਮੈਂ ਦੇਖ ਰਹੀ ਸੀ ਹੈਡਰ ਔਰ ਫੁਟਰ ਬਾਰੇ ਵੀ ਇਨਫੋਰਮੇਸ਼ਨ ਦੇ ਰਹੀ ਸੀ ਔਰ ਹੋਰ ਵੀ ਬਹੁਤ ਡਿਟੇਲ ਵਿੱਚ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ। ਸੋ ਬੇਟਾ ਬਹੁਤ ਬਹੁਤ ਸ਼ੁਕਰੀਆ। ਔਰ ਇਸ ਦੇ ਨਾਲ ਹੀ ਕੰਪਿਊਟਰ ਡਿਪਾਰਟਮੈਂਟ ਦੇ ਮੁਖੀ ਆਸ਼ੂਤੋਸ਼ ਸ਼ਰਮਾ ਔਰ ਪ੍ਰੋਫੈਸਰ ਗੌਰਵ ਸਿੰਗਲਾ ਉਹਨਾਂ ਦੀ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਔਰ ਨਾਲ ਹੀ ਕੰਪਿਊਟਰ ਡਿਪਾਰਟਮੈਂਟ ਦੇ ਫੈਕਲਟੀ ਮੈਂਬਰਸ ਦੀ ਕਿ ਜਿਨ੍ਹਾਂ ਨੇ ਇਸ ਵਰਕਸ਼ਾਪ ਨੂੰ ਬਹੁਤ ਖੂਬਸੂਰਤੀ ਨਾਲ ਆਰਗੇਨਾਈਜ਼ ਕੀਤਾ ਔਰ ਸਾਰੇ ਪਾਰਟਿਸਪੈਂਟਸ ਜੋ ਇਸ ਵਰਕਸ਼ਾਪ ਨੂੰ ਅਟੈਂਡ ਕੀਤਾ ਮੈਨੂੰ ਲੱਗਦਾ ਕਿ ਉਹ ਜ਼ਰੂਰ ਇਸ ਵਰਕਸ਼ਾਪ ਤੋਂ ਬਹੁਤ ਫਾਇਦਾ ਉਠਾਉਣਗੇ ਔਰ ਹੋ ਸਕਦਾ ਉਹਨਾਂ ਨੂੰ ਇੱਕ ਇੰਟਰਸਟ ਕ੍ਰੀਏਟ ਹੋ ਜੇ ਕਿ ਸਾਨੂੰ ਵੀ ਕੰਪਿਊਟਰ ਮਾਈਕਰੋਸਾਫਟ ਵਰਡ ਵਿੱਚ ਜਾ ਕੇ ਐਕਸਲ ਵਿੱਚ ਜਾ ਕੇ ਸਾਨੂੰ ਕੁਝ ਸਿੱਖ ਲੈਣਾ ਚਾਹੀਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਮੈਮ। ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਪ੍ਰੋਫੈਸਰ ਆਸ਼ੂਤੋਸ਼ ਧਰਨੀ ਹੈਡ ਆਫ ਦਾ ਡਿਪਾਰਟਮੈਂਟ ਕੰਪਿਊਟਰ ਐਪਲੀਕੇਸ਼ਨ ਕਿ ਉਹ ਸਾਡੇ ਕੀ ਸਪੀਕਰ ਅਤੇ ਸਾਡੇ ਪਾਰਟਿਸਪੈਂਟ ਦਾ ਧੰਨਵਾਦ ਕਰਨ। Good afternoon, everybody. On behalf of Department of Computer Applications, SD College Barnala, I'm very much thankful to our worthy management and Principal Dr. Rama Sharma for inspiring us to organize this workshop. And thanks Professor Nirbal Gupta for joining with us. My special thanks to our resource person, Mr. Puneet Jindal, HR Manager, Trident Industries, for such an informative and valuable workshop. I'm thankful to Professor Gaurav for organizing this. Thanks to all faculty members and dear students for participation. Thanks everybody. It's Excel's word, we just live in it. Thanks to all. Thanks. Gaurav. Thank you ਆਸ਼ੂਤੋਸ਼। ਜਿੱਦਾਂ ਕਿ ਸਰ ਨੇ ਸਭ ਦਾ ਧੰਨਵਾਦ ਕੀਤਾ ਹੈ, ਇਹਦੇ ਵਿੱਚ ਮੈਂ ਦੋ ਚੀਜ਼ਾਂ ਹੋਰ ਕਹਿਣੀਆਂ ਚਾਹੂੰਗਾ। ਇੱਕ ਤਾਂ ਮੈਂ ਸਾਡੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਨਰੇਸ਼ ਕੁਮਾਰ ਸਿੰਗਲਾ ਜੀ ਨੇ ਵੀ ਇਸ ਸੈਸ਼ਨ ਨੂੰ ਜੁਆਇਨ ਕੀਤਾ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਸਾਨੂੰ ਬੜੀ ਖੁਸ਼ੀ ਹੋਈ ਕਿ ਉਹਨਾਂ ਨੇ ਵੀ ਇਸ ਸੈਸ਼ਨ ਨੂੰ ਜੁਆਇਨ ਕੀਤਾ। ਉਸਦੇ ਨਾਲ ਹੀ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਸਾਡੇ ਸਾਰੇ ਕੰਪਿਊਟਰ ਫੈਕਲਟੀ ਮੈਂਬਰਸ ਦਾ ਜਿਨ੍ਹਾਂ ਨੇ ਇਸ ਵਰਕਸ਼ਾਪ ਨੂੰ ਸਕਸੈਸਫੁਲ ਬਣਾਉਣ ਵਾਸਤੇ ਦਿਨ ਰਾਤ ਇੱਕ ਕੀਤਾ। ਇਸ ਦੇ ਨਾਲ ਹੀ ਮੈਂ ਸਪੈਸ਼ਲ ਥੈਂਕਸ ਕਰਦਾ ਹਾਂ ਮੈਡਮ ਸ਼ਿਪਾਲੀ ਜਿੰਦਲ ਜੀ ਦਾ ਜਿਨ੍ਹਾਂ ਦੇ ਹਸਬੈਂਡ ਨੇ ਮਿਸਟਰ ਪੁਨੀਤ ਜਿੰਦਲ ਜੀ। ਔਰ ਇਹ ਆਈਡੀਆ ਮੈਮ ਸ਼ਿਪਾਲੀ ਦਾ ਹੀ ਸੀ ਕਿ ਪੁਨੀਤ ਜਿੰਦਲ ਸਰ ਆਪਾਂ ਸਾਰਿਆਂ ਨੂੰ ਇੱਕ ਵਰਕਸ਼ਾਪ ਆਰਗੇਨਾਈਜ਼ ਆਪਾਂ ਕਰੀਏ ਤੇ ਉਹ ਆਪਾਂ ਸਭ ਨੂੰ ਐਕਸਲ ਦੀਆਂ ਬਾਰੀਕੀਆਂ ਬਾਰੇ ਦੱਸਣ। ਥੈਂਕ ਯੂ ਮੈਡਮ। ਥੈਂਕ ਯੂ ਪ੍ਰਿੰਸੀਪਲ ਮੈਮ। ਥੈਂਕ ਯੂ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੈਕਿੰਡ ਡੇ ਇਸ ਵਰਕਸ਼ਾਪ ਦਾ 19 ਜੁਲਾਈ ਨੂੰ 11:30 ਵਜੇ ਆਪਾਂ ਫਿਰ ਜੁਆਇਨ ਕਰਾਂਗੇ। ਠੀਕ ਹੈ ਜੀ। ਔਰ ਜੁਆਇਨ ਕਰਨ ਵਾਸਤੇ ਲਿੰਕ ਸੇਮ ਹੈ, ਤੁਹਾਨੂੰ ਇੱਕ ਦਿਨ ਪਹਿਲਾਂ ਦੁਬਾਰਾ ਵੀ ਭੇਜਿਆ ਜਾਊਗਾ। ਤੁਸੀਂ ਇਹੀ ਲਿੰਕ ਉਹਦਾ ਲਿੰਕ ਡਿਫਰੈਂਟ ਹੋਏਗਾ, ਤੁਹਾਨੂੰ ਉਹ ਲਿੰਕ ਇੱਕ ਦਿਨ ਪਹਿਲਾਂ ਭੇਜ ਦਿੱਤਾ ਜਾਊਗਾ। ਥੈਂਕ ਯੂ ਸੋ ਮਚ। Thank you, Ji. Before leaving or concluding the day, I just want to, thank you all because it's always a pleasure being, alumni of this college and present in front of you all. You all taught me, and today I am here just because of you teachers. And a special thanks. It's always special, to speak in front of you all. I am just falling short of my words, so just thank you all. Thank you, Puneet ji. Thanks.